ਤੁਸੀਂ ਆਮ ਦੇਖਿਆ ਹਸਬੈਂਡ ਇਹ ਕੰਪਲੇਂਟ ਕਰੇਗਾ ਯਾਰ ਜਦੋਂ ਵੀ ਮੈਂ ਕੰਮ ਤੋਂ ਆਉਣਾ ਤੇਰੇ ਨਾਲ ਬੈਠਦਾ ਤੂੰ ਆਪਣੀਆਂ ਬਿਮਾਰੀਆਂ ਹੀ ਡਿਸਕਸ ਕਰਦੀ ਹੈ ਮੇਰੇ ਨਾਲ। ਜਾਂ ਬੰਦੇ ਨੂੰ ਤੁਸੀਂ ਹਸਬੈਂਡ ਨੂੰ ਇਹ ਕਹਿੰਦੇ ਸੁਣਿਆ ਹੋਏਗਾ ਯਾਰ ਤੂੰ ਉਹੋ ਜਿਹੀ ਨਹੀਂ ਰਹੀ। ਤੇ ਵਾਈਫ ਵੀ ਇਹ ਕਹਿੰਦੀ ਹੈ ਜੀ ਤੁਸੀਂ ਵੀ ਫਿਰ ਹੋਰ ਤਰੀਕੇ ਤੋਂ ਸ਼ੁਰੂ ਹੋ ਜਾਂਦਾ ਨੇ, ਹੋਰ ਗੱਲਾਂ ਸ਼ੁਰੂ ਹੋ ਜਾਂਦੀਆਂ। ਤੁਸੀਂ ਬਾਹਰ ਬਹੁਤ ਬਿਜ਼ੀ ਰਹਿੰਦੇ ਹੋ, ਕਿਤੇ ਬਾਹਰ ਤਾਂ ਨਹੀਂ ਕੋਈ ਫਰੈਂਡਸ਼ਿਪ ਤੁਹਾਡੀ, ਤੁਸੀਂ ਮੇਰੇ ਵੱਲ ਤਾਂ ਧਿਆਨ ਹੀ ਨਹੀਂ ਦਿੰਦੇ। ਉਹਨਾਂ ਦੀ ਜਿਹੜੀ ਬਾਡੀ ਦੇ ਵਿੱਚ ਜਿਹੜੀਆਂ ਚੇਂਜਸ ਆਉਂਦੀਆਂ ਨੇ, ਉਹਨਾਂ ਦੇ ਵਿੱਚ ਉਹਨਾਂ ਦੇ ਬਿਹੇਵੀਅਰ ਉੱਤੇ ਚੇਂਜਸ ਆਉਂਦੀਆਂ ਨੇ, ਉਹਨਾਂ ਦੀ ਸਾਈਕੀ ਚੇਂਜ ਹੋ ਜਾਂਦੀ ਹੈਗੀ ਆ, ਉਹਨਾਂ ਦਾ ਵੇ ਆਫ ਥਿੰਕਿੰਗ ਚੇਂਜ ਹੋ ਜਾਂਦਾ ਹੈਗਾ। ਸੋ ਸਟ੍ਰੈਸ ਇਨਕੰਟੀਨੈਂਸ, ਬਾਰ-ਬਾਰ ਯੂਰਿਨ ਦਾ ਨਿਕਲਣਾ ਜਾਂ ਤੁੱਕੇ ਡਿੱਗਣਾ ਜਾਂ ਹੋਲਡ ਨਾ ਕਰ ਪਾਣਾ, ਇਹੋ ਜਿਹੀਆਂ ਲੇਡੀਜ਼ ਕਈ ਵਾਰੀ ਹੈਜ਼ੀਟੇਟ ਕਰਨ ਲੱਗ ਜਾਂਦੀਆਂ ਹੈਗੀਆਂ ਟਰੈਵਲ ਕਰਨਾ। ਮੈਂ ਇੱਕ ਕਿਹਾ ਵੀ 1 ਸਾਲ ਹੋ ਗਿਆ ਹੋਵੇ ਨੈਪਕਿਨ ਯੂਜ਼ ਕੀਤੇ ਨੂੰ ਸੈਨੇਟਰੀ, ਤੇ ਪੀਰੀਅਡ ਬਿਲਕੁਲ ਨਹੀਂ ਆਏ ਹੋਣ, ਤੇ ਉਹਨੂੰ ਅਸੀਂ ਮੈਨੋਪੌਜ਼ ਕਰ ਰਹੇ। ਜਦੋਂ ਇੱਕ ਲੇਡੀ ਆਪਣਾ ਯੂਰਿਨ ਜਿਹੜਾ ਉਹ ਰੋਕ ਨਹੀਂ ਪਾਉਂਦੀ, ਜਰਾ ਕੋ ਹੱਸੀ, ਜਰਾ ਕੋ ਪੌੜੀਆਂ ਚੜੀ, ਜਰਾ ਕੋ ਐਕਸਰਸਾਈਜ਼ ਕੀਤੀ, ਉਹਨੂੰ ਲੱਗਦਾ ਵੀ ਮੇਰੇ ਤੁਪਕੇ ਡਿੱਗ ਰਹੇ। ਸਫਰ ਟੀਵੀ ਦੀ ਇਸ ਮਹਿਫਲ ਦੇ ਵਿੱਚ ਅਸੀਂ ਗੁਲਦਸਤਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਮੇਰਾ ਨਾਮ ਪਾਲ ਸੋਹਤਾ ਹੈਗਾ ਔਰ ਜਿਵੇਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਹੈ ਕਿ ਮੈਂ ਰੀਅਲ estate ਦਾ ਕੰਮ ਕਰਦਾ ਹਾਂ ਔਰ ਮੇਰਾ ਫੋਨ ਨੰਬਰ ਹੈ ਜੀ 4164506246। ਜੇ ਕਿਸੇ ਨੂੰ ਕਿਸੇ ਵੀ ਕਿਸਮ ਦੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰਾਪਰਟੀ ਬਾਰੇ ਕੋਈ ਜਾਣਕਾਰੀ ਚਾਹੀਦੀ ਹੈਗੀ ਤਾਂ ਮੈਨੂੰ ਸਿੱਧਾ ਕੰਟੈਕਟ ਕਰ ਸਕਦਾ 4164506246। ਅੱਜ ਦੀ ਮਹਿਫਲ ਦੇ ਵਿੱਚ ਅਸੀਂ ਆਪਣੇ ਗੈਸਟ ਲੈ ਕੇ ਆਏ ਹੈਗੇ ਜਿਨ੍ਹਾਂ ਨਾਲ ਤੁਹਾਡਾ ਅਸੀਂ ਜਾਣਕਾਰੀ ਉਹਨਾਂ ਦਾ ਦੋਨੇ ਹੈਗੇ। ਉਹਨਾਂ ਦੀ ਇੰਟਰੋਡਕਸ਼ਨ ਤੁਹਾਡੇ ਨਾਲ ਕਰਵਾਵਾਂਗੇ ਔਰ ਉਸ ਇੰਟਰੋਡਕਸ਼ਨ ਤੋਂ ਪਹਿਲਾਂ ਮੈਂ ਅੱਜ ਇਹ ਦੱਸਣਾ ਚਾਹੁੰਦਾ ਹਾਂ ਕਿ ਇੱਕ ਅਸੀਂ ਹੈਲਥ ਟੌਪਿਕ ਦੇ ਉੱਤੇ ਗੱਲ ਕਰਾਂਗੇ। ਮੈਨੂੰ ਵੀ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜੋ ਅੱਜ ਅਸੀਂ ਹੈਲਥ ਟੌਪਿਕ ਚੁਣਿਆ ਹੈਗਾ ਇਹ ਬਹੁਤ ਸਾਰੇ ਬੰਦਿਆਂ ਦੇ ਅਟਰੈਕਸ਼ਨ ਦਾ ਹੋਏਗਾ, ਕਿਉਂਕਿ ਇਹਦਾ ਰੀਜ਼ਨ ਹੈ ਕਿ ਇਹਦੇ ਉੱਤੇ ਬਹੁਤ ਘੱਟ ਚਰਚਾ ਹੋਈ ਹੈਗੀ ਆ ਔਰ ਬਹੁਤ ਹੀ ਲੋਕ ਇਹਨਾਂ ਬਾਰੇ ਜਾਣਦੇ ਨੇ। ਇਹ ਜਿਸ ਮਸਲੇ ਬਾਰੇ ਅਸੀਂ ਗੱਲ ਕਰਨ ਜਾ ਰਹੇ ਹੈਗੇ ਆ ਉਹ ਫੀਮੇਲਸ ਬਾਰੇ ਹੈਗਾ ਔਰ ਫੀਮੇਲਸ ਦੇ ਮੋਨੋਪੌਜ਼ ਉੱਤੇ ਹੈਗਾ, ਜਿਹਦੇ ਉੱਤੇ ਅਸੀਂ ਬਹੁਤ ਘੱਟ ਚਰਚਾ ਸੁਣੀ ਹੈਗੀ ਆ ਔਰ ਸਾਨੂੰ ਵੀ ਨਹੀਂ ਪਤਾ ਸੀ, ਮੈਨੂੰ ਵੀ ਨਹੀਂ ਪਤਾ ਸੀ। ਖਾਸ ਕਰਕੇ ਮੈਂ ਕਹਿ ਸਕਦਾ ਕਿ ਇਹਦੇ ਸਿੱਧੇ ਅਸਿੱਧੇ ਤੌਰ ਉੱਤੇ ਸਾਡੀ ਫੈਮਿਲੀ ਲਾਈਫ ਔਰ ਪਰਿਵਾਰਕ ਲਾਈਫ ਔਰ ਸੋਸ਼ਲ ਲਾਈਫ ਦੇ ਉੱਤੇ ਬਹੁਤ ਹੀ ਗਹਿਰਾ ਅਸਰ ਪੈਂਦਾ ਹੈਗਾ। ਆਓ ਅੱਜ ਦੇ ਜਿਹੜੇ ਸਾਡੇ ਗੈਸਟ ਹੈਗੇ ਨੇ ਨਿੱਪੀ ਪੁਰੀ ਜੀ, ਉਹਨਾਂ ਤੋਂ ਅਸੀਂ ਦੂਜਾ ਕੀ ਇਹਦੇ ਬਾਰੇ ਭਰਪੂਰ ਜਾਣਕਾਰੀ ਦਿੰਦੇ ਹਾਂ। ਪਹਿਲਾਂ ਤੁਹਾਨੂੰ ਉਹਨਾਂ ਸਾਰਿਆਂ ਦਾ ਅਸੀਂ ਇੰਟਰੋਡਕਸ਼ਨ ਕਰਾਉਣੇ ਹੈਗੇ ਜੀ। ਨਿੱਪੀ ਜੀ, ਤੁਹਾਡਾ ਸਟੂਡੀਓ 'ਚ ਆਉਣ ਦਾ ਬਹੁਤ ਬਹੁਤ ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ। ਸੁਖਪਾਲ ਜੀ, ਸਫਰ ਟੀਵੀ ਦੇ ਗੁਲਦਸਤਾ ਸੈਕਸ਼ਨ ਨੂੰ ਸੁਣਨ ਤੇ ਦੇਖਣ ਵਾਲੇ ਸਾਰੇ ਜਿਹੜੇ ਵਿਊਅਰਸ ਨੇ ਜਾਂ ਜਿਹੜੇ ਤੁਹਾਡੇ ਸਾਡੇ ਲਿਸਨਰਸ ਹੁੰਦੇ ਨੇ ਜੀ, ਉਹਨਾਂ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸ਼ਾਇਦ ਇੱਕ ਕੁਐਸਚਨ ਸਾਰਿਆਂ ਦੇ ਦਿਮਾਗ 'ਚ ਹੀ ਆਏਗਾ, ਤੁਹਾਡੇ ਵੀ ਆਏਗਾ। ਮੈਂ ਇਹ ਕਿਉਂ ਕਿਹਾ ਦੇਖਣ ਤੇ ਸੁਣਨ ਵਾਲੇ, ਕਿਉਂਕਿ ਟੀਵੀ ਜਿਹੜਾ ਹੈਗਾ ਇੱਕ ਦੇਖਣ ਦਾ ਮਾਧਿਅਮ ਹੈਗਾ। ਸੁਣਨ ਵਾਲੇ ਇਸ ਕਰਕੇ ਕਿਹਾ ਕਈ ਵਾਰੀ ਸਾਡੇ ਘਰ ਦੇ ਵਿੱਚ ਟੀਵੀ ਚੱਲਦਾ ਹੁੰਦਾ ਪਰ ਅਸੀਂ ਨਾਲ ਨਾਲ ਕੰਮ ਕਰ ਰਹੇ ਹੁੰਦੇ, ਟੀਵੀ ਦੇ ਅੱਗੇ ਨਹੀਂ ਬੈਠੇ ਹੁੰਦੇ, ਸੁਣ ਰਹੇ ਹੁੰਦੇ ਆ। ਪਰ ਅੱਜ ਦਾ ਜਿਹੜਾ ਟੌਪਿਕ ਹੈ ਜੀ, ਇਹੋ ਜਿਹਾ ਟੌਪਿਕ ਇੰਟਰਸਟਿੰਗ ਹੈ। ਮੇਰਾ ਖਿਆਲ ਜੇ ਅਸੀਂ ਇੱਧਰ ਉੱਧਰ ਘੁੰਮ ਵੀ ਰਹੇ ਹੋਵਾਂਗੇ, ਦੇਖ ਨਹੀਂ ਰਹੇ ਹੋਵਾਂਗੇ, ਤਾਂ ਸ਼ਾਇਦ ਸਾਨੂੰ ਖਿੱਚ ਕੇ ਲਿਆਏਗਾ, ਟੀਵੀ ਦੇ ਅੱਗੇ ਬਿਠਾਏਗਾ ਤੇ ਕੰਪੈਲ ਕਰੇਗਾ ਵੀ ਬਹਿ ਕੇ ਸਾਹਮਣੇ ਟੀਵੀ ਦੇਖਿਆ ਜਾਵੇ। ਠੀਕ ਹੈ ਜੀ। ਦਰਸ਼ਕੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਅਸੀਂ ਅੱਗੇ ਵੀ ਤੁਹਾਨੂੰ ਦੱਸ ਚੁੱਕੇ ਹਾਂ ਕਿ ਨਿੱਪੀ ਪੁਰੀ ਜੀ ਕਾਫੀ ਆਪਣੀ ਮਹਾਰਤ ਰੱਖਦੇ ਨੇ ਹੈਲਥ ਦੇ ਸਬਜੈਕਟਾਂ ਦੇ ਉੱਤੇ ਔਰ ਉਹ ਆਪਣੀ ਜਾਣਕਾਰੀ ਪਿਛਲੇ ਪ੍ਰੋਗਰਾਮ ਵਿੱਚ ਵੀ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਸੀ। ਪਰ ਇਸ ਵਾਰ ਜਿਹੜਾ ਇਹ ਟੌਪਿਕ ਅਸੀਂ ਲੈ ਕੇ ਆਏ ਹੈਗੇ ਆ, ਇਹਨਾਂ ਦੇ ਸਬੰਧ ਦੇ ਵਿੱਚ ਜੋ ਇਹਨਾਂ ਨੇ ਦੱਸਿਆਗਾ ਕਿ ਇਹਨਾਂ ਨੇ ਦੱਸਿਆ ਕਿ ਇਹਨਾਂ ਦੀ ਸਪੈਸ਼ਲਿਟੀ ਰਹੀ ਹੈਗੀ ਹੈ ਇਸ ਫੀਲਡ ਦੇ ਵਿੱਚ। ਇਹਨਾਂ ਨੇ ਬਹੁਤ ਸਾਰਾ ਇਹਦੇ ਉੱਤੇ ਕੰਮ ਕੀਤਾ ਹੈਗਾ ਤੇ ਇਹਨਾਂ ਕੋਲ ਵਧੇਰੀ ਜਾਣਕਾਰੀ ਹੈਗੀ ਆ, ਖਾਸ ਕਰਕੇ ਮੇਲ ਔਰ ਫੀਮੇਲਸ ਦੀ ਬਾਡੀ ਬਾਰੇ, ਉਹਨਾਂ ਦੀ ਹੈਲਥ ਬਾਰੇ ਔਰ ਵੱਖਰੇ ਵੱਖਰੇ ਜਿਹੜੇ ਟੌਪਿਕ ਇਹਨਾਂ ਦੇ ਕੋਲ ਅਸੀਂ ਡਿਸਕਸ ਕਰਦੇ ਰਹਾਂਗੇ ਔਰ ਤੁਹਾਡੀ ਜਾਣਕਾਰੀ 'ਚ ਵਾਧਾ ਕਰਦੇ ਰਹਾਂਗੇ। ਨਿੱਪੀ ਜੀ, ਅਸੀਂ ਅੱਜ ਦਾ ਇਹ ਜਿਹੜਾ ਟੌਪਿਕ ਹੈ ਜਿਹਨੂੰ ਅਸੀਂ ਮੋਨੋਪੌਜ਼ ਕਿਹਾ ਜਾਂਦਾ ਹੈਗਾ, ਐਕਚੁਅਲੀ ਇਹ ਬਹੁਤ ਹੀ ਲੀਸਟ ਡਿਸਕਸਡ ਕੀਤਾ ਹੋਇਆ ਸਬਜੈਕਟ ਹੈਗਾ। ਕੋਈ ਬੰਦਾ ਇਹਦੇ 'ਤੇ ਕੋਈ ਬੜੀ ਚਰਚਾ ਕਰਨੀ ਚਾਹੁੰਦਾ ਨਹੀਂ, ਪਤਾ ਨਹੀਂ ਕਿਉਂ ਸਾਡੀ ਕਮਿਊਨਿਟੀ ਦੇ ਵਿੱਚ ਇਹ ਕੋਈ ਥੋੜ੍ਹਾ ਜਿਹਾ ਲੈਕਿੰਗ ਹੈਗੀ ਹੈ ਜਾਂ ਅਸੀਂ ਥੋੜ੍ਹੇ ਜਿਹੇ ਸ਼ਰਮਦੇ ਹੈਗੇ ਆ ਇਹਨਾਂ ਚੀਜ਼ਾਂ ਦੇ ਉੱਤੇ। ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਬਿਲਕੁਲ, ਬਹੁਤ ਵਧੀਆ ਕੁਐਸਚਨ ਹੈ ਜੀ ਤੁਹਾਡਾ। ਸ਼ਾਇਦ ਅਸੀਂ ਉਸ ਸੁਸਾਇਟੀ ਤੋਂ ਆਉਂਦੇ ਜਿੱਥੇ ਮੇਲ ਡੋਮੀਨੇਸ਼ਨ ਰਹੀ ਹੈਗੀ ਜੀ, ਤੇ ਖਾਸ ਕਰਕੇ ਲੇਡੀਜ਼ ਹੈਜ਼ੀਟੇਟ ਵੀ ਕਰਦੀਆਂ ਸੀ ਜਾਂ ਲੇਡੀਜ਼ ਨੂੰ ਮੌਕਾ ਹੀ ਨਹੀਂ ਸੀ ਦਿੱਤਾ ਜਾਂਦਾ ਵੀ ਉਹ ਆਪਣੀ ਸਿਹਤ ਬਾਰੇ ਜਾਂ ਆਪਣੀ ਬਾਡੀ ਬਾਰੇ ਕੋਈ ਟੌਪਿਕ ਜਿਹੜਾ ਡਿਸਕਸ ਕਰ ਸਕਣ। ਆਮ ਤੌਰ 'ਤੇ ਜਿਹੜੇ ਟੌਪਿਕ ਹੁੰਦੇ ਸੀ ਸ਼ਾਇਦ ਨੂੰਹਾਂ ਸੱਸਾਂ ਦੇ ਵਿਚਕਾਰ ਹੀ ਰਹਿ ਜਾਂਦੇ ਸੀ, ਬਾਹਰ ਨਹੀਂ ਸੀ ਆਉਂਦੇ ਹੈਗੇ, ਬਾਹਰ ਡਿਸਕਸ਼ਨ ਨਹੀਂ ਸੀ ਹੁੰਦੀ ਹੈਗੀ।
ਪਰ ਹੌਲੀ ਹੌਲੀ ਦੁਨੀਆ ਬਹੁਤ ਛੋਟੀ ਹੋਈ ਹੈ ਜੀ, ਹੈਲਥ ਬਾਰੇ ਜਾਗਰੂਕਤਾ ਬਹੁਤ ਆਈ ਹੈ। ਔਰ ਸ਼ਾਇਦ ਜਿਹੜੀਆਂ ਸਾਡੀਆਂ ਮਾਤਾਵਾਂ ਭੈਣਾਂ ਨੇ ਉਹ ਸਾਡੀ ਲਾਈਫ ਦੇ ਵਿੱਚ ਸਾਡੇ ਨਾਲ ਮੋਢਾ ਤੇ ਮੋਢਾ ਜੋੜ ਕੇ ਸਾਡਾ ਸਾਥ ਦੇ ਰਹੀਆਂ ਨੇ, ਉਹਨਾਂ ਨੇ ਨਾਲ ਤੁਰਨਾ ਸ਼ੁਰੂ ਕੀਤਾ। ਜਦੋਂ ਤੁਰਨਾ ਸ਼ੁਰੂ ਕੀਤਾ ਤੇ ਨੈਚੁਰਲੀ ਕੁਆਲਿਟੀ ਆਫ ਲਾਈਫ ਬਾਰੇ ਵੀ ਸਾਡਾ ਧਿਆਨ ਜਾਏਗਾ। ਇਸ ਕਰਕੇ ਜਿਹੜਾ ਇਹ ਟੌਪਿਕ ਅੱਜ ਚੁਣਿਆ ਜੀ, ਜਿਹਨੂੰ ਅਸੀਂ ਮੈਨੋਪੌਜ਼ ਕਹਿੰਦੇ ਆ, ਉਹ ਜ਼ਰੂਰੀ ਹੋ ਜਾਂਦਾ ਹੈ। ਔਰ ਦਿਨ ਬ ਦਿਨ ਤੁਸੀਂ ਦੇਖ ਰਹੇ ਹੋਵੋਗੇ ਇਹਦੇ ਤੇ ਬਹੁਤ ਡਿਸਕਸ਼ਨਸ ਹੋ ਰਹੀਆਂ, ਬਹੁਤ ਇਹਨਾਂ ਦੇ ਟੌਪਿਕ ਆ ਰਹੇ ਨੇ ਰੇਡੀਓਜ਼ ਦੇ ਉੱਤੇ, ਟੀਵੀ ਦੇ ਉੱਤੇ ਅਵੇਅਰਨੈਸ ਪ੍ਰੋਗਰਾਮ ਚੱਲ ਰਿਹਾ। ਸਾਡਾ ਵੀ ਮੇਰਾ ਮਕਸਦ ਇਹੀ ਰਹੇਗਾ ਵੀ ਅਵੇਅਰਨੈਸ ਕਿਵੇਂ ਹੈ ਇਸ ਟੌਪਿਕ ਦੇ ਉੱਤੇ, ਇਸ ਬਾਰੇ ਇਹਨੂੰ ਡਿਸਕਸ ਕਰਦੇ ਹੋਏ ਜਿਹੜੇ ਸਾਡੇ ਲਿਸਨਰ ਜਾਂ ਜਿਹੜੇ ਸਾਡੇ ਵਿਊਅਰਸ ਨੇ ਉਹਨਾਂ ਨੂੰ ਅਸੀਂ ਪ੍ਰੋਵਾਈਡ ਕਰ ਸਕੀਏ ਵੀ ਕਿਵੇਂ ਇਹ ਸਾਡੀ ਲਾਈਫ ਦੇ ਉੱਤੇ ਇੰਪੈਕਟ ਪਾਉਂਦਾ ਹੈ ਜੀ ਇਹ। ਨਿਪੀ ਜੀ, ਮੈਂ ਤੁਹਾਡੇ ਤੋਂ ਇਹ ਸਵਾਲ ਪਹਿਲਾਂ ਪੁੱਛਾਂਗਾ ਕਿਉਂਕਿ ਮੇਰੀ ਵੀ ਜਾਣਕਾਰੀ ਦੇ ਲਈ ਇਹ ਬਹੁਤ ਜ਼ਰੂਰੀ ਹੈ ਔਰ ਦਰਸ਼ਕਾਂ ਨੂੰ ਵੀ ਵਧੇਰਿਆਂ ਦਾ ਇਹ ਸਵਾਲ ਹੋਏਗਾ ਕਿ ਮੋਨੋਪੌਜ਼ ਹੁੰਦਾ ਕੀ ਹੈ ਜੀ। ਲੇਮੈਨ ਦੀ ਲੈਂਗੁਏਜ ਵਿੱਚ ਅਸੀਂ ਇਸ ਸਬਜੈਕਟ ਨੂੰ ਕਿਵੇਂ ਦੂਜਾ ਕੀ ਡੈਫੀਨੇਸ਼ਨ ਦੇ ਸਕਦੇ ਹਾਂ, ਕੀ ਹੁੰਦਾ ਜੀ ਇਹ? ਪਹਿਲਾਂ ਤਾਂ ਜੀ ਮੈਂ ਸਾਰਿਆਂ ਨੂੰ ਸਟਾਰਟਿੰਗ ਦੇ ਵਿੱਚ ਇੱਕ ਗੱਲ ਐਡ ਕਰਨੀ ਚਾਹਾਂਗਾ, ਸਾਡੀਆਂ ਭੈਣਾਂ, ਸਾਡੇ ਵੀਰ, ਸਾਡੀਆਂ ਮਾਤਾਵਾਂ ਨੂੰ ਇਹ ਕੋਈ ਡਿਜ਼ੀਜ਼ ਨਹੀਂ ਜੀ ਹੈਗੀ। ਅੱਛਾ ਜੀ, ਇਹ ਕੰਡੀਸ਼ਨ ਹੈ। ਅੱਛਾ, ਡਿਜ਼ੀਜ਼ ਕੋਈ ਨਹੀਂ, ਕੰਡੀਸ਼ਨ ਹੈ ਜੀ, ਬਾਡੀ ਦੀ ਕੰਡੀਸ਼ਨ ਹੈ। ਬਾਡੀ ਦੀ ਕੰਡੀਸ਼ਨ, ਬਾਡੀ ਦੀ ਚੇਂਜਸ ਦੇ ਨਾਲ ਇਹ ਚੀਜ਼ ਹਰ ਇੱਕ ਨੂੰ ਹੋਣੀ ਹੈ, ਲੇਡੀਜ਼ ਨੂੰ, ਬੰਦਿਆਂ ਦੀ ਨਹੀਂ ਮੈਂ ਗੱਲ ਕਰ ਰਿਹਾ। ਸਾਡੀਆਂ ਮਾਤਾਵਾਂ ਭੈਣਾਂ ਜਿਹੜੀਆਂ ਹੁਣ ਫਰਟਾਈਲ ਏਜ ਨੇ, ਯੰਗ ਏਜ ਨੇ, ਉਹਨਾਂ ਨੇ ਹੌਲੀ 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 ਉਸ ਏਜ ਵੱਲ ਵਧਣਾ ਹੈ ਔਰ ਸਾਰਿਆਂ ਨੂੰ ਇਹ ਸਿੰਪਟਮਸ ਦਾ ਸਾਹਮਣਾ ਕਰਨਾ ਪੈਣਾ। ਇਸ ਕਰਕੇ ਘਬਰਾਉਣ ਦੀ ਕੋਈ ਲੋੜ ਨਹੀਂ। ਪਰ ਯੈਸ, there is a need to talk about this one. We should know what is happening. ਇਹ ਨਹੀਂ ਹੈਗਾ ਵੀ ਇਹ ਪ੍ਰੋਬਲਮ ਆਈ ਹੈ ਤੇ we suddenly started rushing to the here and there. ਕਈ ਵਾਰੀ ਸਾਡੇ ਉੱਥੇ ਤੁਸੀਂ ਪਿੰਡਾਂ 'ਚ ਦੇਖਿਆ ਹੋਣਾ ਜਾਂ ਜਿੱਥੇ ਹਾਲੇ ਅਵੇਅਰਨੈਸ ਨਹੀਂ ਹੈਗੀ ਤੇ ਅਸੀਂ ਸ਼ਾਇਦ ਬਾਬਿਆਂ ਬੂਬਿਆਂ ਕੋਲ ਵੀ ਜਾਣ ਲੱਗ ਜਾਂਦੇ ਵੀ ਸਾਡੇ ਅਚਾਨਕ ਚੇਂਜਸ ਆਈਆਂ ਨੇ ਜੀ। ਡਾਕਟਰਸ ਕੋਲ ਤਾਂ ਜਾਣਾ ਹੀ ਜਾਣਾ ਹੈਗਾ, ਪਰ ਕਈ ਵਾਰੀ ਜਦੋਂ ਸਾਡੀ ਇਹ ਡਾਕਟਰਸ ਰੇਂਜ 'ਚ ਨਹੀਂ ਹੁੰਦੇ, ਅਸੀਂ ਉਹੋ ਜਿਹੇ ਡੀਪ ਇੰਟੀਰੀਅਰਸ ਰਹਿ ਰਹੇ ਨੇ ਤੇ ਇਹਨਾਂ ਚੀਜ਼ਾਂ ਦੇ ਵੱਲ ਵੀ ਅਸੀਂ ਤੁਰ ਪੈਂਦੇ ਹਾਂ, ਟੂਣੇ ਟਾਣੇ ਇਹਨਾਂ ਵੱਲ। ਸੋ ਇਸ ਕਰਕੇ ਜਿਹੜਾ ਮੈਂ ਅੱਜ ਟੌਪਿਕ ਤੁਹਾਡੇ ਨਾਲ ਜਿਵੇਂ ਐਲੈਬੋਰੇਟ ਕਰਾਂਗਾ ਜੀ, ਜਿਹੜੀਆਂ ਕੰਡੀਸ਼ਨਸ ਕਰਾਂਗਾ, ਸ਼ਾਇਦ ਤੁਸੀਂ ਵੀ ਮੰਨੋਗੇ ਵੀ ਹੋ ਰਹੀਆਂ। ਤੁਸੀਂ ਅੱਖਾਂ ਜਦੋਂ ਬੰਦ ਕਰੋਗੇ ਤੁਹਾਨੂੰ ਲੱਗੇਗਾ ਯਾਰ ਓ ਮਾਈ ਗॉड, ਮੇਰੀ ਫੈਮਿਲੀ 'ਚ ਵੀ ਹੋਈ ਸੀ। ਮੈਂ ਵੀ ਅੱਖਾਂ ਬੰਦ ਕਰਾਂਗਾ ਜਾਂ ਜਿਹੜੀਆਂ ਭੈਣਾਂ ਭਰਾ ਸਾਡੇ ਸੁਣ ਰਹੇ ਹੋਣਗੇ, ਜਦੋਂ ਉਹ ਸੋਚਣਗੇ ਯਾਰ ਸੋਤਾ ਸਾਹਿਬ ਨੇ ਜਿਹੜਾ ਟੌਪਿਕ ਲਿੱਤਾ ਔਰ ਜਿਹੜੀ ਪੂਰੀ ਸਭ ਗੱਲਾਂ ਕਰ ਰਹੇ ਨੇ, ਵਾਕਈ ਯਾਰ ਇਹ ਤਾਂ ਸਾਡੇ ਆਲੇ ਦੁਆਲੇ ਵੀ ਹੋ ਰਹੀਆਂ। ਔਰ ਸ਼ਾਇਦ ਇਹੀ ਕਾਰਨ ਹੈ ਸਾਡੇ ਸੋਸ਼ਲ ਸਰਕਲ ਦੇ ਵਿੱਚ ਇਹਦਾ ਇੰਪੈਕਟ ਪੈ ਰਿਹਾ, ਸਾਡੀਆਂ ਮੈਰਿਡ ਲਾਈਫ ਦੇ ਉੱਤੇ ਫਰਕ ਪੈ ਰਿਹਾ, ਸਾਡੀਆਂ ਜਿਹੜਾ ਹੋਰ ਆਲਾ ਦੁਆਲਾ ਉਹਨਾਂ ਚੀਜ਼ਾਂ ਦੇ ਉੱਤੇ ਦਾ ਫਰਕ ਪੈ ਰਿਹਾ। ਹੁਣ ਤੁਸੀਂ ਗੱਲ ਮੈਨੂੰ ਇਹ ਪੁੱਛੀ ਵੀ ਮੈਨੋਪੌਜ਼ ਹੈ ਕੀ ਹੈ, ਇਹ ਮੈਂ ਇਹ ਤਾਂ ਪਹਿਲਾਂ ਦੱਸੋ ਵੀ ਇਹ ਹੁੰਦਾ ਕੀ। ਤੁਸੀਂ ਇਹ ਗੱਲ ਕਲੀਅਰ ਕਰ ਦਿੱਤੀ ਕਿ ਇਹ ਬਿਮਾਰੀ ਨਹੀਂ ਹੈ। ਮੈਨੋਪੌਜ਼ ਬੇਸਿਕਲੀ ਜੇ ਆਪਾਂ ਮੈਨੋਪੌਜ਼ ਨੂੰ ਪੂਰੇ ਅੱਖਰ ਨੂੰ ਦੋ ਚ ਡਿਵਾਈਡ ਕਰੀਏ, ਮੈਨੋਪੌਜ਼, ਮੈਨੋ ਮੀਨਸ ਮੈਂਸੂਰੇਸ਼ਨ, ਪੌਜ਼ ਮੀਨ ਸਟਾਪ ਹੋ ਜਾਣਾ। ਮੈਂਸੂਰੇਸ਼ਨ ਕੀ ਹੈ? ਬੇਸਿਕਲੀ ਮੈਂਸੂਰੇਸ਼ਨ ਇਜ਼ ਦ ਪਾਰਟ ਆਫ ਦ ਫਰਟਾਈਲ ਪੀਰੀਅਡ ਆਫ ਦ ਲੇਡੀ। ਮੈਨੋਪੌਜ਼ ਕੀ ਹੈ? बेसिकली स्टॉप ऑफ द फर्टाइल पीरियड ऑफ द लेडी। एक जनरल मैं गल कर रहा हैगा, ये तो होगी जी लेमैन लैंग्वेज। पर जो मैं मैडिकली इन्हू डिफाइन करा, ਜਦੋਂ ਵੀ ਕਿਸੇ ਲੇਡੀ ਨੂੰ ਸੈਨੀਟਰੀ ਨੈਪਕਿਨ ਯੂਜ਼ ਕੀਤੇ ਹੋਏ 1 ਸਾਲ ਪੂਰਾ ਹੋ ਜਾਵੇ, ਉਹਨੂੰ ਲੋੜ ਨਾ ਪਵੇ, ਪੀਰੀਅਡ ਬਿਲਕੁਲ ਨਾ ਆਏ ਹੋਣ, 1 ਸਾਲ ਹੋ ਗਿਆ ਹੋਵੇ, ਦੈਨ ਮੈਡੀਕਲੀ ਵੀ ਡਿਫਾਈਨ ਇਟ ਵੀ ਉਹ ਲੇਡੀ ਮੈਨੋਪੌਜ਼ ਦੇ ਵਿੱਚ ਪਹੁੰਚ ਚੁੱਕੀ ਹੈਗੀ ਹੈ। ਅੱਛਾ, ਇਹ ਜਿਹੜਾ ਮੈਨੋਪੌਜ਼ ਦੀ ਤੁਸੀਂ ਗੱਲ ਕਰ ਰਹੇ ਹੋ, ਜਸਟ ਲਾਈਕ ਟੂ, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਇਹ ਏਜ ਦੇ ਨਾਲ ਹੁੰਦਾ ਜੀ ਜਾਂ ਪਹਿਲਾਂ ਵੀ ਹੋ ਸਕਦਾ ਜਾਂ ਡਿਲੇ ਵੀ ਹੋ ਸਕਦਾ? ਇਹ ਜਿਹੜੀਆਂ ਫੀਮੇਲਸ ਦੀ ਬਾਡੀ ਦੇ ਵਿੱਚ ਹਾਰਮੋਨਿਕ ਚੇਂਜਸ ਆਉਂਦੀਆਂ ਹੈਗੀਆਂ, ਇਹ ਉਹਦੇ ਇੰਪੈਕਟ ਨਾਲ ਹੁੰਦਾ ਜੀ ਜਾਂ ਉਮਰ ਦੇ ਨਾਲ ਹੁੰਦਾ? ਯੈਸ, ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ। ਲੇਡੀਜ਼ ਦੇ ਜਿਹੜੇ ਫਰਟਾਈਲ ਪੀਰੀਅਡ ਹੈ ਜੀ, ਉਹ 2 ਹਾਰਮੋਨਸ ਬੇਸਿਕਲੀ ਕੰਮ ਕਰ ਰਹੇ ਹੁੰਦੇ ਨੇ, ਮੇਨਲੀ ਈਸਟ੍ਰੋਜਨ ਹੈ ਜੀ ਤੇ ਪ੍ਰੋਜੈਸਟਰੋਨ ਹੈ। ਇਹ ਦੋਨੇ ਜਿਹੜੇ ਹਾਰਮੋਨਸ ਨੇ ਫਰਟਾਈਲ ਪੀਰੀਅਡ ਦੇ ਵਿੱਚ ਬੇਸਿਕਲੀ ਜਿਹੜੇ ਜਿਹਨੂੰ ਅਸੀਂ ਪੀਰੀਅਡ ਕਹਿੰਦੇ ਹੈਗੇ ਜਾਂ ਅਸੀਂ ਮੈਂਸੂਰੇਸ਼ਨ ਸਾਈਕਲ ਕਹਿੰਦੇ ਆ, ਉਹ ਹੈ ਕੀ ਹੈ? ਮੈਂਸੂਰੇਸ਼ਨ ਸਾਈਕਲ ਬੇਸਿਕਲੀ ਜੇ ਮੈਂ ਮੈਡੀਕਲੀ ਡਿਫਾਈਨ ਕਰਾਂ, ਸ਼ੈਡਿੰਗ ਆਫ ਦਾ ਐਂਡੋਮੈਟਰੀਅਮ, ਇੰਟਰਨਲ ਲੇਅਰ ਹੁੰਦੀ ਜਿਹੜੀ ਯੂਟਰਸ ਦੀ, ਉਹ ਜਦੋਂ ਬਾਹਰ ਨਿਕਲਦੀ ਹੈ ਅਸੀਂ ਉਹਨੂੰ ਮੈਂਸੂਰੇਸ਼ਨ ਸਾਈਕਲ ਕਹਿੰਦੇ ਆ। 28 ਦਿਨਾਂ ਬਾਅਦ ਬੇਸਿਕਲੀ ਇਹ ਜਨਰਲ ਹੁੰਦਾ ਹੈ। ਅੱਛਾ, ਪਰ ਹੌਲੀ 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 ਏਜ ਜਦੋਂ ਵੱਧਦੀ ਜਾਂਦੀ ਹੈਗੀ, ਜਿਹੜੀਆਂ ਓਵਰੀਜ਼ ਸਾਡੀਆਂ ਪਈਆਂ ਜਿਹੜੀਆਂ ਲੇਡੀਜ਼ ਦੀਆਂ, ਉਹ ਈਸਟ੍ਰੋਜਨ ਪ੍ਰੋਡਿਊਸ ਕਰ ਰਹੀਆਂ ਹੁੰਦੀਆਂ, ਉਹਨਾਂ ਦੀ ਜਿਹੜੀ ਈਸਟ੍ਰੋਜਨ ਪ੍ਰੋਡਕਸ਼ਨ ਦੀ ਜਿਹੜੀ ਕਪੈਸਿਟੀ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ, ਘਟਦੀ ਜਾਂਦੀ ਹੈ। ਜਦੋਂ ਘਟਣੀ ਸ਼ੁਰੂ ਹੋ ਜਾਂਦੀ ਹੈ ਤੇ ਜਿਹੜਾ ਸਾਈਕਲ ਹੈਗਾ ਸਾਡੇ, ਪਹਿਲਾਂ ਹੌਲੀ ਹੌਲੀ ਡਿਸਟਰਬ ਹੁੰਦੇ ਨੇ, ਫਿਰ ਘਟਦੇ ਨੇ, ਫਿਰ ਟੋਟਲੀ ਬੰਦ ਹੋਣੇ ਸ਼ੁਰੂ ਹੋ ਜਾਂਦੇ ਆ, ਜਿਹਨੂੰ ਅਸੀਂ ਮੈਨੋਪੌਜ਼ ਕਿਹਾ ਜਾਂਦਾ। ਹੁਣ ਤੁਸੀਂ ਕੁਐਸਚਨ ਇੱਥੇ ਕੀਤਾ ਵੀ ਇਹ ਏਜ ਦੇ ਨਾਲ ਹੁੰਦਾ, ਯੈਸ, with the advancement of age। ਜੇ ਅਸੀਂ ਏਜ ਡਿਫਾਈਨ ਕਰੀਏ ਵੀ ਕਿਹੜੀ ਏਜ ਹੈ, ਮੋਸਟਲੀ ਜੇ ਐਵਰੇਜ ਏਜ ਅਸੀਂ ਵਰਲਡ ਵਾਈਡ ਦੇਖਿਆ ਜਾਵੇ ਤੇ ਆਮ ਕਿਹਾ ਜਾਂਦਾ ਜੀ 45 ਤੋਂ ਲੈ ਕੇ 46-47 ਸਾਲ ਦੀ ਏਜ ਜਰਨਲਾਈਜ਼ਡ ਏਜ ਹੈ, ਜਿੱਥੇ ਕੰਪਲੀਟ ਮੈਨੋਪੌਜ਼ ਕਿਹਾ ਜਾਂਦਾ ਵੀ ਮੈਨੋਪੌਜ਼ ਦੀ ਏਜ ਹੈ। ਪਰ ਹਾਂ, ਯੈਸ, ਐਗਜ਼ਾਮਪਲਸ ਇਹੋ ਜਿਹੀਆਂ ਵੀ ਹੈਗੀਆਂ ਜੀ, ਦੇਖਣ ਚ ਆਇਆ
ਵੀ 35 ਕੁ ਸਾਲ ਦੀ ਏਜ ਵੀ ਮੈਨੋਪੌਜ਼ ਦੀ ਐਗਜ਼ਾਮਪਲ So early. ਬੁੱਕਸ਼ ਦੇ ਵਿੱਚ ਹੈਗੀਆਂ, ਕਿਤਾਬਾਂ ਦੇ ਵਿੱਚ ਹੈਗੀਆਂ। ਤੇ ਐਸ ਫਾਰ ਐਸ ਜੇ ਲੌਂਗੈਸਟ ਪੀਰੀਅਡ ਦੇਖਿਆ ਜਾਵੇ, ਜਿੱਥੇ ਨਹੀਂ ਹੋਇਆ 75 ਸਾਲ ਦੀ ਲੇਡੀਜ਼, 70 ਸਾਲ ਦੀ ਲੇਡੀਜ਼ ਵੀ ਹੈਗੀ ਜਿੱਥੇ ਮੈਨੋਪੌਜ਼ ਨਹੀਂ ਹੋਇਆ। ਸੋ ਟੋਪੋਗ੍ਰਾਫੀ, ਤੁਸੀਂ ਕਿਹੜੀ ਕਮਿਊਨਿਟੀ ਤੇ ਹੋ, ਤੁਹਾਡਾ ਡਾਈਟਰੀ ਹੈਬਿਟਸ ਕੀ ਨੇ, ਤੁਹਾਡਾ ਲਿਵਿੰਗ ਸਟਾਈਲ ਕੀ ਹੈ, ਸਾਰਾ ਡਿਪੈਂਡ ਕਰਦਾ ਹੈ ਜੀ, ਕੰਟਰੀਬਿਊਟ ਕਰਦਾ ਹੈ ਇਹਨਾਂ ਚੀਜ਼ਾਂ ਦੇ ਵਿੱਚ, ਮੈਨੋਪੌਜ਼ ਦੇ ਵਿੱਚ। ਸੋ ਇਸ ਕਰਕੇ ਜਨਰਲਾਈਜ਼ ਜੇ ਦੇਖਿਆ ਜਾਵੇ ਤੇ ਜਿਹੜਾ ਮੈਨੋਪੌਜ਼ ਜਿਹੜਾ ਹੈਗਾ ਜੀ, ਉਸ ਤੋਂ ਪਹਿਲਾਂ ਪੈਰੀ ਮੈਨੋਪੌਜ਼ਲ ਸਟੇਜ ਆਉਂਦੀ ਹੈ। ਮੈਂ ਕਿਹਾ ਸੀ 1 ਸਾਲ ਜੇ ਨੈਪਕਿਨ, ਸੈਨੀਟਰੀ ਨੈਪਕਿਨ ਕੀਤੇ ਯੂਜ਼ ਕੀਤੇ ਨੂੰ ਜੇ ਹੋ ਜਾਣ ਤੇ ਫਿਰ ਅਸੀਂ ਉਹਨੂੰ ਮੈਨੋਪੌਜ਼ ਕਹਿੰਦੇ ਹੈਗੇ ਆ। ਪਰ ਉਸ ਤੋਂ ਪਹਿਲਾਂ ਕੀ ਹੁੰਦਾ, ਕਈ ਵਾਰੀ 2-3 ਮਹੀਨੇ ਬਾਅਦ ਥੋੜੇ ਬਹੁਤੇ ਪੀਰੀਅਡ 1 ਦਿਨ ਲਈ ਆ ਗਏ, ਜਾਂ 4-6 ਮਹੀਨੇ ਬਾਅਦ ਆ ਗਏ, ਮਤਲਬ ਕੰਪਲੀਟ ਬੰਦ ਨਹੀਂ ਹੋਏ, ਉਸ ਸਟੇਜ ਨੂੰ ਅਸੀਂ ਪੈਰੀ ਮੈਨੋਪੌਜ਼ਲ ਕਹਿੰਦੇ ਹੈਗੇ। ਮਤਲਬ ਦੈਟ ਇਜ਼ ਦਾ ਇੰਡੀਕੇਸ਼ਨ ਵੀ ਮੈਨੋਪੌਜ਼ ਵਾਸ ਅਸੀਂ ਵਧਣੇ ਸ਼ੁਰੂ ਹੋ ਗਏ ਹਾਂ। ਫਿਰ 1 ਸਾਲ ਹੋ ਗਿਆ ਕੰਪਲੀਟ, ਹੁਣ ਨਹੀਂ ਆਏ, ਮੈਨੋਪੌਜ਼ ਹੋ ਗਿਆ। ਫਿਰ 1 ਸਾਲ ਹੋਰ ਲੰਘ ਗਿਆ, ਫਿਰ ਵੀ ਨਹੀਂ ਆਏ, ਨਾਓ ਇਟ ਇਜ਼ ਅ ਕੰਪਲੀਟ ਪੋਸਟ ਮੈਨੋਪੌਜ਼ ਹੋ ਗਿਆ। 3 ਸਟੇजेस ਹੋ ਗਈਆਂ ਜੀ, ਪੈਰੀ ਮੈਨੋਪੌਜ਼, ਮੈਨੋਪੌਜ਼ ਤੇ ਪੋਸਟ ਮੈਨੋਪੌਜ਼, ਡਿਪੈਂਡਿੰਗ ਅਪਨ ਦਾ। ਠੀਕ ਹੈ ਜੀ, ਠੀਕ ਹੈ। ਕਿਉਂਕਿ ਨਿੱਪੀ ਹੋਣਾ ਦਾ ਇਸ ਜਿਹੜਾ ਸਬਜੈਕਟ ਹੈਗਾ ਉਹਦੇ ਤੇ ਕਾਫੀ ਮਹਾਰਤ ਹੈਗੀ ਆ, ਉਸ ਕਰਕੇ ਉਹਨਾਂ ਨੂੰ ਇਹਨਾਂ ਸਾਰੀਆਂ ਚੀਜ਼ਾਂ ਦੇ ਡਿਟੇਲਸ ਬਾਰੇ ਪਤਾ ਹੈ। ਲੇਕਿਨ ਅਸੀਂ ਤਾਂ ਲੇਮੈਨ ਹੈਗੇ ਆ, ਅਸੀਂ ਤਾਂ ਤੁਹਾਡੇ ਤੋਂ ਹੀ ਜਾਣਕਾਰੀ ਲੈਣੀ ਹੈ ਜੀ। ਔਰ ਅਸੀਂ ਇਸ ਟੌਪਿਕ ਨੂੰ ਬੜਾ ਇੰਟਰਸਟਿੰਗ ਜਿਹੜਾ ਬਣਦਾ ਜਾ ਰਿਹਾ ਹੈਗਾ, ਉਹ ਜਾਣਨ ਦੀ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਇਹਦੇ ਕੀ ਕੀ ਗਾਹਾਂ ਇੰਪੈਕਟ ਕੀ ਹੁੰਦੇ ਨੇ, ਔਰ ਇਹ ਸਾਡੀ ਫੈਮਿਲੀ ਲਾਈਫ, ਸੋਸ਼ਲ ਲਾਈਫ, ਵਰਕ ਲਾਈਫ, ਬੱਚਿਆਂ ਦੀ ਤੇ ਹੋਰ ਸਾਡੇ ਜਿਹੜਾ ਆਲਾ ਦੁਆਲਾ ਹੈਗਾ ਉਹਦੇ ਤੇ ਕਿਵੇਂ ਪ੍ਰਭਾਵ ਪਾਉਂਦੇ ਹੈਗੇ ਨੇ। ਔਰ ਸਾਡੀਆਂ ਜਿੰਨੀਆਂ ਵੀ ਮਾਤਾ ਭੈਣਾਂ ਸਾਰੀਆਂ ਇਹਦੇ ਵਿੱਚ ਹੈਗੀਆਂ ਨੇ, ਉਹਨਾਂ ਨੂੰ ਵੀ ਜਾਣਕਾਰੀ ਹੋਣੀ ਜ਼ਰੂਰੀ ਹੈਗੀ ਆ। ਕਿ ਔਰ ਨਾਲ ਜਿਹੜੇ ਘਰ ਦੇ ਮਰਦ ਹੈਗੇ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਇਹ ਹੁੰਦਾ ਕੀ ਹੈ ਜੀ, ਔਰ ਇਹਦੇ ਨਾਲ ਅਸੀਂ ਕਿਵੇਂ ਦੂਜਾ ਕੀ ਡੀਲ ਕਰਨਾ ਡੇ ਟੂ ਡੇ ਰੂਟੀਨਸ ਤੇ। ਅਸੀਂ ਵਾਪਸ ਆਉਂਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਲੈਣ ਤੋਂ ਬਾਅਦ, ਔਰ ਨਿੱਪੀ ਜੀ ਨਾਲ ਆਪਣੀ ਜਿਹੜੀ ਜਾਣਕਾਰੀ ਹੈ ਉਹ ਅੱਗੇ ਵਧਾਵਾਂਗੇ। ਦਰਸ਼ਕੋ, ਅਸੀਂ ਤੁਹਾਡੇ ਨਾਲ ਫਿਰ ਜੁੜਦੇ ਹੈਗੇ ਹਾਂ। ਗੁਲਦਸਤੇ ਦੀ ਮਹਿਫਲ ਦੇ ਵਿੱਚ ਸਾਡੇ ਨਾਲ ਅੱਜ ਨਿੱਪੀ ਪੁਰੀ ਜੀ ਮੌਜੂਦ ਨੇ, ਔਰ ਅਸੀਂ ਬਹੁਤ ਹੀ ਇੰਟਰਸਟਿੰਗ ਟੌਪਿਕ ਜਿਹੜਾ ਹੈਗਾ ਉਹ ਡਿਸਕਸ ਕਰ ਰਹੇ ਹਾਂ, ਜਿਹਦੇ ਤੇ ਬਹੁਤ ਹੀ ਘੱਟ ਚਰਚਾ ਹੋਈ ਹੈ ਔਰ ਬਹੁਤ ਸਾਰੇ ਲੋਕਾਂ ਨੂੰ ਇਹਦੇ ਬਾਰੇ ਨਹੀਂ ਪਤਾ, ਖਾਸ ਕਰਕੇ ਮਰਦਾਂ ਨੂੰ ਇਹਦੇ ਬਾਰੇ ਬਿਲਕੁਲ ਜਾਣਕਾਰੀ ਬਹੁਤ ਘੱਟ ਹੈਗੀ ਹੈ। ਇਹ ਜਿਹੜੀ ਇਹ ਮੈਨੋਪੌਜ਼ ਹੈਗੀ ਆ, ਔਰ ਜਿਹੜੀ ਲੇਡੀਜ਼ ਦਾ ਇਹ ਕੋਈ ਬਿਮਾਰੀ ਨਹੀਂ ਹੈਗੀ, ਇਹ ਇੱਕ ਉਹਨਾਂ ਦੀ ਬਾਡੀ ਦੀ ਕੰਡੀਸ਼ਨਸ ਹੈਗੀ ਹੈ ਜਿਹੜੀ ਕਿ ਉਹ ਮਰਜ ਹੁੰਦੀ ਹੈ ਜਦੋਂ ਕਿ ਉਹਨਾਂ ਦਾ ਫਰਟਾਈਲ ਪੀਰੀਅਡ ਜਿਹੜਾ ਹੈਗਾ ਉਹ ਸਟਾਪ ਦੇ ਉੱਤੇ ਆ ਜਾਂਦਾ ਹੈਗਾ। ਔਰ ਉਹਦੇ ਕਾਰਨ ਦੇ ਜਿਹੜੇ ਇਹਨਾਂ ਨੇ ਦੱਸੇ ਹੈਗੇ ਨੇ ਕਿ ਉਹਦੇ 3 ਸਟੇजेस ਹੁੰਦੀਆਂ ਨੇ, ਔਰ ਉਹਦਾ ਰੀਜ਼ਨ ਕੀ ਹੁੰਦਾ। ਨਿੱਪੀ ਜੀ ਨੇ ਬੜਾ ਬਰੀਫਲੀ ਸਾਨੂੰ ਦੱਸਿਆ ਹੈਗਾ, ਲੇਕਿਨ ਅਸੀਂ ਆਪਣੀ ਗਾਹਾਂ ਜਾਣਕਾਰੀ ਨੂੰ ਵਧਦੇ ਹੋਏ ਇਹਨਾਂ ਤੋਂ ਇੱਕ ਮੇਨ ਕੁਐਸਚਨ ਪੁੱਛਦੇ ਹੈਗੇ ਆ ਜੀ ਕਿ ਇਹਦੇ ਨਾਲ ਕੀ ਪ੍ਰਭਾਵ ਪੈਂਦੇ ਆ ਜੀ। ਪ੍ਰਭਾਵ ਤੋਂ ਪਹਿਲਾਂ ਮੈਂ ਆਪਾਂ ਸਟੇजेस ਦੀ ਗੱਲ ਕੀਤੀ, ਮੈਂ ਟਾਈਪ ਵੀ ਦੱਸ ਦਿੰਦਾ ਜੀ। ਅੱਛਾ ਜੀ, ਇਹਦੇ ਇਹਦੇ 2 ਟਾਈਪਸ ਨੇ। ਅੱਛਾ, ਮੇਨ ਜਿਹੜੀ ਟਾਈਪ ਹੈ ਉਹ ਨੈਚੁਰਲ ਹੈ, ਵਿਦ ਦਾ ਨੇਚਰ, ਵਿਦ ਦਾ ਐਡਵਾਂਸਮੈਂਟ ਆਫ ਏਜ, ਜਦੋਂ ਪੀਰੀਅਡ ਬੰਦ ਹੋਏ। ਐਵਰੇਜ ਏਜ ਵਰਲਡ ਵਾਈਡ ਜੇ ਦੇਖੀ ਜਾਵੇ 45 ਤੋਂ 46 47 ਸਾਲ ਦੀ ਏਜ ਗਿਣੀ ਜਾਂਦੀ ਹੈ। ਉਸ ਤੋਂ ਪਹਿਲਾਂ 1-2 ਸਾਲ ਪਹਿਲਾਂ ਸਟੇਜ ਸਿੰਪਟਮ ਆਉਣੇ ਸ਼ੁਰੂ ਹੋ ਜਾਂਦੇ ਨੇ, ਮਤਲਬ ਪੀਰੀਅਡ ਜਿਹੜੇ ਇਰੈਗੂਲਰ ਹੋਏ ਥੋੜੇ ਬਹੁਤੇ। ਤੇ ਉਹ ਦੂਜੀ ਜਿਹੜੀ ਟਾਈਪ ਹੈਗੀ ਜੋ ਸਰਜੀਕਲ ਮੈਨੋਪੌਜ਼ ਹੈ। ਸਰਜੀਕਲ ਮੈਨੋਪੌਜ਼ ਇਹ ਹੈ ਜੀ ਜਦੋਂ ਕਿਸੇ ਵੀ ਯੰਗ ਸਟੇਜ ਦੇ ਵਿੱਚ ਯੂਟਰਸ ਰਿਮੂਵ ਕਰਨਾ ਪੈ ਜਾਏ, ਹਿਸਟਰੈਕਟੋਮੀ ਜਿਹਨੂੰ ਕਿਹਾ ਜਾਂਦਾ ਹੈ, ਜਾਂ ਓਫਰੈਕਟੋਮੀ ਕਿਹਾ ਜਾਂਦਾ, ਜਦੋਂ ਓਵਰੀਜ਼ ਰਿਮੂਵ ਕਰਨੀਆਂ ਪੈ ਜਾਣ, ਕੋਈ ਮਤਲਬ ਮੈਡੀਕਲ ਕੰਡੀਸ਼ਨ ਆ ਜਾਏ, ਕੋਈ ਅੰਦਰ ਕੈਂਸਰ ਵਗੈਰਾ, ਪੋਲੀਸਿਸਟਿਕ ਓਵਾਰੀਅਨ ਡਿਜ਼ੀਜ਼ ਹੈ, ਜਾਂ ਕੋਈ ਟਿਊਮਰ ਹੈ, ਜਾਂ ਕੋਈ ਗਰੋਥ ਹੈ। ਉਸ ਤੋਂ ਪਹਿਲਾਂ ਡਾਕਟਰ ਕੀ ਕਰਦੇ ਨੇ, ਪਹਿਲਾਂ ਤਾਂ ਇਹ ਦੇਖਦੇ ਨੇ ਵੀ ਜਿਸ ਲੇਡੀ ਦੇ ਨਾਲ ਸਰਜੀਕਲ ਮੈਨੋਪੌਜ਼ ਦਾ ਕੁਐਸਚਨ ਉੱਠ ਰਿਹਾ ਹੈ, ਜ਼ਰੂਰਤ ਪੈ ਰਹੀ ਹੈ, ਉਹ ਕਿਹੜੀ ਏਜ ਦੇ ਵਿੱਚ ਹੈ, ਤਾਂ ਉਹਦਾ ਫੈਮਿਲੀ ਸਟਰਕਚਰ ਕੀ ਹੈ, ਕੀ ਉਹਦੀ ਫੈਮਿਲੀ ਕੰਪਲੀਟ ਹੋ ਚੁੱਕੀ ਹੈ, ਬੱਚੇ 1-2 ਜਿੰਨੇ ਵੀ ਉਹਨਾਂ ਨੂੰ ਚਾਹੀਦੇ ਸੀ ਪੂਰੇ ਹੋ ਚੁੱਕੇ ਆ। ਜੇ ਹੋ ਚੁੱਕੇ ਨੇ, ਕੰਸੈਂਟ ਲਿੱਤੀ ਜਾਂਦੀ, ਵੀ ਦੱਸਿਆ ਜਾਂਦਾ, ਉਹਨੂੰ ਐਜੂਕੇਟ ਕੀਤਾ ਜਾਂਦਾ ਵੀ ਹੁਣ ਤੇਰੇ ਨਾਲ ਇਹ ਅੰਦਰ ਪ੍ਰੋਬਲਮ ਆ ਰਹੀ ਤੇ ਅਸੀਂ ਇਹ ਪਾਰਟ ਰਿਮੂਵ ਕਰਨਾ ਹੈ, ਤੇ ਵਾਟ ਡੂ ਯੂ ਥਿੰਕ, ਤੇ ਉਹਦੇ ਨਾਲ ਬਾਅਦ ਚ ਇਹ ਸਿੰਪਟਮ ਆਉਣਗੇ। ਹਾਂ, ਜੇ ਫੈਮਿਲੀ ਕੰਪਲੀਟ ਨਹੀਂ ਹੋਈ, ਸਪੋਜ਼ ਕਰੋ ਵਿਆਹ ਨੂੰ 2-3 ਸਾਲ ਹੋਇਆ, ਹਲੇ ਫੈਮਿਲੀ ਇਸ਼ੂ ਮਤਲਬ ਬਲੈਸਿੰਗਸ ਮਿਲੀਆਂ ਨਹੀਂ ਬੱਚੇ ਦੀਆਂ, ਤੇ ਇਹ ਪ੍ਰੋਬਲਮ ਆ ਗਈ। ਹੁਣ ਇਹ ਪ੍ਰੋਬਲਮ ਆ ਗਈ ਤੇ ਯੂਟਰਸ ਰਿਮੂਵ ਕਰਨਾ, ਉੱਥੇ ਕੀ ਕੀਤਾ ਜਾਏਗਾ? ਉੱਥੇ ਫਿਰ ਉਹਦੀ ਕੰਸੈਂਟ ਲਿੱਤੀ ਜਾਂਦੀ, ਉਹਨੂੰ ਦੱਸਿਆ ਜਾਂਦਾ, ਤੇ ਉੱਥੇ ਇੱਕ ਹੋਰ ਪ੍ਰੋਸੀਜਰ ਹੈ ਜਿਹੜਾ ਬਾਅਦ ਚ ਮੈਂ ਤੁਹਾਨੂੰ ਬਹੁਤ ਲੈਂਥੀ ਡਿਸਕਸ਼ਨ ਹੈ, ਜਿਹਨੂੰ ਅਸੀਂ ਟੈਸਟ ਟਿਊਬ ਕਹਿ ਦਿੰਦੇ ਹੈਗੇ, ਆਰਟੀਫਿਸ਼ੀਅਲ ਇਨਸੈਮੀਨੇਸ਼ਨ ਕਹਿ ਦਿੰਦੇ ਆ, ਜਾਂ ਦੂਜਾ ਤਰੀਕਾ ਜਿਹੜਾ ਵੀ ਹੁਣ ਬਲੈਸਿੰਗਸ ਵੀ ਚਾਹੀਦੀਆਂ, ਉਹ ਕਿਵੇਂ ਹੋਏਗਾ? ਤੇ ਯੰਗ ਏਜ ਹੈ,
ਹੁਣ ਇੰਨੀ ਏਜ ਦੇ ਵਿੱਚ ਜੇ ਤੁਸੀਂ ਪਹਿਲਾਂ ਮੈਨੋਪੌਜ਼ ਆ ਜਾਂਦਾ ਹੈ, ਈਸਟ੍ਰੋਜਨ ਡੈਫੀਸ਼ੀਐਂਸੀ ਸ਼ੁਰੂ ਹੋ ਜਾਂਦੀ, ਤੇ ਉਹਦੀ ਇੰਨੀ ਲੰਬੀ ਉਮਰ ਪਈ ਹੈ, ਤੇ ਈਸਟ੍ਰੋਜਨ ਡੈਫੀਸ਼ੀਐਂਸੀ ਜਿਹੜੀ ਹੈ ਉਹਦੀ ਬਾਡੀ ਦੇ ਵਿੱਚ ਜਿਹੜੀਆਂ ਚੇਂਜਸ ਆਣਗੇ, ਉਹ ਸਾਰੀ ਉਮਰ ਕਿਵੇਂ ਚੱਲੇਗਾ? ਉਹਨੂੰ ਸਾਰਾ ਐਜੂਕੇਟ ਕੀਤਾ ਜਾਂਦਾ। ਸੋ ਦੋ ਤਰ੍ਹਾਂ ਦੇ, ਜਿਹੜੀ ਇੱਕ ਤਾਂ ਨੇਚਰਲ ਤਰੀਕੇ ਦੇ ਨਾਲ ਵਿਦ ਐਡਵਾਂਸਮੈਂਟ ਏਜ ਦੂਸਰਾ ਮੈਡੀਕਲ ਕੰਡੀਸ਼ਨ, ਦੂਜਾ ਮੈਡੀਕਲ ਕੰਡੀਸ਼ਨ ਜਿਹਨੂੰ ਅਸੀਂ ਸਰਜੀਕਲ ਮੈਨੋਪੌਜ਼ ਕਹਿੰਦੇ ਆ, ਜਿਹਦੇ ਵਿੱਚ ਕਿਸੇ ਰੱਬ ਨਾ ਕਰੇ ਕਿਸੇ ਵੀ ਕਾਰਨ ਸਾਨੂੰ ਯੂਟਰਸ ਜਾਂ ਓਵਰੀਜ਼, ਓਫਰੈਕਟੋਮੀ ਜਿਹਨੂੰ ਕਿਹਾ ਜਾਂਦਾ, ਹਿਸਟੈਕਟੋਮੀ ਕਿਹਾ ਜਾਂਦਾ ਹੈਗਾ, ਰਿਮੂਵ ਕਰਨਾ ਪੈ ਜਾਵੇ, ਉਹ ਇੱਕ ਤਰੀਕਾ ਹੈਗਾ ਜੀ ਜਿਹਨੂੰ ਅਸੀਂ ਕਹਿੰਦੇ ਹੈਗੇ ਆ ਸਰਜੀਕਲ ਮੈਨੋਪੌਜ਼। ਇਹ ਦੋ ਤਰ੍ਹਾਂ ਦੇ ਹੋ ਗਏ ਜੀ। ਜਦੋਂ ਵੀ ਮੈਨੋਪੌਜ਼ ਆਉਂਦਾ ਜੀ, ਪੈਰੀ ਮੈਨੋਪੌਜ਼ਲ ਦੇ ਵਿੱਚ ਇਹ ਜਿਹੜੇ ਆਪਾਂ ਸਟੇਜਸ ਕੀਤੀਆਂ ਸੀ ਉਹਦੇ ਨਾਲ ਹੀ ਰਿਲੇਟਡ ਸਿੰਪਟਮਸ ਨੇ ਜੀ। ਪੈਰੀ ਮੈਨੋਪੌਜ਼ ਦੇ ਵਿੱਚ ਸਿੰਪਟਮ ਸ਼ੁਰੂ ਹੋ ਜਾਂਦੇ ਨੇ ਜੀ ਹੌਲੀ ਹੌਲੀ, ਜਿਹੜੇ ਸਪੋਜ਼ ਕਰੋ ਇਰੀਟੇਸ਼ਨ ਇਨ ਬਿਹੇਵੀਅਰ ਆਣਾ ਸ਼ੁਰੂ ਹੋ ਗਿਆ, ਪੈਲਪੀਟੇਸ਼ਨ ਸ਼ੁਰੂ ਹੋ ਗਈ, ਇਨਸੋਮਨੀਆ ਸ਼ੁਰੂ ਹੋ ਗਿਆ, ਲੈਸ ਡਿਜ਼ਾਇਰ ਫॉर ਸੈਕਸ ਜਿਹਨੂੰ ਡਿਕਰੀਜ਼ ਲਿਬਿਡੋ ਕਿਹਾ ਜਾਂਦਾ ਹੈ। ਲੇਡੀਜ਼ ਦੀ ਮੈਂ ਗੱਲ ਕਰ ਰਿਹਾ ਜੀ, ਲੇਡੀਜ਼ 'ਚ ਪਾਰਟਿਕੂਲਰ ਸਿੰਪਟਮ ਆਣੇ ਸ਼ੁਰੂ ਹੋ ਜਾਂਦੇ ਨੇ। ਜਿਉਂ ਵੱਧਦੀ ਜਾਂਦੀ ਏਜ, ਫਿਰ ਵਰਥਲੈਸਨੈਸ ਵੀ ਮੈਂ ਕਿਸੇ ਕੰਮ ਦੀ ਨਹੀਂ, ਮੇਰੀ ਕਿਹਨੂੰ ਲੋੜ ਹੈ। ਤੁਸੀਂ ਆਮ ਘਰਾਂ 'ਚ ਡਾਇਲੌਗ ਸੁਣਿਆ ਹੋਣਾ, ਹਾਂ ਇਹ ਤਾਂ ਯਾਰ ਕੋਈ ਮੇਰੀ ਪਰਵਾਹ ਹੀ ਨਹੀਂ ਕਰਦਾ, ਮੈਨੂੰ ਕੋਈ ਸੁਣਦਾ ਹੀ ਨਹੀਂ, ਤੁਸੀਂ ਨਹੀਂ ਹੁਣ ਮੇਰਾ ਹਾਲਚਾਲ ਪੁੱਛਦੇ ਹੈਗੇ। ਤੇ ਤੁਸੀਂ ਕਿਹਾ ਵੀ ਬੰਦਿਆਂ ਨੂੰ ਇਹਦੇ ਬਾਰੇ ਬਹੁਤ ਘੱਟ ਇਹਦੇ ਬਾਰੇ ਪਤਾ ਹੈਗਾ। ਬਿਲਕੁਲ ਗੱਲ ਠੀਕ ਹੈ ਜੀ, ਬੰਦਿਆਂ ਨੂੰ ਇਸ ਕਰਕੇ ਘੱਟ ਪਤਾ ਹੈਗਾ ਕਿਉਂਕਿ ਜਦੋਂ ਵੀ ਉਹ ਇਹੋ ਜਿਹੀ ਸਟੇਜ ਦੇ ਵਿੱਚ ਬੈਠਦੇ ਨੇ, ਤੁਸੀਂ ਆਮ ਦੇਖਿਆ ਹੋਣਾ, ਹਸਬੈਂਡ ਇਹ ਕੰਪਲੇਂਟ ਕਰੇਗਾ, ਯਾਰ ਜਦੋਂ ਵੀ ਮੈਂ ਕੰਮ ਤੋਂ ਆਉਣਾ ਤੇਰੇ ਨਾਲ ਬੈਠਦਾ ਤੂੰ ਆਪਣੀਆਂ ਬਿਮਾਰੀਆਂ ਡਿਸਕਸ ਕਰਦੀ ਹੈ ਮੇਰੇ ਨਾਲ। ਜਾਂ ਬੰਦੇ ਨੂੰ ਤੁਸੀਂ ਹਸਬੈਂਡ ਨੂੰ ਇਹ ਕਹਿੰਦੇ ਸੁਣਿਆ ਹੋਏਗਾ, ਯਾਰ ਤੂੰ ਉਹੋ ਜਿਹੀ ਨਹੀਂ ਰਹੀ, ਬਹੁਤ ਚੇਂਜ ਆ ਗਈ ਤੇਰੇ 'ਚ। ਵਿਦਾਊਟ ਨੋਇੰਗ ਦ ਅੰਡਰਲਾਈਨ ਕਾਜ਼ ਵਿਚ ਇਜ਼ ਹੈਪਨਿੰਗ ਇਨ ਦ ਬਾਡੀ, ਬੰਦਾ ਇਹ ਟੈਗ ਲਾ ਰਿਹਾ ਹੁੰਦਾ। ਤੇ ਵਾਈਫ ਵੀ ਇਹ ਕਹਿੰਦੀ ਹੈ ਜੀ ਤੁਸੀਂ ਵੀ, ਫਿਰ ਹੋਰ ਤਰੀਕੇ ਤੋਂ ਸ਼ੁਰੂ ਹੋ ਜਾਂਦਾ ਨੇ, ਹੋਰ ਗੱਲਾਂ ਸ਼ੁਰੂ ਹੋ ਜਾਂਦੀਆਂ, ਤੁਸੀਂ ਬਾਹਰ ਬਹੁਤ ਬਿਜ਼ੀ ਰਹਿੰਦੇ ਹੋ, ਕਿਤੇ ਬਾਹਰ ਤਾਂ ਨਹੀਂ ਕੋਈ ਫਰੈਂਡਸ਼ਿਪ ਤੁਹਾਡੀ, ਤੁਸੀਂ ਮੇਰੇ ਵੱਲ ਤਾਂ ਧਿਆਨ ਹੀ ਨਹੀਂ ਦਿੰਦੇ। ਇਹ ਅੱਗੇ ਗੱਲਾਂ ਜਾ ਕੇ ਕਿਸੇ ਹੋਰ ਕ੍ਰੈਕਸ ਵੱਲ ਨੂੰ ਜਾ ਰਹੀਆਂ, ਜਿੱਧਰ ਮੈਂ ਤੁਹਾਨੂੰ ਸੋਸ਼ਲ ਪ੍ਰੋਬਲਮਸ ਨੂੰ, ਡਾਈਵੋਰਸਿਸ ਵਗੈਰਾ, ਜਾਂ ਹੋਰ ਟਿੰਜੀਨੈਸ, ਘਰ ਦੇ ਵਿੱਚ ਲੜਾਈ ਝਗੜਾ, ਹੋਰ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਜੀ, ਐਪੇਟਾਈਟ ਲਾਸ ਹੋਣਾ ਸ਼ੁਰੂ ਹੋ ਜਾਂਦਾ ਹੈ, ਦਿਲ ਨਹੀਂ ਕਰੂਗਾ, ਤਿਆਰ ਨਹੀਂ ਹੋਵੋਗੇ ਤੁਸੀਂ। ਇਹ ਤਾਂ ਪ੍ਰਾਇਮਰੀ ਜਿਹੜੀਆਂ ਸਟੇਜਸ ਨੇ ਜੀ। ਜਦੋਂ ਮੈਨੋਪੌਜ਼ ਆਉਂਦਾ ਜੀ, ਫਿਰ ਹੋਰ ਜਿਹੜੀਆਂ ਪ੍ਰੋਬਲਮਸ ਨੇ, ਜਿਹੜੀਆਂ ਮੈਂ ਬਹੁਤ ਜ਼ਿਆਦਾ ਡਿਸਕਸ ਕਰਨੀਆਂ ਚਾਹਾਂਗਾ, ਜਿਹਨੂੰ ਅਸੀਂ ਸਟ੍ਰੈਸ ਇਨਕੰਟੀਨੈਂਸ, ਅਰਜੈਂਟ ਇਨਕੰਟੀਨੈਂਸ ਤੇ ਰੀਅਕਰੈਂਟ ਯੂਰੋਨੋਜੇਨਾਈਟਲ ਇਨਫੈਕਸ਼ਨਸ। ਸਟ੍ਰੈਸ ਇਨਕੰਟੀਨੈਂਸ ਤੇ ਅਰਜੈਂਟ ਇਨਕੰਟੀਨੈਂਸ ਉਹ ਹੈ ਜੀ ਜਦੋਂ ਇੱਕ ਲੇਡੀ ਆਪਣਾ ਯੂਰਨ ਜਿਹੜਾ ਉਹ ਰੋਕ ਨਹੀਂ ਪਾਉਂਦੀ, ਜਰਾ ਕੋ ਹੱਸੀ, ਜਰਾ ਕੋ ਪੌੜੀਆਂ ਚੜੀ, ਜਰਾ ਕੋ ਐਕਸਰਸਾਈਜ਼ ਕੀਤੀ, ਉਹਨੂੰ ਲੱਗਦਾ ਵੀ ਮੇਰੇ ਤੁਪਕੇ ਡਿੱਗ ਰਹੇ ਨੇ। ਇਹ ਹੋ ਗਈਆਂ ਸੈਕੰਡਰੀ ਪ੍ਰੋਬਲਮਸ ਮੈਨੋਪੌਜ਼। ਪੋਸਟ ਮੈਨੋਪੌਜ਼ਲ ਲੌਂਗ ਟਰਮ ਜਿਹੜੀਆਂ ਪ੍ਰੋਬਲਮ ਆਉਂਦੀ ਹੈ ਜੀ, ਉਹ ਫਿਰ ਓਸਟੀਓਪੋਰੋਸਿਸ ਪ੍ਰੋਬਲਮਸ ਨੇ, ਬ੍ਰਿਟਲਿੰਗ ਆਫ ਬੋਨ ਹੈਗੀ ਹੈ, ਜਰਾ ਕੁ ਝਟਕੇ ਦੇ ਨਾਲ ਬੋਨ ਟੁੱਟਣੀ। ਆਮ ਤੌਰ ਤੇ ਤੁਸੀਂ ਆਪਣੇ ਘਰਾਂ ਦੇ ਵਿੱਚ ਦੇਖਿਆ ਹੋਏਗਾ, ਬਜ਼ੁਰਗਾਂ ਦੇ ਬਾਰੇ ਸੁਣਿਆ ਹੋਏਗਾ, ਯਾਰ ਪੀੜੀ ਤੇ ਬੈਠੇ ਸੀ ਬੀਜੀ, ਜਰਾ ਕੋ ਪੀੜੀ ਤੋਂ ਹੀ ਜ਼ਮੀਨ ਦੇ ਨਾਲ ਇੰਨੀ ਉੱਚੀ ਪੀੜੀ ਸੀਗੀ, ਉੱਥੋਂ ਡਿੱਗੇ ਨੇ ਤੇ ਹਿਪ ਫ੍ਰੈਕਚਰ ਹੋ ਗਿਆ, ਕੂਣੀ ਦਾ ਫ੍ਰੈਕਚਰ ਹੋ ਗਿਆ। ਕਿਉਂ ਹੋਇਆ? ਇਹਦੇ ਅੰਡਰਲਾਈਨ ਕਾਜ਼ ਨੇ ਜੀ। ਉਹ ਕਾਜ਼ ਉੱਥੋਂ ਹੀ ਸ਼ੁਰੂ ਹੁੰਦੇ ਨੇ ਮੈਨੋਪੌਜ਼ ਦੇ ਵਿੱਚੋਂ, ਈਸਟ੍ਰੋਜਨ ਡੈਫੀਸ਼ੀਐਂਸੀ ਦੇ ਵਿੱਚੋਂ। ਹੁਣ ਅੱਗੇ ਜਾ ਕੇ ਆਪਾਂ, ਮੇਰੀ ਕੋਸ਼ਿਸ਼ ਇਹ ਹੋਏਗੀ ਵੀ ਜਿਹੜੇ ਸਿੰਪਟਮਸ ਨੇ, ਜੇ ਤੁਸੀਂ ਅਲਾਓ ਕਰੋ ਤਾਂ ਮੈਂ ਰਿਲੇਟ ਕਰਕੇ ਵੀ ਸੋਸ਼ਲ ਸਰਕਲ ਦੇ ਵਿੱਚ ਕਿਵੇਂ ਇੰਪੈਕਟ ਪਾ। ਮੈਂ ਸਿੰਪਟਮਸ ਤੋਂ ਜਾਣ ਤੋਂ ਪਹਿਲਾਂ ਮੈਂ ਇਹ ਜ਼ਰੂਰ ਜਾਣਕਾਰੀ ਲਵਾਂਗਾ, ਕਿਉਂਕਿ ਇਹ ਤੁਸੀਂ ਜੋ ਦੱਸ ਰਹੇ ਹੋ ਦਰਸ਼ਕੋ, ਇਹ ਬੜੀ ਹੀ ਡੂੰਘੀ ਜਾਣਕਾਰੀ ਦੇ ਰਹੇ ਨੇ। ਮੈਂ ਤਾਂ ਬਿਲਕੁਲ ਹੀ ਸਵਾਲ ਆ ਮੇਰੇ ਮੁੱਕ ਗਏ ਤੁਹਾਡੇ ਸਾਰੇ ਇਸ ਟੌਪਿਕ ਦੇ ਉੱਤੇ ਕਿ ਤੁਸੀਂ ਇੰਨੀ ਡਿਟੇਲਸ ਦੱਸ ਰਹੇ ਹੋ। ਸਾਨੂੰ ਤਾਂ ਇਹਦੇ ਬਾਰੇ ਕੋਈ ਇਲਮ ਹੀ ਹੈ ਨਹੀਂ, ਸਾਨੂੰ ਕੋਈ ਨੌਲੇਜ ਹੀ ਹੈ ਨਹੀਂ ਕਿ ਇਹ ਦੂਜੇ ਕੀ ਇਸ ਤਰੀਕੇ ਦੇ ਨਾਲ ਜਿਹੜੀ ਆਪਣੀਆਂ ਸਾਡੀਆਂ ਮਾਤਾਵਾਂ ਭੈਣਾਂ ਸਾਡੇ ਨਾਲ ਰਹਿੰਦੀਆਂ ਘਰਾਂ ਦੇ ਵਿੱਚ, ਉਹਨਾਂ ਦੀ ਜਿਹੜੀ ਬਾਡੀ ਦੇ ਵਿੱਚ ਜਿਹੜੀਆਂ ਚੇਂਜਸ ਆਉਂਦੀਆਂ ਨੇ, ਉਹਨਾਂ ਦੇ ਵਿੱਚ ਉਹਨਾਂ ਦੇ ਬਿਹੇਵੀਅਰ ਦੇ ਉੱਤੇ ਚੇਂਜਸ ਆਉਂਦੀਆਂ ਨੇ, ਉਹਨਾਂ ਦੀ ਸਾਈਕੀ ਚੇਂਜ ਹੋ ਜਾਂਦੀ ਹੈਗੀ ਆ, ਉਹਨਾਂ ਦਾ ਵੇ ਆਫ ਥਿੰਕਿੰਗ ਚੇਂਜ ਹੋ ਜਾਂਦਾ ਹੈਗਾ। ਔਰ ਅਸੀਂ ਸਮਝਦੇ ਹਾਂ ਵੀ ਇਹਨਾਂ ਦੇ ਵਿੱਚ ਕੋਈ ਪਤਾ ਨਹੀਂ ਕਰੇ ਕੋਈ ਇਹਨਾਂ ਨੂੰ ਬਿਮਾਰੀ ਲੱਗ ਗਈ ਹੈ। ਅੱਗੇ ਤਾਂ ਬੜੀ ਸੋਹਣੀਆਂ ਨਾਰਮਲ ਹੁੰਦੀਆਂ ਸੀ, ਪਰ ਕਿਉਂਕਿ ਇਹ ਜਿਹੜਾ ਅਸੀਂ ਟੌਪਿਕ ਲੈ ਕੇ ਤੁਰੇ ਹਾਂ, ਸਾਡੀ ਜ਼ਿੰਦਗੀ ਦੇ ਉੱਤੇ ਸਿੱਧੇ ਜਾਂ ਅਸਿੱਧੇ ਤੌਰ ਉੱਤੇ ਪ੍ਰਭਾਵ ਪਾਉਂਦਾ। ਸਾਰਿਆਂ ਦਫਾ ਪਾ ਰਿਹਾ ਜੀ। ਨੈਪੋਲੀਅਨ ਨੇ ਇੱਕ ਗੱਲ ਕਹੀ ਸੀਗੀ ਜੀ, ਗਿਵ ਮੀ ਦਾ ਗੁੱਡ ਮਦਰਸ, ਗਿਵ ਮੀ ਦਾ ਗੁੱਡ ਸਿਸਟਰਸ, ਆਲ ਗਿਵ ਯੂ ਦਾ ਗੁੱਡ ਨੇਸ਼ਨਸ, ਆਲ ਗਿਵ ਯੂ ਦਾ ਗੁੱਡ ਕੰਟਰੀਜ਼। ਕਿਉਂ ਕਹੀ ਸੀ? ਮੈਂ ਕਿਤੇ ਪੜ੍ਹਦਾ ਪਿਆ ਸੀ ਜੀ ਵੀ ਜਿਹੜੀ ਲੇਡੀ ਹੈ ਉਹਦੇ ਚ ਭਾਵੁਕਤਾ ਬਹੁਤ ਹੈ, ਹਾਂ, ਬੰਦੇ ਚ ਭੌਤਿਕਤਾ ਹੈ, ਫਿਜ਼ਿਕਸ ਕੈਮਿਸਟਰੀ ਬੰਦੇ ਚ ਹੈ ਜੀ। ਤੁਸੀਂ ਸ਼ਾਇਦ ਬਚਪਨ ਦੇ ਵਿੱਚ ਜੇ ਆਪਣਾ ਟਾਈਮ ਯਾਦ ਕਰੋ ਤੇ ਆਪਣੇ ਫਾਦਰ ਸਾਹਿਬ ਨਾਲ ਮੇਲੇ ਗਏ ਹੋਗੇ ਤੇ ਤੁਹਾਨੂੰ ਉਹਨਾਂ ਨੇ ਟਰੈਕਟਰ ਲੈ ਕੇ ਦਿੱਤਾ ਹੋਏਗਾ, खिलौना, कोई खिलौना लेके देता बचपन याद करवा नहीं, क्यों नहीं, ये दौलत भी ले लो, ये शौहरत भी ले लो, है भले छीन लो मुझसे मेरी जवानी, बचपन तो नहीं जी छड्या जा सकता। ते शाम तक तुसी वो ट्रैक्टर दे टायर उधर करते होने ने ते सीट उधर करती होनी है। मतलब बंदे दे विच तोड़पन ज्यादा, इसे करके दुनिया दे विच जिन्नी रिसर्च होई है, जिन्नी मतलब साइंटिफिक डेवलपमेंट होईयां ने,
ਉਹਦੇ 'ਚ ਰੋਲ ਵਾਈਜ਼ ਪਰਸੈਂਟੇਜ ਵਾਈਜ਼ ਦੇਖਿਆ ਜਾਵੇ ਤਾਂ ਬੰਦੇ ਦਾ ਬਹੁਤ ਵੱਡਾ ਰੋਲ ਹੈ। ਪਰ ਜੇ ਅਸੀਂ ਭਾਵੁਕਤਾ ਦੀ ਗੱਲ ਕਰੀਏ, ਜਿਹਦੀ ਅਸੀਂ ਲੇਡੀਜ਼ ਦੀ ਗੱਲ ਕਰ ਰਹੇ ਹੈਗੇ, ਮੈਂ ਕਹਿੰਦਾ ਜੇ ਲੇਡੀ ਦੇ ਵਿੱਚ ਭਾਵੁਕਤਾ, ਸੋਸ਼ਲਿਜ਼ਮ ਜਿੰਨਾ ਹੈ ਉਹ ਜਨਾਨੀ ਦੇ ਸਿਰ ਤੇ ਚੱਲ ਰਿਹਾ। ਛੋਟੀ ਜਿਹੀ ਮੈਂ ਐਗਜ਼ਾਮਪਲ ਦੇ ਦਾਂਗਾ। ਤੁਹਾਡੇ ਘਰ ਦੇ ਵਿੱਚ ਗੈਸਟ ਆਣੇ ਨੇ ਜੀ, ਤੁਸੀਂ ਕਹਿੰਦੇ ਹੋ ਆਪਣੀ ਵਾਈਫ ਨੂੰ, ਭਾਗਵਾਨ ਨੇ ਅੱਜ ਨਾ ਫਲਾਣੇ ਆ ਰਹੇ ਨੇ, ਡੂ ਯੂ ਥਿੰਕ ਵੀ ਜੇ ਉਹ ਮੂਡ 'ਚ ਨਹੀਂ ਹੈਗੇ, ਉਹ ਸੋਸ਼ਲਿਜ਼ਮ 'ਚ ਬਿਲੀਵ ਨਹੀਂ ਕਰਦੇ, ਤਾਂ ਤੁਸੀਂ ਤੁਹਾਡੇ ਦੋਸਤ ਜਾਂ ਤੁਹਾਡੇ ਰਿਲੇਟਿਵ ਘਰ ਆ ਜਾਣਗੇ? ਤੁਹਾਡੇ ਇੱਕ ਵਾਰੀ ਆ ਜਾਣਗੇ, ਦੂਜੀ ਵਾਰੀ ਸ਼ਾਇਦ ਨਹੀਂ ਆਉਣਗੇ, ਜੇ ਉਹਨੇ ਮੂੰਹ ਬਿਹੇਵੀਅਰ ਉਹ ਜਿਹਾ ਬਣਾਇਆ ਹੈ। ਜਿੰਨਾ ਉਹ ਬਚਪਨ ਦੇ ਵਿੱਚ ਤੁਸੀਂ ਆਪਣੀ ਬੇਟੀ ਨੂੰ ਜਾਂ ਪਿੰਡਾਂ ਦੇ ਵਿੱਚ ਭੈਣਾਂ ਨੂੰ ਗੁੱਡੀ ਲੈ ਕੇ ਦਿੱਤੀ ਹੋਏਗੀ, ਤੇ ਤੁਸੀਂ ਦੇਖਿਆ ਹੋਏਗਾ ਉਹ ਸ਼ਾਮ ਤੱਕ ਉਹਦੀਆਂ ਛੋਟੇ ਛੋਟੇ ਕੱਪੜੇ ਸੀਂਦੀ ਹੁੰਦੀ ਸੀ, ਉਹਨੂੰ ਸਵਾਰਦੀ ਹੁੰਦੀ ਸੀਗੀ। ਕੀ ਕਰ ਰਹੀ ਸੀ? ਜੋੜ ਰਹੀ ਸੀ। ਸੋ ਜਿੰਨਾ ਵੀ ਦੁਨੀਆ ਦੇ ਵਿੱਚ ਜੋੜ ਹੈ, ਰਿਸ਼ਤੇਦਾਰੀਆਂ ਨੇ, ਉਹ ਭੈਣਾਂ ਦੇ ਮਾਤਾਵਾਂ ਦੇ ਸਿਰ ਤੇ ਚੱਲਦੀ ਹੈ। ਪਰ ਜੇ ਸਡਨਲੀ ਹਾਰਮੋਨ ਚੇਂਜਸ ਕਰਕੇ ਭਾਵੁਕਤਾ ਜਿਹੜੀ ਉਹ ਵਿਗੜ ਜਾਵੇ ਤੇ ਕੀ ਹੋਏਗਾ? ਜੇ ਮਤਲਬ ਪਲੇਟਫਾਰਮ ਹੋਇਆ ਕੀ ਹੈ, ਵਰਲਡ ਛੋਟਾ ਹੋ ਗਿਆ। ਜਿਵੇਂ ਤੁਸੀਂ ਅੱਗੇ ਕਾਰਨ ਪੁੱਛੇ ਕਿਉਂ ਡਿਸਕਸ ਹੋ ਰਹੀ ਹੈ, ਵਰਲਡ ਛੋਟਾ ਹੋ ਗਿਆ, ਨਿਊਕਲੀਅਰ ਫੈਮਲੀਆਂ ਜਿਹੜੀਆਂ ਨੇ ਉਹ ਜ਼ਿਆਦਾ ਬਣ ਗਈਆਂ, ਜੁਆਇੰਟ ਫੈਮਲੀਆਂ ਟੁੱਟ ਗਈਆਂ। ਅੱਗੇ ਵੀ ਇਹ ਪ੍ਰੋਬਲਮਸ ਆਉਂਦੀਆਂ ਸੀਗੀਆਂ। ਜਿਹੜੀ ਮਾਤਾ ਹੁੰਦੀ ਸੀਗੀ ਜਾਂ ਜਿਹੜੀ ਨੂੰਹ ਹੁੰਦੀ ਸੀ, ਜਦੋਂ ਉਹਨੂੰ ਸਿੰਪਟਮ ਆਉਣੇ ਸ਼ੁਰੂ ਹੁੰਦੇ ਸੀ, ਉਹ ਆਪਣੀ ਸੱਸ ਨਾਲ ਗੱਲ ਕਰਦੀ ਸੀ ਵੀ ਬੀਜੀ ਮੈਨੂੰ ਆ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ, ਵੀ ਸਡਨ ਮੈਨੂੰ ਨੀਂਦ ਨਹੀਂ ਆਉਂਦੀ, ਪਸੀਨੇ ਜਾ ਜਾਂਦੇ ਰਾਤ ਨੂੰ, ਡਿਸਟਰਬ ਪੈਟਰਨ ਹੋ ਗਿਆ ਮੇਰਾ। ਤੇ ਸਾਸੂ ਇਹ ਮਾਂ ਕਹਿੰਦੀ ਸੀਗੀ ਧੀਏ ਕੁਛ ਨਹੀਂ, ਮੈਂ ਵੀ ਇਸ ਸਟੇਜ ਚੋਂ ਲੰਘੀ ਹਾਂ। ਜਦੋਂ ਮਾਤਾ ਇਹ ਕਹਿੰਦੀ ਸੀ ਮੈਂ ਵੀ ਇਸ ਸਟੇਜ ਚੋਂ ਲੰਘੀ ਹਾਂ, ਇਹ ਹੁੰਦਾ ਤੇ ਨੂੰਹ ਨੂੰ ਜਿਹੜੀ ਬਜ਼ੁਰਗ ਹੋ ਰਹੀ ਹੈ, ਬਜ਼ੁਰਗੀ ਵੱਲ ਪੈਰ ਰੱਖ ਰਹੀ ਹੈ, ਉਹਨੂੰ ਹੌਸਲਾ ਮਿਲਦਾ ਸੀ ਵੀ ਕੋਈ ਪ੍ਰੋਬਲਮ ਹੈ। ਪਹਿਲਾਂ ਕਿਹਾ ਇਟਸ ਨਾਟ ਏ ਡਿਜ਼ੀਜ਼, ਇਟਸ ਏ ਕੰਡੀਸ਼ਨ। ਅੱਛਾ, ਹਾਂ, ਕਿਉਂਕਿ ਉਹ ਮਹਿਸੂਸ ਲੱਗ ਪੈਂਦੀਆਂ ਹੋਣੀਆਂ ਕੱਲ ਵੀ ਮੈਨੂੰ ਸ਼ਾਇਦ ਕੋਈ ਬਿਮਾਰੀ। ਹਾਂ, ਪਰ ਮਾਤਾ ਇਹ ਕਹਿੰਦੀ ਸੀ ਨਹੀਂ ਇਹ ਸਾਰਿਆਂ ਨਾਲ ਹੁੰਦਾ। ਪਰ ਹੁਣ ਕੀ ਹੋਇਆ, ਅਸੀਂ ਨਿਊਕਲੀਅਰ ਫੈਮਲੀਆਂ 'ਚ ਆ ਗਏ। ਹਾਂ, ਉੱਥੇ ਉਹੀ ਹਸਬੈਂਡ ਹੈ, ਉਹੀ ਵਾਈਫ ਹੈ, ਉਹੀ ਇੱਕ ਦੋ ਬੱਚੇ ਨੇ। ਹੋਏਗਾ ਕੀ? ਤੁਸੀਂ ਘਰ ਆਏ, ਤੁਸੀਂ ਕੰਮ ਤੋਂ ਘਰ ਆਏ ਤੇ ਤੁਹਾਡੇ ਨਾਲ ਡਿਸਕਸ਼ਨ ਕੀਤੀ, ਇੱਕ ਵਾਰੀ, ਦੋ ਵਾਰੀ, ਚਾਰ ਵਾਰੀ, ਮਹੀਨਾ, ਤੁਸੀਂ ਫਿਰ ਕਹੋਗੇ ਯਾਰ ਮੈਂ ਜਦੋਂ ਵੀ ਤੇਰੇ ਕੋਲ ਬੈਠਣਾ, ਸਾਨੂੰ ਇਹਦੇ ਬਾਰੇ ਨੌਲੇਜ ਹੀ ਕੋਈ ਨਹੀਂ ਹੈਗੀ, ਸਾਡਾ ਡਿਸਕਸ ਤੁਹਾਨੂੰ ਇਸ ਬਾਰੇ ਪਤਾ ਨਹੀਂ ਹੈਗਾ। ਤੁਸੀਂ ਫਿਰ ਕਿਤੇ ਨਾ ਕਿਤੇ ਕਾਲੇ ਪੈਣ ਲੱਗ ਜਾਓਗੇ। ਜਦੋਂ ਕਾਲੇ ਪੈਣ ਲੱਗ ਜਾਓਗੇ, ਫਿਰ ਕਿਤੇ ਨਾ ਕਿਤੇ ਬਫਰ ਜ਼ੋਨ ਆ ਜਾਏਗਾ, ਤੁਸੀਂ ਲੜ ਵੀ ਪਾਓਗੇ। ਇੱਕ ਵਾਰੀ ਲੜੋਗੇ, ਦੋ ਵਾਰੀ ਲੜੋਗੇ, ਚਾਰ ਵਾਰੀ ਲੜੋਗੇ, ਫਿਰ ਕਿਤੇ ਨਾ ਕਿਤੇ ਰਿਲੇਸ਼ਨ ਕਰੈਕਸ ਹੋਣੇ ਸ਼ੁਰੂ ਹੋ ਜਾਂਦੇ ਨੇ। ਔਰ ਸ਼ਾਇਦ ਇਸ ਏਜ ਦੇ ਵਿੱਚ ਜਿਹੜੇ ਡਿਵੋਰਸ ਕੇਸਿਸ ਹੋ ਰਹੇ ਨੇ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਹਿਡਨ ਕਾਰਨ ਜਿਹੜੇ ਨੇ ਇਹ ਵੀ ਨੇ। ਬੱਚੇ ਜਿਹੜੇ ਨੇ ਤੁਹਾਡੇ ਤੋਂ ਦੂਰ ਹੋਣੇ ਸ਼ੁਰੂ ਹੋ ਜਾਣਗੇ। ਬੱਚੇ ਕਹਿਣਗੇ ਯਾਰ ਜਦੋਂ ਵੀ ਇਹਨਾਂ ਕੋਲ ਬੈਠਦੇ ਆ, ਮੰਮੀ ਕੋਲ ਬੈਠਦੇ ਆ, ਮੰਮੀ ਗੋਡੇ ਹੀ ਦੱਬੀ ਜਾਂਦੀ ਹੈ। ਜਦੋਂ ਆਓ ਇਹਨਾਂ ਨੇ ਸਾਡੀ ਤਾਂ ਕੋਈ ਗੱਲ ਚੱਜ ਦੀ ਕਰਨੀ ਹੈ, ਆਪਣੀ ਬਿਮਾਰੀਆਂ ਗਣਾਈ ਜਾਂਦੇ ਨੇ। ਪਰ ਸਾਨੂੰ ਇਹ ਨਹੀਂ ਪਤਾ ਵੀ ਅੰਦਰ ਜਿਹੜੀ ਸਾਡੀ ਫਿਜ਼ੀਓਕੈਮਿਸਟਰੀ ਹੈ, ਜਿਹੜਾ ਸਾਡੀ ਐਨਾਟਮੀ ਹੈ, ਉਹ ਚੇਂਜ ਹੋਈ ਹੈ ਸਾਡੀ ਮੰਮੀ ਦੀ। ਜਿਹੜੀ ਮੰਮੀ ਅੱਗੇ ਭੱਜ ਕੇ ਸਾਨੂੰ ਸਕੂਲ ਛੱਡਣ ਜਾਂਦੀ ਸੀ, ਲੈਣ ਆਉਂਦੀ ਸੀ, ਸਾਡੇ ਕੱਪੜੇ ਪ੍ਰੈਸ ਕਰਦੀ ਸੀ, ਰੋਟੀ ਬਣਾਉਂਦੀ ਸੀ, ਹੁਣ ਉਹ ਕਹਿੰਦੀ ਵੀ ਯਾਰ ਮੈਂ ਇੱਕ ਵਾਰੀ ਰੋਟੀ ਬਣਾ ਸਕਦੀ ਹਾਂ, ਉਦੋਂ ਖਾਣੀ ਖਾ ਲਓ, ਉਸ ਤੋਂ ਬਾਅਦ ਨਾ ਮੈਨੂੰ ਉਠਾਇਆ ਜੇ। ਇਹ ਸਾਡੇ ਘਰਾਂ 'ਚ ਹੋ ਰਿਹਾ, ਮੈਂ ਵੀ ਖੁਦ ਦੇਖਦਾ। ਮੇਰੇ ਦੋ ਬੇਟੇ ਨੇ ਜੀ, ਤੇ ਮੈਂ ਆਪਣੀ ਵਾਈਫ ਨੂੰ ਦੇਖ ਰਿਹਾ ਹੈਗਾ। ਉਹਦੇ 'ਚ ਪ੍ਰੋਬਲਮ ਨਹੀਂ, ਵਿਦ ਦ ਐਡਵਾਂਸਮੈਂਟ ਆਫ ਏਜ ਚੇਂਜਸ ਆਉਣੀਆਂ ਹੀ ਆਉਣੀਆਂ ਨੇ। ਜਾਂ ਮੈਂ ਸੋਸ਼ਲਿਜ਼ਮ ਦੀ ਵੀ ਤੁਹਾਨੂੰ ਐਗਜ਼ਾਮਪਲ ਦਿੱਤੀ। ਜਾਂ ਦੂਜੇ ਪਾਸੇ ਇਹ ਦੇਖੀਏ ਵੀ ਜਿਹੜੀਆਂ ਸਾਡੀਆਂ ਵਾਈਫਸ ਨੇ, ਉਹ ਸਾਡੇ ਨਾਲ ਕਦਮ ਮਿਲਾ ਕੇ ਜਿਹੜੀਆਂ ਸਾਡੀਆਂ ਫਾਈਨੈਂਸ਼ੀਅਲ ਕੰਟਰੀਬਿਊਸ਼ਨਸ ਨੇ ਉਹਦੇ 'ਚ ਪਾਰਟਿਸਿਪੇਟ ਕਰ ਰਹੀਆਂ ਨੇ। ਹੁਣ ਮੈਂ ਇੱਕ ਐਗਜ਼ਾਮਪਲ ਦਿੰਦਾ ਜੀ, ਵੀ ਸਪੋਜ਼ ਕਰੋ ਇੱਕ ਲੇਡੀ ਜਿਹੜੀ ਹੈਗੀ ਹੈ, ਉਹ ਕਸਟਮਰ ਸਰਵਿਸ ਦੀ ਕੋਈ ਜੌਬ ਕਰ ਰਹੀ ਹੈ, ਬੈਂਕ ਦੀ ਕੋਈ ਜੌਬ ਕਰ ਰਹੀ ਹੈ, ਟੈਲਰ ਦੀ ਜੌਬ ਹੈ। ਹਾਂਜੀ ਹਾਂਜੀ, ਬਹੁਤ ਸਾਰੇ ਹੈਗੇ। ਪਰ ਬਿਕੋਜ਼ ਆਫ ਮੈਨੋਪੌਜ਼ ਰਾਤ ਨੂੰ ਸੁੱਤੀ ਨਹੀਂ ਪ੍ਰੋਪਰ, ਜਾਂ ਉਹਦੇ 'ਚ ਐਂਜ਼ਾਈਟੀ ਹੈ ਬਿਹੇਵੀਅਰ ਦੇ ਵਿੱਚ, ਜਾਂ ਉਹ ਡਿਪਰੈਸਿਵ ਮੂਡ ਦੇ ਵਿੱਚ ਹੈ, ਤੇ ਅਗਲੇ ਦਿਨ ਉਹਨੇ ਜਾ ਕੇ ਕਸਟਮਰ ਸਰਵਿਸ ਤੇ ਖੜਨਾ। ਡੂ ਯੂ ਥਿੰਕ ਉਹਦੀ ਜਿਹੜੀ ਸਮਾਈਲ ਹੈ, ਜਾਂ ਜਿਹੜਾ ਉਹਦਾ ਵੇ ਆਫ ਮੇਕਿੰਗ ਦਾ ਵੈਲਕਮ ਟੂ ਦਾ ਕਸਟਮਰ, ਦੈਟ ਵਿਲ ਬੀ ਮੈਚਿੰਗ? ਕਿਉਂਕਿ ਉਹ ਮੈਨੋਪੌਜ਼ ਕਰਕੇ ਉਹਦੇ ਲੈਵਲਸ ਘਟੇ ਵਧੇ ਹੋਏ ਨੇ। ਇਹਦਾ ਮਤਲਬ ਉਹਦਾ ਇੰਪੈਕਟ ਉਹਦੇ ਪ੍ਰੋਫੈਸ਼ਨਲ ਲਾਈਫ ਤੇ ਵੀ ਪੈ ਰਿਹਾ। ਜਾਂ ਉਹ ਜਦੋਂ ਆਪਣੇ ਫਰੈਂਡਲੀ ਸਰਕਲ 'ਚ ਬੈਠਦੀ ਹੈਗੀ ਹੈ ਤੇ ਉੱਥੇ ਗੱਲਾਂ ਕਰਦੀਆਂ, ਉਹਦੀਆਂ ਸਹੇਲੀਆਂ ਨੂੰ ਦੱਸਦੀਆਂ ਨੇ ਨਹੀਂ ਸਾਡੇ ਨਾਲ ਵੀ ਇਹੀ ਕੁਝ ਹੋ ਰਿਹਾ। ਇਹਦਾ ਮਤਲਬ ਉਹਨੂੰ ਹੌਸਲਾ ਮਿਲਦਾ, ਨਹੀਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜੀ, ਇਹ ਮੇਰੀਆਂ ਸਹੇਲੀਆਂ ਨਾਲ ਵੀ ਹੋ ਰਹੀ ਹੈ। ਇਹ ਤਾਂ ਬਹੁਤ ਹੀ ਅਹਿਮ ਟੌਪਿਕ ਹੈਗਾ ਜਿਹਦੇ ਉੱਤੇ ਅਸੀਂ ਡਿਸਕਸ ਕਰ ਰਹੇ ਹਾਂ। ਤੁਸੀਂ ਮੈਨੂੰ ਜਦੋਂ ਟੌਪਿਕ ਬਾਰੇ ਪਹਿਲਾਂ ਡਿਸਕਸ ਕੀਤਾ ਕਿ ਅਸੀਂ ਇਹਨੂੰ ਪ੍ਰੋਗਰਾਮ ਨੂੰ ਰਿਕਾਰਡਿੰਗ ਕਰਕੇ ਏਅਰ ਕਰਾਂਗੇ, ਤਾਂ ਮੈਨੂੰ ਵੀ ਥੋੜਾ ਜਿਹਾ ਪਹਿਲਾਂ ਆਉਟ ਜਿਹਾ ਲੱਗਾ ਕਿ ਯਾਰ ਇਸ ਟੌਪਿਕ ਬਾਰੇ ਤੇ ਮੈਂ ਕਦੀ ਕਿਸੇ ਵੀ ਪ੍ਰੋਗਰਾਮ ਉੱਤੇ ਇੰਨਾ ਜ਼ਿਆਦਾ ਜਾਣਕਾਰੀ ਨਹੀਂ ਲਈ ਹੈਗੀ, ਔਰ ਤੁਸੀਂ ਇਹਦੇ ਉੱਤੇ ਡਿਸਕਸ ਕਰਨੀ ਚਾਹੁੰਦੇ ਆ। ਫਿਰ ਕਿਉਂਕਿ ਨਿੱਪੀ ਹੁਣਾਂ ਨੇ ਮੈਨੂੰ ਦੱਸਿਆ ਕਿ ਇਹਨਾਂ ਦਾ ਇਹ ਜਿਹੜਾ ਫੀਲਡ ਰਿਹਾ ਹੈਗਾ, ਸਪੈਸ਼ਲਾਈਜ਼ ਰਿਹਾ ਹੈਗਾ, ਤੇ ਮੇਰਾ ਵੀ ਹੌਸਲਾ ਵਧਿਆ ਕਿ ਬਿਲਕੁਲ ਇਹਨੂੰ ਅਸੀਂ ਏਅਰ ਕਰਾਂਗੇ, ਕਿਉਂਕਿ ਇਹਦੇ ਉੱਤੇ ਸਾਡਾ ਸਿੱਧਾ ਪ੍ਰਭਾਵ ਪੈਂਦਾ ਹੈਗਾ ਸਾਡੀਆਂ ਆਪਣੀਆਂ ਜ਼ਿੰਦਗੀਆਂ ਦੇ ਉੱਤੇ, ਔਰ ਸਾਨੂੰ ਇਹਦੇ ਬਾਰੇ ਜਾਣਕਾਰੀ ਰੱਖਣਾ ਬਹੁਤ ਹੀ ਜ਼ਰੂਰੀ ਆ। ਇਹਦੇ ਬਾਰੇ ਅਸੀਂ ਨਿੱਪੀ ਜੀ ਤੋਂ ਅਗਲੀ ਜਾਣਕਾਰੀ ਲੈਂਦੇ ਹੋਏ ਵੀ ਪੁੱਛਾਂਗੇ ਕਿ ਇਹਦੇ
ਇਹ ਜਿਹੜੇ ਟ੍ਰੀਟਮੈਂਟਸ ਕੀ ਹੈਗੇ ਨੇ, ਜਾਂ ਇਹਨਾਂ ਨੂੰ ਕਿਵੇਂ ਅਸੀਂ ਕੋਪ ਕਰਨਾ ਹੈਗਾ, ਕਿਵੇਂ ਇਹਨਾਂ ਨੂੰ ਹੈਂਡਲ ਕਰਨਾ ਹੈਗਾ, ਕਿਵੇਂ ਅਸੀਂ ਆਪਣੇ ਆਪ ਨੂੰ ਵੀ ਤਿਆਰ ਕਰਨਾ ਹੈਗਾ, ਔਰ ਆਪਣੀਆਂ ਮਾਤਾ ਭੈਣਾਂ ਜਿਹੜੀਆਂ ਜੇ ਪ੍ਰੋਗਰਾਮ ਨੂੰ ਦੇਖ ਰਹੀਆਂ ਹੈਗੀਆਂ ਉਹਨਾਂ ਨੇ ਆਪਣੇ ਆਪ ਨੂੰ ਕਿਵੇਂ ਰੈਡੀ ਕਰਨਾ ਹੈਗਾ, ਕਿਉਂਕਿ ਇਹ ਤਾਂ ਜ਼ਿੰਦਗੀ ਦਾ ਫੇਜ਼ ਆ ਜਿਹੜਾ ਹਰ ਕਿਤੇ ਆਉਣਾ ਹੈਗਾ। ਏਜ ਫੈਕਟਰ ਆ, ਹਾਰਮੋਨਿਕ ਚੇਂਜਸ ਹੈਗੀਆਂ, ਇਹਨੂੰ ਕੋਈ ਨਹੀਂ ਰੋਕ ਸਕਦਾ। ਔਰ ਇਹਦੇ ਬਾਰੇ ਅਸੀਂ ਅਗਲੇ ਬ੍ਰੇਕ ਤੋਂ ਬਾਅਦ ਨਿੱਪੀ ਜੀ ਤੋਂ ਇਹ ਗੱਲ ਜ਼ਰੂਰ ਪੁੱਛਾਂਗੇ ਕਿ ਇਹਦੇ ਹੁਣ ਜਿਹੜੀ ਅਸੀਂ ਕਾਰਨ ਜਾਂ ਇਹਦੇ ਦੂਜਾ ਕਿ ਇਹ ਹੁੰਦਾ ਕੀ ਹੈ, ਇਹਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਆ। ਉਹ ਸਾਨੂੰ ਅੱਗੇ ਵੀ ਲੈ ਕੇ ਜਾਓ ਕਿ ਤੁਸੀਂ ਇਹਨੂੰ ਅਸੀਂ ਕਿਵੇਂ ਹੈਂਡਲ ਕਰਨਾ, ਇਹਦੇ ਕੀ ਟ੍ਰੀਟਮੈਂਟਸ ਹੈਗੇ ਨੇ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਸੀਂ ਤੁਹਾਡੇ ਨਾਲ ਜੁੜੇ ਰਹਾਂਗੇ। ਬ੍ਰੇਕ ਤੋਂ ਬਾਅਦ ਸਾਡੇ ਨਾਲ ਜੁੜਨ ਦਾ ਤੁਹਾਡਾ ਸਾਰਿਆਂ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਅਸੀਂ ਸਫਰ ਟੀਵੀ ਦੇ ਇਸ ਗੁਲਦਸਤੇ ਦੀ ਮਹਿਫਲ ਦੇ ਵਿੱਚ ਸਾਡੇ ਜਿਹੜੇ ਗੈਸਟ ਹੈਗੇ ਨੇ ਉਹ ਨਿੱਪੀ ਪੁਰੀ ਜੀ ਬਹੁਤ ਅਹਿਮ ਜਾਣਕਾਰੀ ਲੈ ਕੇ ਹਾਜ਼ਰ ਹੋਏ ਨੇ, ਜਿਹਨੂੰ ਅਸੀਂ ਮੋਨੋਪੌਜ਼ ਕਹਿੰਦੇ ਹੈਗੇ ਆ। ਮੈਨੋਪੌਜ਼ ਜਿਹੜੀ ਹੈਗੇ ਉਹ ਫੀਮੇਲਸ ਦੀ ਕੰਡੀਸ਼ਨਸ ਹੈਗੀਆਂ ਜਿਹੜੀਆਂ ਕਿ ਸਾਡੇ ਜ਼ਿੰਦਗੀ ਦੇ ਉੱਤੇ ਸਿੱਧੇ ਜਾਂ ਸਿੱਧੇ ਉੱਤੇ ਬਹੁਤ ਪ੍ਰਭਾਵ ਪਾਉਂਦੀਆਂ। ਮੈਂ ਬ੍ਰੇਕ ਤੋਂ ਪਹਿਲਾਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਇਹਨਾਂ ਦਾ ਜ਼ਰੂਰ ਇਹਨਾਂ ਦਾ ਟ੍ਰੀਟਮੈਂਟ, ਰੋਕਥਾਮ ਜਾਂ ਕਿਵੇਂ ਇਹਨਾਂ ਦੇ ਨਾਲ ਅਸੀਂ ਡੀਲ ਕਰਨਾ ਉਹ ਬਾਰੇ ਪੁੱਛਾਂਗੇ। ਪਰ ਉਸ ਤੋਂ ਪਹਿਲਾਂ ਕੁਝ ਕੁ ਸਿੰਪਟਮਸ ਨਿੱਪੀ ਜੀ ਨੇ ਮੈਨੂੰ ਬ੍ਰੇਕ ਦੇ ਦੌਰਾਨ ਦੱਸੇ ਹੈਗੇ ਆ ਕਿ ਉਹ ਜ਼ਰੂਰ ਡਿਸਕਸ ਕਰਨਾ ਚਾਹਣਗੇ ਕਿ ਬਿਫੋਰ ਉਹ ਸਾਨੂੰ ਇਹ ਦੱਸਣ ਕਿ ਇਹਨੂੰ ਅਸੀਂ ਕਿਵੇਂ ਡੀਲ ਕਰਨਾ ਹੈਗਾ। ਨਿੱਪੀ ਜੀ, ਉਹ ਕਿਹੜੇ ਸਿੰਪਟਮਸ ਹੈਗੇ ਜਿਹੜੇ ਤੁਸੀਂ ਡਿਸਕਸ ਕਰਨਾ ਚਾਹੁੰਦੇ ਸੀ? ਦੋ ਤਿੰਨ ਸਿੰਪਟਮਸ ਬਹੁਤ ਕਾਮਨ ਨੇ ਜੀ, ਔਰ ਬੜੇ ਡਾਇਰੈਕਟਲੀ ਰਿਸਪੌਂਸੀਬਲ ਨੇ ਸਾਡੀ ਲਾਈਫ, ਕੁਆਲਿਟੀ ਆਫ ਲਾਈਫ ਦੇ, ਲੇਡੀਜ਼ ਦੇ ਇੰਪੈਕਟ ਪਾਉਣ ਦੇ ਵਿੱਚ। ਉਹ ਸਿੰਪਟਮਸ ਇਹ ਨੇ ਜੀ, ਇੱਕ ਤਾਂ ਸਟ੍ਰੈਸ ਇਨਕੰਟੀਨੈਂਸ, ਅਰਜਨ ਕੰਟੀਨੈਂਸ ਤੇ ਰੀਅਕਰੈਂਟ ਯੂਰੋਨੋਜੇਨਾਈਟਲ ਇਨਫੈਕਸ਼ਨਸ। ਠੀਕ ਹੈ, ਬਾਰ-ਬਾਰ ਇਨਫੈਕਸ਼ਨ ਹੁੰਦੀ। ਤੁਹਾਡੇ ਕੋਲ ਮੈਡੀਕਲ ਦੀ ਬਹੁਤ ਸਾਰੀ ਵੋਕੈਬਲਰੀ ਹੈ, ਸਾਨੂੰ ਥੋੜਾ ਜਿਹਾ ਸਿੰਪਲੀਫਾਈ। ਮੈਂ ਉਸੇ ਜੀ ਯਾਦ ਆ ਗਿਆ ਮੈਨੂੰ, ਇੱਕ ਚੁਟਕਲਾ ਯਾਦ ਆ ਗਿਆ ਜੀ ਕਮਿਊਨੀਕੇਸ਼ਨ ਗੈਪ ਦੇ ਉੱਤੇ। ਵਾਈਫ ਫੋਨ ਕਰਦੀ ਹਸਬੈਂਡ ਨੂੰ, ਕਦੋਂ ਆ ਰਹੇ ਹੋ, ਲੇਟ ਹੋ ਗਏ ਹੋ। ਉਹ ਕਹਿੰਦਾ ਜਾਮ ਲੱਗਿਆ ਆ, ਤੇ ਵਾਈਫ ਕਹਿੰਦੀ ਫਿਰ ਕਦੋਂ ਤੱਕ ਆ ਜਾਓਗੇ, ਲੇਟ ਨਾ ਬਹੁਤਾ ਹੋ ਜਾਏ। ਕਹਿੰਦਾ ਹਾਲੇ ਤਾਂ ਇੱਕੋ ਹੀ ਜਾਮ ਲੱਗਿਆ। ਸੋ ਮੈਡੀਕਲ ਟਰਮਸ, ਤੁਸੀਂ ਮੈਡੀਕਲ ਟਰਮਸ ਵੀ ਅੰਡਰਸਟੈਂਡ ਕਿ ਤੁਹਾਨੂੰ ਬਹੁਤ ਸਾਰੀ ਇਹਦੇ ਬਾਰੇ ਜਾਣਕਾਰੀ ਹੈ। ਨਾ ਤੇ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਹੈ ਤੇ ਨਾ ਹੀ ਸਾਡੇ ਦਰਸ਼ਕਾਂ ਨੂੰ ਇਹਦੇ ਬਾਰੇ ਇੰਨਾ ਜ਼ਿਆਦਾ ਡਿਟੇਲਸ ਪਤਾ। ਜੋ ਤੁਸੀਂ ਬੋਲੋ ਇਹਨਾਂ ਨੂੰ ਥੋੜਾ ਜਿਹਾ ਜੋ ਉਹੀ ਮੈਂ ਹੁਣ ਐਕਸਪਲੇਨ ਕਰਨ ਲੱਗਾ। ਉਹਨਾਂ ਨੂੰ ਦੱਸੋ ਵੀ ਇਹ ਕੀ ਉਹ ਕਾਰਨ ਨੇ। ਸਟ੍ਰੈਸ ਇਨਕੰਟੀਨੈਂਸ ਤੇ ਅਰਜਨ ਇਨਕੰਟੀਨੈਂਸ ਉਹ ਦੋ ਸਿਚੁਏਸ਼ਨਸ ਨੇ ਜੀ ਜਿਹਦੇ ਵਿੱਚ ਲੇਡੀਜ਼ ਜਿਹੜੀ ਹੈਗੀ ਹੈ ਅਨਏਬਲ ਟੂ ਹੋਲਡ ਦਾ ਯੂਰਿਨ ਫॉर ਦਾ ਲੌਂਗਰ ਪੀਰੀਅਡ। When she is trying to cough, when she is trying to laugh, when she is trying to climb up the stairs and all that, when she is doing a little bit of exercise, she is feeling ਵੀ ਉਹਦਾ ਤੁਪਕੇ ਯੂਰਿਨ ਦੇ ਨਿਕਲ ਰਹੇ ਨੇ। ਪਰ ਇਹ ਤਾਂ ਮੋਨੋਪੌਜ਼ ਦੀ ਅਸੀਂ ਗੱਲ ਕਰ ਰਹੇ ਹਾਂ, ਮਤਲਬ ਫਰਟੀਲਿਟੀ ਦਾ ਰੁਕਣਾ ਜਾਂ ਉਹਦੇ ਬਾਰੇ ਗੱਲ ਕਰ ਰਹੇ ਹਾਂ। ਉਹਨਾਂ ਪਿਸ਼ਾਬ ਦਾ ਕੀ ਕੰਸਰਨ ਆ ਜੀ? ਜਿਹੜਾ ਈਸਟ੍ਰੋਜਨ ਹੈ ਜੀ ਸਿਰਫ ਫਰਟੀਲਿਟੀ ਦੇ ਵਾਸਤੇ ਰਿਸਪੌਂਸੀਬਲ ਨਹੀਂ ਹੈਗਾ। ਜਿਹੜਾ ਈਸਟ੍ਰੋਜਨ ਪ੍ਰੋਜੈਸਟਰੋਨ ਹਾਰਮੋਨਸ ਨੇ ਮਸਲ ਸਟਰੈਂਥਨਿੰਗ ਦੇ ਵਿੱਚ ਵੀ। ਅੱਛਾ, ਜਿਹੜਾ ਤੁਸੀਂ ਹਾਰਮੋਨਸ ਚੇਂਜ ਕਰਦੇ ਹੋ, ਹਾਰਮੋਨਾਂ ਦੀ ਦੂਜਾ ਕੀ ਉਹ ਘਟ ਜਾਂਦੇ ਜਦੋਂ ਘਟ ਗਏ ਮਸਲ ਵੀਕ ਹੋਣੇ ਸ਼ੁਰੂ ਹੋ ਜਾਂਦੇ ਨੇ। ਜਦੋਂ ਮਸਲ ਵੀਕ ਹੋਣੇ, ਸਾਡੇ ਪੈਲਵਿਕ ਫਲੋਰ ਮਸਲਸ ਜਿਹੜੇ ਨੇ ਇਹਨਾਂ ਤੇ ਵੀ ਉਹਨਾਂ ਦਾ ਇੰਪੈਕਟ ਪੈਂਦਾ, ਉਹ ਵੀ ਵੀਕ ਹੁੰਦੇ ਨੇ। ਜਦੋਂ ਵੀਕ ਹੁੰਦੇ ਨੇ, ਜਿਹੜਾ ਸਾਡਾ ਲੇਡੀਜ਼ ਦਾ ਬਲੈਡਰ ਦਾ ਨਿਕਾਸੀ ਰਸਤਾ ਜਿਹਨੂੰ ਸਫਿੰਕਟਰ ਕਿਹਾ ਜਾਂਦਾ, ਉਹ ਜਿਹੜੇ ਮਸਲਸ ਨੇ ਉਹ ਵੀ ਵੀਕ ਹੁੰਦੇ ਨੇ। ਇਸ ਕਰਕੇ ਜਦੋਂ ਵੀਕ ਹੁੰਦੇ ਨੇ ਤੇ ਉਹਦੇ ਕੋਲ ਜਿਹੜੀ ਯੂਰਿਨ ਹੋਲਡਿੰਗ ਕੈਪੈਸਿਟੀ ਹੈ ਉਹ ਥੋੜੀ ਜਿਹੀ ਘਟ ਜਾਂਦੀ ਹੈ। ਸੋ ਪਿਸ਼ਾਬ ਨੂੰ ਹੋਲਡ ਕਰਨ ਦੀ ਕੈਪੈਸਿਟੀ ਘਟਣ ਦੇ ਨਾਲ ਉਹਨੂੰ ਲੱਗਦਾ ਹੈਗਾ ਵੀ ਜਦੋਂ ਮੈਂ ਥੋੜਾ ਜਿਹਾ ਹੱਸੀ ਜਾਂ ਖੰਗੀ ਜਾਂ ਮੈਂ ਪੌੜੀਆਂ ਚੜੀ ਸੀ ਤਾਂ ਮੈਨੂੰ ਤੁਪਕੇ ਮੇਰੇ ਨਾ ਨਿਕਲ ਰਹੇ ਸੀਗੇ, ਜਾਂ ਕੋਈ ਨਾ ਕੋਈ ਯੂਰਿਨ ਦੇ ਵਿੱਚ ਥੋੜੀ ਬਹੁਤੀ ਇਨਫੈਕਸ਼ਨ ਆ ਗਈ। ਔਰ ਇਹ ਇਨਫੈਕਸ਼ਨ ਬਹੁਤ ਕਾਮਨ ਹੁੰਦੀ ਗਈ ਹੈ। ਜਿਹੜਾ ਈਸਟ੍ਰੋਜਨ ਹੁੰਦਾ ਹੈ ਜੀ, ਉਹ ਇੱਕ ਸਾਡੇ ਜਿਹੜਾ ਲੇਡੀਜ਼ ਦਾ ਪਾਰਟ ਹੈ ਉੱਥੇ ਇੱਕ ਸ਼ੀਲਡ ਡਿਵੈਲਪ ਕਰਕੇ ਰੱਖਦਾ ਜਿਹੜਾ ਬੈਕਟੀਰੀਆਜ਼, ਮਾਈਕਰੋ ਆਰਗੇਨਿਜ਼ਮਸ ਨੂੰ ਪੈਦਾ ਨਹੀਂ ਹੋਣ ਦਿੰਦਾ। ਜਦੋਂ ਈਸਟ੍ਰੋਜਨ ਦੀ ਡੈਫੀਸ਼ੀਐਂਸੀ ਹੁੰਦੀ ਹੈ ਜੀ, ਉਹ ਜਿਹੜੇ ਮਾਈਕਰੋ ਆਰਗੇਨਿਜ਼ਮ, ਬੈਕਟੀਰੀਆਜ਼ ਨੇ ਉਹ ਪੈਦਾ ਹੋਣੇ ਸ਼ੁਰੂ ਹੁੰਦੇ, ਜਿਹਦੇ ਨਾਲ ਇਨਫੈਕਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋ ਇਹ ਡਾਕਟਰ ਕੋਲ ਗਏ, ਡਾਕਟਰ ਨੇ ਤੁਹਾਨੂੰ ਐਂਟੀਬਾਇਓਟਿਕ ਦਿੱਤੇ, ਉਹ ਠੀਕ ਹੋ ਗਿਆ। ਪਰ ਜਦੋਂ ਐਂਟੀਬਾਇਓਟਿਕ ਖਤਮ ਹੋਏ 15-20 ਦਿਨਾਂ ਬਾਅਦ ਫਿਰ ਇਨਫੈਕਸ਼ਨ ਹੋ ਗਈ। ਉਹਨੂੰ ਰੀਅਕਰੈਂਟ ਯੂਰਿਨੋਜੇਨਾਈਟਲ ਕੰਪਲੇਂਟਸ ਕਹਿੰਦੇ ਨੇ। ਬਾਰ-ਬਾਰ ਉਹ ਕੰਪਲੇਂਟਸ ਆਉਂਦੀਆਂ ਨੇ ਤੇ ਲੇਡੀਜ਼ ਨੂੰ ਸਮਝ ਨਹੀਂ ਆਉਂਦੀ ਵੀ ਕਿਉਂ ਹੋ ਰਿਹਾ। ਹੁਣ ਤਾਂ ਐਂਟੀਬਾਇਓਟਿਕ ਕੋਰਸ ਕਰਾਇਆ ਸੀ। ਫਿਰ ਡਾਕਟਰ ਕੀ ਕਰਦੇ ਨੇ, ਫਿਰ ਉਹ ਟਰਾਈ ਟੂ ਫਾਈਂਡ ਆਊਟ ਵੀ ਕਾਰਨ ਕੀ ਹੈ। ਜਦੋਂ ਇਹ ਦੇਖਦੇ ਨੇ ਵੀ ਇਹ ਮੈਨੋਪੌਜ਼ ਹੈ, ਫਿਰ ਉਹ ਕਈ ਵਾਰੀ ਹਾਰਮੋਨਲ ਰਿਪਲੇਸਮੈਂਟ ਥੈਰੇਪੀਜ਼ ਵਗੈਰਾ ਵੀ ਇਹ ਦਿੰਦੇ ਨੇ। ਸੋ ਸਟ੍ਰੈਸ ਇਨਕੰਟੀਨੈਂਸ, ਬਾਰ-ਬਾਰ ਯੂਰਿਨ ਦਾ ਨਿਕਲਣਾ ਜਾਂ ਤੁਪਕੇ ਡਿੱਗਣਾ ਜਾਂ ਹੋਲਡ ਨਾ ਕਰ ਪਾਣਾ, ਇਹੋ ਜਿਹੀਆਂ ਲੇਡੀਜ਼ ਕਈ ਵਾਰੀ ਹੈਜ਼ੀਟੇਟ ਕਰਨ ਲੱਗ ਜਾਂਦੀਆਂ ਹੈਗੀਆਂ ਟਰੈਵਲ ਕਰਨਾ। ਸਪੋਜ਼ ਕਰੋ ਮੈਂ ਆਪਣੀ ਵਾਈਫ ਨੂੰ ਕਹਿੰਦਾ ਵੀ ਅੱਜ ਨਾ ਆਪਾਂ ਲੌਂਗ ਡਰਾਈਵ ਤੇ ਜਾਣਾ, ਉਹ ਪਹਿਲਾਂ ਕਹੇਗੀ ਨਹੀਂ ਜੀ, ਕਿਉਂ ਨਹੀਂ ਜਾਣਾ, ਬਸ ਨਹੀਂ ਜਾਣਾ। ਪਰ ਅੰਡਰਲਾਈਨ ਕਾਜ਼ ਹੈ ਉਹਦੇ ਦਿਮਾਗ 'ਚ ਬੈਠਾ ਵੀ ਯਾਰ ਮੈਨੂੰ ਜੇ ਯੂਰਿਨ ਆ ਗਿਆ ਰਸਤੇ 'ਚ ਤਾਂ ਮੈਂ ਕਿੱਥੇ ਜਾਊਂਗੀ। ਖਾਸ ਕਰਕੇ ਇੰਡੀਆ ਦੇ ਵਿੱਚ ਸਾਡੇ ਕੀ ਪ੍ਰੋਬਲਮ ਹੁੰਦਾ ਸੀ, ਜਦੋਂ ਅਸੀਂ ਕਹਿੰਦੇ ਸੀ ਵੀ ਦਿੱਲੀ ਜਾਣਾ ਆਪਾਂ ਨੇ ਰਿਸ਼ਤੇਦਾਰੀ ਦੇ ਵਿੱਚ, ਤੇ ਵਾਈਫ ਕਹਿੰਦੀ ਹੁੰਦੀ ਸੀ ਕਿਵੇਂ ਜਾਣਾ, ਕਿਸ ਤਰ੍ਹਾਂ ਚੱਲਾਂਗੇ, ਬੱਸ ਤੇ ਜਾਣਾ ਜਾਂ ਗੱਡੀ ਤੇ ਜਾਣਾ। ਉਹਦੀ ਪ੍ਰੈਫਰੈਂਸ ਹੁੰਦੀ ਸੀ ਵੀ ਗੱਡੀ ਤੇ ਚੱਲੀਏ। ਗੱਡੀ ਤੇ ਕਿਉਂ ਚੱਲੀਏ? ਕਿਉਂਕਿ ਉੱਥੇ ਟਾਇਲਟਸ
ਯੂਰੀਨਲਸ ਅਵੇਲੇਬਲ ਨੇ, ਬਸ ਅਵੇਲੇਬਲ ਨਹੀਂ ਸੀ ਹੈਗੀ, ਤੇ ਉਹ ਲੌਂਗ ਟਰਮ ਇੰਨਾ ਲੰਬਾ ਸਫ਼ਰ ਹੋਲਡ ਕਰਨ ਦਾ ਯੂਰਨ ਦਾ ਨਹੀਂ ਸੀ ਕਰ ਸਕਦੀ ਹੈਗੀ, ਜਾਂ ਕਰਨ ਦੇ ਕਾਬਲ ਹੁੰਦੀਆਂ, ਇਸ ਕਰਕੇ ਉਹ ਹੈਜ਼ੀਟੇਟ ਕਰਨ ਲੱਗ ਜਾਂਦੀ ਹੈ। ਜ਼ਿਆਦਾ ਐਡਵਾਂਸਮੈਂਟ ਏਜ ਦੇ ਵਿੱਚ ਆਮ ਤੌਰ ਤੇ ਜਿਹੜੇ ਬੱਚੇ ਤੁਸੀਂ ਦੇਖਿਆ ਹੋਣਾ ਵੀ ਚਲੋ ਮੰਮੀ ਅੱਜ ਮਾਲ ਘੁੰਮ ਆਈਏ, ਹੋਰ ਕਿਤੇ ਜਾ ਆਈਏ, ਮਾਵਾਂ ਕਹਿਣਗੀਆਂ ਨਹੀਂ ਅਸੀਂ ਘਰੇ ਠੀਕ ਆ। ਮੈਂ ਆਪਣੇ ਘਰ 'ਚ ਦੇਖਿਆ ਜੀ, ਮੈਂ ਆਪਣੇ ਬਜ਼ੁਰਗਾਂ ਨੂੰ ਦੇਖਿਆ, ਉਹ ਕਹਿੰਦੇ ਹੁੰਦੇ ਸੀ ਨਹੀਂ ਅਸੀਂ ਘਰੇ ਠੀਕ ਆ, ਪਰ ਮੈਨੂੰ ਹੁਣ ਰਿਅਲਾਈਜ਼ ਹੁੰਦਾ ਵੀ ਆਹ ਪ੍ਰੋਬਲਮ ਸੀ ਵੀ ਯੂਰਿਨ ਨਹੀਂ ਸੀ ਹੋਲਡ ਕਰ ਪਾਉਂਦੇ ਜ਼ਿਆਦਾ ਦੇਰ ਲਈ, ਤੇ ਉਹਨਾਂ ਨੂੰ ਲੱਗਦਾ ਸੀ ਵੀ ਉਹ ਅਸੀਂ ਸਾਡੇ ਬੜੀ ਔਕਵਰਡ ਸਿਚੁਏਸ਼ਨ ਹੋਏਗੀ ਜਦੋਂ ਬਾਜ਼ਾਰ ਗਏ ਤੇ ਉੱਥੇ ਅਸੀਂ ਪੁੱਛਿਆ ਵੀ ਕਿੱਥੇ ਜਾਈਏ ਤੇ ਪ੍ਰੋਬਲਮ ਯੂਰਿਨਲ ਅਵੇਲੇਬਲਸ ਨਹੀਂ ਹੈਗੇ। ਜੀ ਤੇ ਜਿਹੜੀ ਤੁਸੀਂ ਗੱਲਾਂ ਦੱਸ ਰਹੇ ਹੈਗੇ ਹੋ, ਇਹ ਤਾਂ ਅਸੀਂ ਆਮ ਘਰਾਂ ਵਿੱਚ ਦੇਖੀਆਂ, ਉਹ 'ਚ ਅਸੀਂ ਮਹਿਸੂਸ ਕਰਦੇ ਸੀ ਵੀ ਪਤਾ ਨਹੀਂ ਇਹਨਾਂ ਦਾ ਸੁਭਾਅ ਹੀ ਚੇਂਜ ਹੋ ਗਿਆ, ਇਹਨਾਂ ਨੂੰ ਹੁਣ ਕੋਈ ਫਨ ਹੀ ਨਹੀਂ ਆਉਂਦਾ, ਇਹ ਮਾਲ 'ਚ ਜਾਣ ਤੋਂ ਵੀ ਹੈਜ਼ੀਟੇਟ ਕਰਦੇ ਨੇ, ਕਿਤੇ ਲੌਂਗ ਡਰਾਈਵ ਤੇ ਜਾਣ ਤੋਂ ਵੀ ਹੈਜ਼ੀਟੇਟ ਕਰਦੇ ਨੇ। ਤੁਸੀਂ ਅੱਜ ਬਿਲਕੁਲ ਬਹੁਤ ਹੀ ਸਿੰਪਲੀਫਾਈਡ ਤਰੀਕੇ ਨਾਲ ਦੱਸਿਆ ਕਿ ਇਹਨਾਂ ਦੀ ਬੋਡੀ ਕੰਡੀਸ਼ਨਲ ਜਿਹੜੀਆਂ ਚੇਂਜਸ ਹੈਗੀਆਂ, ਜਿਹੜੀਆਂ ਕਿ ਆਮ ਤੌਰ ਤੇ ਡਿਸਕਸ ਨਹੀਂ ਕੀਤੀਆਂ ਜਾਂਦੀਆਂ, ਉਹ ਨਾ ਹੀ ਸਾਨੂੰ ਮਰਦਾਂ ਨੂੰ ਇਹਦੇ ਬਾਰੇ ਬੜੀ ਜਾਣਕਾਰੀ ਹੁੰਦੀ ਨਹੀਂ, ਔਰ ਅਸੀਂ ਇਹਨੂੰ ਕਿਸੇ ਹੋਰ ਗਲਤ ਪਾਸੇ ਲੈ ਜਾਂਦੇ ਤਾਂ ਬਿਲਕੁਲ। ਜਾਂ ਤੁਸੀਂ ਇੱਕ ਹੋਰ ਨੋਟ ਕੀਤਾ ਨਾ, ਜੇ ਮਾਲ 'ਚ ਚਲੇ ਵੀ ਜਾਣਗੇ ਤੁਹਾਡੇ ਨਾਲ, ਜਾਂਦੇ ਸਰ ਪਤਾ ਹੀ ਕਹਿਣਗੇ ਤੁਸੀਂ ਚਲੋ ਸ਼ਾਪਿੰਗ ਕਰੋ ਅਸੀਂ ਆਏ, ਪਹਿਲਾਂ ਕੋਸ਼ਿਸ਼ ਕਰਨਗੇ ਇੱਕ ਵਾਰੀ ਜਾ ਕੇ ਯੂਰੀਨੇਟ ਕਰ ਆਉਣ। ਪਰ ਮੈਂ ਤਾਂ ਯੂਰੀਨੇਸ਼ਨ ਦੀ ਪ੍ਰੋਬਲਮ ਮਰਦਾਂ ਵਿੱਚ ਵੀ ਕਈ ਵਾਰੀ ਮਰਦਾਂ 'ਚ ਵੀ ਹੈਗੀ ਹੈ ਜੀ, ਕਹਿੰਦੇ ਕਿ ਜਦੋਂ ਜ਼ਿਆਦਾ ਸ਼ੂਗਰ ਵਗੈਰਾ ਹੋਵੇ ਜਾਂ ਹੋਰ ਹੋਵੇ, ਉਹ ਤਾਂ ਪਿਸ਼ਾਬ ਬਾਰ-ਬਾਰ ਆਉਂਦਾ। ਡਿਫਰੈਂਟ ਕਾਰਨ ਨੇ ਜੀ, ਸ਼ੂਗਰ ਹੋਈ ਜਾਂ ਟੈਸਟੋਸਟੈਰੋਨ ਡੈਫੀਸ਼ੀਐਂਸੀ ਸ਼ੁਰੂ ਹੋ ਗਈ, ਜਾਂ ਫਿਰ ਕਈ ਵਾਰ ਪ੍ਰੋਸਟੇਟ ਗਦੂਦਰੇ ਜਿਹੜੇ ਨੇ ਵੱਧ ਜਾਂਦੇ ਨੇ, ਉਹ ਪੂਰੀ ਤਰ੍ਹਾਂ ਇਵੈਕੂਏਟ ਨਹੀਂ ਕਰਨ ਦਿੰਦੇ, ਪੂਰੀ ਤਰ੍ਹਾਂ ਯੂਰੀਨੇਸ਼ਨ ਨੇ ਸਾਡੇ ਸਟ੍ਰੈਸ ਇਨਕੰਟੀਨੈਂਸ ਇਹ ਰਹਿੰਦਾ ਹੈਗਾ ਵੀ ਯਾਰ ਡ੍ਰਿਬਲਿੰਗ ਹੋ ਰਹੀ ਹੈ ਵੀ ਪੂਰੀ ਤਰ੍ਹਾਂ, ਜਾਂ ਕਈ ਵਾਰੀ ਸਾਡੇ ਜਿਹੜੇ ਜੁਆਇੰਟ ਪੇਨਸ ਨੇ ਜਾਂ ਜਿਹੜੀਆਂ ਹੋਰ ਚੀਜ਼ਾਂ ਨੇ, ਹੁਣ ਸਪੋਜ਼ ਕਰੋ ਮੇਰੇ ਗੋਡੇ ਦੁਖਦੇ ਨੇ, ਮੈਂ ਪ੍ਰੋਪਰ ਸੀਟ ਦੇ ਉੱਤੇ ਟਾਈਮ ਹੀ ਨਹੀਂ ਦੇ ਪਾਉਂਦਾ, ਮੈਂ ਬੈਠ ਨਹੀਂ ਜਾ, ਜਾਂ ਮੇਰੇ ਗੋਡੇ ਦੁਖਦੇ ਨੇ, ਮੇਰੀ ਮੂਵਮੈਂਟ ਦੇ ਵਿੱਚ ਉਹਨੇ ਰਿਸਟ੍ਰਿਕਸ਼ਨ ਪਾਉਂਦੇ, ਲੇਡੀਜ਼ ਵੀ ਹੁੰਦਾ ਰਿਸਟ੍ਰਿਕਸ਼ਨ ਆ ਗਈਆਂ, ਉਹ ਫ੍ਰੀਕੁਐਂਟਲੀ ਵਾਸ਼ਰੂਮ ਵੱਲ ਜਾਂਦੇ ਉਹਨਾਂ ਕੋਲ ਉਹਨਾਂ ਟਾਈਮ ਹੀ ਨਹੀਂ ਹੁੰਦਾ ਵੀ ਭੱਜ ਕੇ ਜਾ ਸਕਣ, ਜੇ ਜਾਂਦੀਆਂ ਵੀ ਸੀਟ ਤੇ ਬੈਠਣ ਲੱਗੇ ਉਹਨਾਂ ਨੂੰ ਪ੍ਰੋਬਲਮ ਹੁੰਦੀ, ਗੋਡੇ ਦੁਖ ਰਹੇ ਹੁੰਦੇ ਨੇ, ਉਹ ਕੋਸ਼ਿਸ਼ ਕਰਦੀਆਂ ਦਵਾ ਦਾ ਬੈਠ ਕੇ ਤੇ ਦਵਾ ਦਾ ਬਾਹਰ ਆ ਕੇ ਬੈੱਡ ਤੇ ਆਪਣਾ ਬੈਠ ਜਾਈਏ। ਚਲੋ ਹੁਣ ਸਾਨੂੰ ਇਹਦੇ ਬਾਰੇ ਤਾਂ ਕਾਫੀ ਤੁਸੀਂ ਜਾਣਕਾਰੀ ਦਿੱਤੀ, ਪਰ ਸਾਡਾ ਸਵਾਲ ਸਟਿਲ ਖੜਾ ਹੈਗਾ ਕਿ ਇਹਦਾ ਟ੍ਰੀਟਮੈਂਟ ਕੀ ਹੈ, ਇਹਨਾਂ ਨੂੰ ਅਸੀਂ ਕਿਵੇਂ ਹੈਂਡਲ ਕਰਨਾ, ਇਹਨਾਂ ਨੂੰ ਕਿਵੇਂ ਅਸੀਂ ਦੂਜਾ ਕੀ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਹੈਗਾ ਉਹਨੂੰ ਲਾਗੂ ਕਰਨਾ। ਇੱਕ ਛੋਟਾ ਜਿਹਾ ਮੈਨੂੰ ਸਿੰਪਟਮ ਹੋਰ ਅਲਾਉ ਕਰ ਦਿਓ, ਕਿਉਂਕਿ ਉਹਦੇ ਬਗੈਰ ਸਟੋਰੀ ਥੋੜੀ ਜਿਹੀ ਆਪਣੀ ਗੱਲਬਾਤ ਅਧੂਰੀ ਰਹਿ ਜਾਣੀ ਹੈ। ਉਹ ਇਹ ਹੈਗਾ ਜੀ ਲੌਂਗ ਟਰਮ, ਸਾਡੀ ਜਿੰਨੇ ਵੀ ਜਿਹੜੇ ਬੋਨਸ ਨੇ ਉੱਥੇ ਈਸਟ੍ਰੋਜਨ ਰਿਸੈਪਟਰ ਸੈਲਸ ਨੇ, ਰਿਸੈਪਟਰ ਸੈਲਸ ਦਾ ਮਤਲਬ ਹੁੰਦਾ ਵੀ ਈਸਟ੍ਰੋਜਨ ਜਦੋਂ ਰਿਲੀਜ਼ ਹੁੰਦਾ ਉੱਥੇ ਜਾ ਕੇ ਉਹ ਇੰਪੈਕਟ ਉਹਨੂੰ ਅਟੈਚ ਕਰਦਾ ਤੇ ਉੱਥੇ ਸਟਰੈਂਥਨ ਕਰਨ ਦੀ ਮਸਲਸ ਨੂੰ ਜਾਂ ਬੋਨਸ ਨੂੰ ਤਾਕਤ ਦਿੰਦਾ ਹੈਗਾ। ਜਦੋਂ ਐਡਵਾਂਸਮੈਂਟ ਹੋ ਰਹੀ ਹੈ, ਜ਼ਿਆਦਾ ਐਡਵਾਂਸਮੈਂਟ ਪੋਸਟ ਮੈਨੋਪੌਜ਼ ਜਦੋਂ ਹੋ ਗਈ, ਤੁਸੀਂ ਆਮ ਤੌਰ ਤੇ ਦੇਖਿਆ ਹੋਣਾ ਬਜ਼ੁਰਗਾਂ ਦੇ ਵਿੱਚ ਹੱਡੀਆਂ ਕਮਜ਼ੋਰ ਹੋ ਜਾਂਦੀਆਂ, ਬ੍ਰਿਟਲ ਹੋ ਜਾਂਦੀਆਂ ਨੇ। ਹਾਂਜੀ, ਆਮ ਤੌਰ ਤੇ ਦੇਖਿਆ ਹੋਣਾ ਜਰਾ ਥੋੜੀ ਜਿਹੀ ਜਗ੍ਹਾ ਉੱਚੀ ਤੋਂ ਡਿੱਗੇ ਤੇ ਨੀ ਫ੍ਰੈਕਚਰ ਹੋ ਗਿਆ ਜਾਂ ਕੂਹਣੀ ਫ੍ਰੈਕਚਰ ਹੋ ਗਈ, ਕਿਉਂਕਿ ਇੱਥੇ weight ਜ਼ਿਆਦਾ ਪੈਂਦਾ ਹੈ। ਸੋ ਮੈਨੋਪੌਜ਼, ਪੋਸਟ ਮੈਨੋਪੌਜ਼ ਦਾ ਸਭ ਤੋਂ ਵੱਡਾ ਇੱਕ ਸਾਈਡ ਇਫੈਕਟ ਜਾਂ ਜਿਹੜਾ ਨੁਕਸਾਨ ਇਹ ਵੀ ਹੈਗਾ, ਉਹਦੇ 'ਚ ਡਾਕਟਰ ਫਿਰ ਬੇਸਲ ਬਾਡੀ ਮਾਸ, ਹੱਡੀਆਂ ਫਰਜਾਈਲ ਹੋ ਜਾਂਦੀਆਂ ਨੇ ਜੀ। ਇਹ ਲੌਂਗ ਟਰਮ ਜਿਹੜੀਆਂ ਪ੍ਰੋਬਲਮਸ ਨੇ। ਅੱਛਾ ਜੀ। ਆਮ ਤੌਰ ਤੇ ਬਜ਼ੁਰਗਾਂ 'ਚ ਤੁਸੀਂ ਦੇਖਿਆ ਹੋਣਾ, ਆਮ ਤੌਰ ਤੇ ਕਹੋਗੇ ਬੀਜੀ ਤਾਂ ਯਾਰ ਉੱਚੇ ਬੈਠੇ ਨਹੀਂ ਸੀ, ਪੀੜੀ ਦੇ ਬੈਠੇ ਸੀਗੇ, ਪੀੜੀ ਤੋਂ ਹੀ ਥੱਲੇ ਥੋੜਾ ਜਿਹਾ ਡਿੱਗੇ ਨੇ ਤੇ ਹਿਪ ਫ੍ਰੈਕਚਰ ਹੋ ਗਿਆ ਜਾਂ ਕੂਹਣੀ ਫ੍ਰੈਕਚਰ ਹੋ ਗਈ ਉਹਨਾਂ ਦੀ। ਹੁੰਦਾ ਕਿ ਸਾਰਾ ਬਾਡੀ ਦਾ weight ਇੱਥੇ ਪੈਂਦਾ, ਪਰ ਜਦੋਂ ਇੱਥੇ weight ਪੈਂਦਾ, ਜਦੋਂ ਡਿੱਗਦੇ ਨੇ ਘੱਟ ਉੱਚੀ ਜਗ੍ਹਾ ਤੋਂ, ਤੇ ਹੁੰਦਾ ਕਿ ਬੋਨ ਬ੍ਰਿਟਲ ਹੋਈ ਹੁੰਦੀ ਹੈ, ਪੋਰਸ ਹੋਈ ਹੁੰਦੀ ਹੈ, ਬੋਨ ਟੁੱਟ ਜਾਂਦੀ। ਜਾਂ ਇਹ ਤਾਂ ਮੈਂ ਜ਼ਰੂਰ ਨੋਟਿਸ ਕੀਤਾ ਹੈ ਕਿ ਜਿਹੜੀਆਂ ਲੇਡੀਜ਼ ਹੈਗੀਆਂ ਉਹਨਾਂ ਦੀਆਂ ਬੋਨ ਜਿਹੜੀਆਂ 올ਡ ਏਜ ਵਿੱਚ ਜ਼ਿਆਦਾ ਫ੍ਰੈਕਚਰ ਹੁੰਦੀਆਂ, ਗੋਡੇ ਜ਼ਿਆਦਾ ਤੁਸੀਂ ਦੇਖੇ ਹੋਣੇ ਦੁਖਦੇ ਹੋਣੇ, ਸਰੀਰ ਜਿਹੜਾ ਢਿਲਕ ਜਾਂਦਾ ਹੈਗਾ, ਜਾਂ ਤੁਸੀਂ ਸਕਿਨ ਤਾਂ ਢਿਲਕਣੀ, ਸਾਡੀ ਵੀ ਢਿਲਕਦੀ ਹੈ, ਸਾਡੀ ਵੀ ਢਿਲਕ ਰਹੀ ਹੈ, ਪਰ ਸਾਡੀ ਇਹ ਹੈ ਵੀ ਹੁਣ ਤੁਸੀਂ ਵੀ ਬੀਅਰਡ ਰੱਖੀ, ਮੈਂ ਵੀ ਬੀਅਰਡ ਸ਼ਾਇਦ ਇੰਨੀ ਨਜ਼ਰ ਨਹੀਂ ਆਉਂਦੀ ਸ਼ਰਟ ਇਹੋ ਜਿਹੀ, ਪਰ ਲੇਡੀਜ਼ ਦੇ ਜਿਹੜਾ ਸੈਂਸ ਆਫ ਡਰੈਸਿੰਗ ਅਪ ਹੈ ਉਹ ਥੋੜਾ ਜਿਹਾ ਸਟਾਈਲ ਦਾ ਹੁੰਦਾ, ਉੱਥੇ ਬੋਨ ਕਈ ਵਾਰੀ ਨਜ਼ਰ ਇਹ ਚੀਜ਼ਾਂ ਜਾਂ ਜਿਹੜੀਆਂ ਸਕਿਨ ਲੂਜ਼ਨਿੰਗ ਹੈ ਨਜ਼ਰ ਆਉਂਦੀ ਹੈ। ਸੋ ਇਹ ਜਿਹੜੇ ਸਿੰਪਟਮਸ ਨੇ, ਪ੍ਰਾਇਮਰੀ ਸਿੰਪਟਮਸ, ਸੈਕੰਡਰੀ ਸਿੰਪਟਮਸ, ਜਿਸ 'ਚ ਰੀਅਕਰੈਂਟ ਯੂਰਿਨੋਜੈਨਿਟਲ ਯੂਰਿਨ ਵਗੈਰਾ ਦੀ ਗੱਲ ਮੈਂ ਕੀਤੀ, ਤੇ ਇਹ ਲੌਂਗ ਟਰਮ ਜਿਹੜਾ ਮੈਂ ਗੱਲ ਕੀਤੀ, ਓਸਟੀਓਪੋਰੋਸਿਸ ਦੀ ਗੱਲ ਕੀਤੀ, ਇਹ ਸਾਰੇ ਸਿੰਪਟਮਸ ਤੇ ਉਹ ਇਹ ਸਾਰੀਆਂ ਚੀਜ਼ਾਂ ਹੋ ਗਈਆਂ। ਹੁਣ ਤੁਸੀਂ ਗੱਲ ਕਰ ਰਹੇ ਹੈਗੇ ਟ੍ਰੀਟਮੈਂਟ ਦੇ। ਟ੍ਰੀਟਮੈਂਟ ਇਹਦੇ ਦੂਜੇ ਕੀ ਕਿਵੇਂ ਇਹਨਾਂ ਨੂੰ ਅਸੀਂ ਹੈਂਡਲ ਕਰਾਂਗੇ, ਡੇ ਟੂ ਡੇ ਜਿਹੜੀ ਸਿਚੁਏਸ਼ਨ ਹੈਗੀ ਆ, ਇਹ ਕਿਵੇਂ ਅਸੀਂ ਇਹਨੂੰ ਹੈਂਡਲ ਕਰਦੇ ਹਾਂ। ਟ੍ਰੀਟਮੈਂਟ ਦੇ ਵਿੱਚ ਵੀ ਕੈਟੇਗਰੀਜ਼ ਹੈਗੀਆਂ ਨੇ ਜੀ। ਕੈਟੇਗਰੀਜ਼ ਇੱਕ ਤਾਂ ਤੁਹਾਡੇ ਘਰਾਂ ਦੇ ਵਿੱਚ ਹੀ, ਮੈਂ ਅੱਗੇ ਵੀ ਗੱਲ ਕਰਦਾ ਹਾਂ, ਪਿਛਲੀ ਟਾਕ ਦੇ ਵਿੱਚ ਵੀ ਗੱਲ ਕੀਤੀ ਜੀ, ਵੀ ਸਾਡੇ ਘਰਾਂ ਦੇ ਵਿੱਚ ਸਾਰੇ ਟ੍ਰੀਟਮੈਂਟ ਆਮ ਤੌਰ ਤੇ ਪਏ ਹੈਗੇ ਨੇ। ਪਹਿਲੀ ਸਭ ਨਾਲੋਂ ਵੱਡਾ ਜਿਹੜਾ ਗੱਲ ਹੈ ਜੀ, ਸਭ ਨਾਲੋਂ ਵੱਡੀ ਗੱਲ ਮੈਂ ਇਹ ਕਹਾਂਗਾ ਜੀ, ਲੇਡੀਜ਼ ਨੂੰ, ਸਾਡੀਆਂ ਮਾਤਾਵਾਂ ਭੈਣਾਂ ਨੂੰ, ਡੋਂਟ ਅਲਾਓ ਦਿਸ ਇਸ਼ੂ ਟੂ ਸਿਟ ਡਾਊਨ ਔਨ ਯੂਰ ਬ੍ਰੇਨ। ਮਤਲਬ ਆਪਣੇ ਤੇ ਉੱਤੇ ਓਵਰ ਪਾਵਰ ਨਾਲ ਕਾਬੂ ਨਾ ਕਰਨ ਦਿਓ ਉਹਨੂੰ, ਇਹ ਨਾ ਸਮਝੋ ਵੀ ਕੋਈ ਬਿਮਾਰੀ ਹੈ। ਇਟਸ ਪਹਿਲੀ ਗੱਲ ਤਾਂ ਕਲੀਅਰ ਹੋਣਾ ਚਾਹੀਦਾ ਮਾਈਂਡ ਪੇ, ਬਿਮਾਰੀ ਨਹੀਂ ਹੈਗੀ ਕਿਸੇ ਨੂੰ, ਕੋਈ ਸਿਕਨੈਸ ਨਹੀਂ ਹੈਗੀ, ਇਹ ਇੱਕ ਬਾਡੀ ਦੀ ਕੰਡੀਸ਼ਨ ਹੈ। ਜਿਹੜੇ ਮੈਂ ਸਿੰਪਟਮ ਦੱਸਿਆ, ਹਾਂ, ਉਹਦੇ ਨਾਲ ਰਿਲੇਟ ਅੱਗੇ ਜਾ ਕੇ ਕੋਈ ਪ੍ਰੋਬਲਮ ਆਵੇ, ਉਹ ਦੈਨ ਡਾਕਟਰਸ ਵਿਲ ਡਿਫਾਈਨ, ਦੇ ਵਿਲ ਡਾਇਗਨੋਜ਼ ਇਟ। ਪਰ ਆ ਜਿਹੜੇ ਸਿੰਪਟਮਸ ਇਹ ਇੱਕ ਨੈਚੁਰਲ ਪ੍ਰੋਸੈਸ ਹੈ ਤੁਹਾਡਾ। ਠੀਕ ਹੈ ਜੀ। ਹੁਣ ਜੇ
ਮੈਂ ਇਹ ਕਹਿ ਰਿਹਾ ਸਾਈਕੋਲੋਜੀਕਲੀ ਕੰਟਰੋਲ ਨਾ ਕਰਨ ਦਿਓ ਵੀ ਯਾਰ ਮੈਂ ਤਾਂ ਮੈਨੋਪੌਜ਼ ਮੈਂ ਤਾਂ ਗਈ, ਮੇਰਾ ਤਾਂ ਐਂਡ ਆਫ ਲਾਈਫ ਆ ਗਿਆ। ਹੁਣ ਤਾਂ ਤੁਸੀਂ ਆਮ ਤੌਰ ਤੇ ਬਜ਼ੁਰਗਾਂ ਨੂੰ ਇਹੋ ਜਿਹੀ ਸਟੇਜ ਦੇ ਵਿੱਚ ਨਾ ਆਮ ਤੌਰ ਤੇ ਨੈਗੇਟਿਵ ਜਿਹੀਆਂ ਗੱਲਾਂ ਕਰਦੇ ਸੁਣੋਗੇ, ਹੁਣ ਤਾਂ ਰੱਬ ਦੇ ਘਰ ਹੀ ਚਲੇ ਜਾਣਾ। ਨਹੀਂ, ਇਟਸ ਅ ਪਾਰਟ ਆਫ ਯੂਅਰ ਲਾਈਫ। ਲੋਕ ਕਈ ਇਹ ਕਹਿੰਦੇ ਨੇ ਵੀ ਰੀਅਲ ਲਾਈਫ ਹੀ ਜਿਹੜੀ ਹੈ ਸਟਾਰਟ ਹੁੰਦੀ ਹੈ ਮੈਨੋਪੌਜ਼ ਦੇ ਵਿੱਚ, ਕਿਉਂਕਿ ਫਰਟੀਲਿਟੀ ਦਾ ਪਾਰਟ ਖਤਮ ਹੋ ਚੁੱਕਿਆ ਹੁੰਦਾ, ਰਿਸਪੌਂਸਿਬਿਲਿਟੀਜ਼ ਖਤਮ ਹੋ ਚੁੱਕੀਆਂ ਹੁੰਦੀਆਂ, ਬੱਚੇ ਪੈਦਾ ਹੋ ਚੁੱਕੇ ਹੁੰਦੇ ਨੇ, ਬੜੇ ਵੀ ਹੋ ਜਾਂ ਕੰਟਰਾਸੈਪਟਿਵਸ ਜਿਹੜਾ ਯੂਜ਼ ਹੈ ਉਹਦਾ ਖਤਮ ਹੋ ਚੁੱਕਿਆ ਹੁੰਦਾ, ਡਰ ਵੀ ਇਹ ਲੈਣੇ ਨੇ ਜਾਂ ਇਸ ਤਰ੍ਹਾਂ ਕਰਨਾ ਹੈ। ਬੱਚੇ ਬੜੇ ਹੋ ਚੁੱਕੇ ਹੁੰਦੇ, ਰਿਸਪੌਂਸਿਬਿਲਿਟੀ। ਤੁਸੀਂ ਗੋਰਿਆਂ ਨੂੰ ਦੇਖੋ, ਤੁਸੀਂ ਇਸ ਉਮਰ ਦੇ ਵਿੱਚ ਜ਼ਿਆਦਾ ਇੰਜੋਏ ਕਰਦੇ ਨੇ, ਜ਼ਿਆਦਾ ਹੋਲੀਡੇਜ਼ ਦੇ ਉੱਤੇ ਜਾਂਦੇ ਨੇ, ਵਕੇਸ਼ਨਸ ਦੇ ਉੱਤੇ ਜਾਂਦੇ ਨੇ ਜੀ, ਕਿਉਂਕਿ ਹਸਬੈਂਡ ਵਾਈਫ ਇੱਕ ਦੂਜੇ ਨੂੰ ਸਮਝ ਰਹੇ ਹੁੰਦੇ। ਵਾਈਫ ਇਹ ਸਮਝ ਰਹੀ ਹੁੰਦੀ ਵੀ ਹਾਂ ਮੇਰੇ ਹਸਬੈਂਡ ਦੇ ਵਿੱਚ ਵੀ ਇਹ ਜਿਹੜੀਆਂ ਨੈਚੁਰਲ ਚੇਂਜਸ ਨੇ ਆ ਰਹੀਆਂ ਨੇ ਜਾਂ ਆਈਆਂ ਹੋਣਗੀਆਂ, ਤੇ ਹਸਬੈਂਡ ਵੀ ਸਮਝ ਰਿਹਾ ਹੁੰਦਾ। ਪਰ ਸਾਡੇ ਕੀ, ਅਸੀਂ ਬਾਜ਼ਾਰ ਜਾਂਦੇ ਹਾਂ ਜਾਂ ਕਿਤੇ ਘੁੰਮਣ ਵੀ ਗਏ, ਅਸੀਂ ਵੀ ਇੰਡੀਆ ਜਾਂਦੇ ਹਾਂ, ਸਾਡਾ ਧਿਆਨ ਆਪਣੇ ਪਿੱਛੇ ਬੱਚਿਆਂ ਵੱਲ ਹੀ ਹੁੰਦਾ। ਮੇਰੀ ਵਾਈਫ ਆਮ ਗੱਲਾਂ ਕਰਦੀ ਰਹੇਗੀ, ਉਹ ਇੱਥੇ ਆਏ ਹੋਏ ਪਤਾ ਨਹੀਂ ਉਹਨਾਂ ਨੇ ਪਿੱਛੇ ਰੋਟੀ ਖਾਧੀ ਵੀ ਹੋਣੀ ਕਿ ਨਹੀਂ ਖਾਧੀ, ਉਹ ਕੰਮ ਆਉਣ ਯਾਰ, ਉਹ ਸਾਡੇ ਨਾਲ ਜ਼ਿਆਦਾ ਸਵਾਦ ਰੋਟੀ ਖਾ ਰਹੇ ਹੁੰਦੇ ਯਾਰ। ਇਹ ਸਾਡੀ ਪਾਲਣਾ ਪੋਸ਼ਣਾ ਜੀ ਸਾਡਾ। ਕਹਿੰਦਾ ਮੰਮੀ ਡੈਡੀ ਗਏ ਅੱਜ ਸਾਨੂੰ ਇੰਡੀਅਨ ਫੂਡ ਨਹੀਂ ਖਾਣਾ, ਬਾਹਰੋਂ ਖਾਣ ਦਾ ਮੌਕਾ। ਸੋ ਟਰਾਈ ਟੂ ਫੋਕਸ ਔਨ ਯੋਰਸੈਲਫ। ਇੱਕ ਤਾਂ ਆਪਣੇ ਦਿਮਾਗ ਤੇ ਆਪਣੀ ਪਰਸਨੈਲਿਟੀ ਤੇ ਇਹਨਾਂ ਨੂੰ ਕਾਬੂ ਨਾ ਪਾਉਣ ਦਿਓ, ਪਹਿਲੀ ਗੱਲ ਹੈ। ਪਹਿਲੀ ਗੱਲ ਤਾਂ ਇਹ ਵੀ ਆਪਣੀ ਪਰਸਨੈਲਿਟੀ ਤੇ ਆਪਣੇ ਦਿਮਾਗ ਤੇ ਇਹ ਹੋਣਾ ਹੀ ਸੀਗਾ ਵਿਦ ਦਾ ਐਡਵਾਂਸਮੈਂਟ ਆਫ ਹੋ ਰਿਹਾ। ਇਹ ਗੋਡ ਦਾ ਇੱਕ ਗਿਫਟ ਹੈ। ਜੇ ਹੋ ਰਿਹਾ ਤਾਂ ਯੂ ਆਰ ਬਿਕਮਿੰਗ ਮੋਰ ਰਿਸਪੌਂਸਿਬਲ, ਯੂ ਆਰ ਬਿਕਮਿੰਗ ਮੋਰ ਟੂ ਨੋ ਅਬਾਊਟ ਯੂਰ ਬਾਡੀ। ਨਹੀਂ ਤਾਂ ਸ਼ਾਇਦ ਤੁਹਾਨੂੰ ਆਪਣੀ ਬਾਡੀ ਬਾਰੇ ਨਹੀਂ ਸੀ ਪਤਾ ਲੱਗਣਾ ਵੀ ਇਹ ਚੇਂਜਸ ਹੋ ਰਹੀਆਂ। ਪਹਿਲੀ ਗੱਲ ਤਾਂ ਹੈ। ਦੂਜੀ ਗੱਲ, ਲੇਟਰ ਸਟੇਜ ਦੇ ਵਿੱਚ ਜਾ ਕੇ ਐਕਸਰਸਾਈਜ਼ ਸ਼ੁਰੂ ਕਰਨ ਤੋਂ ਪਹਿਲਾਂ ਹੀ, ਜੇ ਤੁਸੀਂ ਜਦੋਂ ਜਵਾਨ ਸੀਗੇ, ਯੰਗ ਸੀਗੇ, ਫਰਟਾਈਲ ਸੀ, ਜੇ ਉਦੋਂ ਹੀ ਐਕਸਰਸਾਈਜ਼ ਆਪਣਾ ਰੂਟੀਨ ਬਣਾਇਆ ਹੁੰਦਾ ਤੇ ਬਹੁਤ ਵਧੀਆ। ਐਕਸਰਸਾਈਜ਼ ਨੂੰ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਬਣਾ ਕੇ ਰੱਖੋ, ਖਾਸ ਕਰਕੇ ਪੈਲਵਿਕ ਜਿਹੜੀਆਂ ਫਲੋਰਸ ਮਸਲਸ ਨੇ, ਬੈਠਕ ਉੱਠਕ ਜਿਹਨੂੰ ਕਹਿੰਦੇ ਨੇ ਜੀ। ਤੁਸੀਂ ਆਮ ਤੌਰ ਤੇ ਹੁਣ ਤੁਸੀਂ ਦੇਖੋਗੇ ਵੀ ਜਿਮਸ ਦੇ ਵਿੱਚ ਸਾਡੀਆਂ ਲੇਡੀਜ਼ ਮਾਤਾਵਾਂ ਭੈਣਾਂ ਆਮ ਕਾਮਨ ਹੋ ਗਈਆਂ ਨੇ ਜੀ। ਕਿਉਂ ਹੋ ਰਹੀਆਂ? ਕਿਉਂਕਿ ਹੌਲੀ ਹੌਲੀ ਅਵੇਅਰਨੈਸ ਆ ਰਹੀ। ਜੇ ਅੱਜ ਮੈਂ ਟੌਪਿਕ ਡਿਸਕਸ ਕੀਤਾ ਤੇ ਸ਼ਾਇਦ 2-3 ਜਣਿਆਂ ਤੇ ਵੀ ਜੇ ਇਸ ਗੱਲ, ਮੇਰੀ ਗੱਲ ਜਾਂ ਤੁਹਾਡੀ ਗੱਲ ਨੂੰ ਸੁਣਦੇ ਹੋਏ, ਸਾਡੀ ਗੱਲ ਨੂੰ ਸੁਣਦੇ ਹੋਏ ਜੇ ਅਸਰ ਹੁੰਦਾ ਤੇ ਉਹ ਜਿਮ ਜਾਂਦੇ, ਇਟ ਮੀਨਸ ਕੁਛ ਅਸੀਂ ਅਵੇਅਰਨੈਸ ਲਿਆਂਦੀ। ਤੇ ਜੇ ਮੈਂ ਗੱਲ ਕਰ ਰਿਹਾ ਤਾਂ ਸਾਰੀ ਦੁਨੀਆ 'ਚ ਇਹਨਾਂ ਦੀ ਗੱਲ ਹੋ ਰਹੀ ਹੈ। ਇਸੇ ਕਰਕੇ ਜਿਮਸ, ਐਕਸਰਸਾਈਜ਼, ਸੈਂਸ ਆਫ ਡਰੈਸਿੰਗ ਅਪ। ਤੁਸੀਂ ਆਮ ਦੇਖਿਆ ਹੋਣਾ ਵੀ ਅਸੀਂ ਸਕਵੀਜ਼ ਕਰ ਗਿਆ ਵਰਲਡ। ਇੰਡੀਅਨ ਕਲਚਰ ਤੋਂ, ਸੂਟਾਂ ਵਾਲੇ ਕਲਚਰ ਤੋਂ ਅਸੀਂ ਫੋਰਨ ਕਲਚਰ 'ਚ ਆ ਗਏ, ਜਿੱਥੇ ਟਾਈਟੀਜ਼ ਪੈ ਰਹੀਆਂ, ਜੀਨਸ ਪੈ ਰਹੀਆਂ। ਹੁਣ ਜੇ ਸਾਡੀ ਮੈਨੋਪੌਜ਼ਲ ਬਾਡੀ ਹੈ, ਗੋਡੇ ਦੁਖ ਰਹੇ ਨੇ, ਲੱਤਾਂ ਦੇ ਵਿੱਚ ਥੋੜਾ ਜਿਹਾ ਟੇਢਾਪਨ ਆ ਗਿਆ, ਡੂ ਯੂ ਥਿੰਕ ਦੈਟ ਡਰੈਸ ਵਿਲ ਬੀ ਸੂਟੇਬਲ ਫॉर ਅਸ? ਅਸੀਂ ਹੈਜ਼ੀਟੇਟ ਕਰਾਂਗੇ। ਜੇ ਅਸੀਂ ਉਹੋ ਜਿਹੀਆਂ ਡਰੈਸਿਸ ਪਾਉਣਾ ਚਾਹੁੰਦੇ ਹਾਂ ਤੇ ਅਸੀਂ ਉਹੋ ਜਿਹੀ ਬਾਡੀ ਵੀ ਮੇਨਟੇਨ ਕਰਕੇ ਰੱਖੀਏ। ਜੇ ਮੇਨਟੇਨ ਕਰਕੇ ਰੱਖਣੀ ਹੈ ਤੇ ਫਿਰ ਮੈਨੋਪੌਜ਼ ਤੋਂ ਕੰਟਰੋਲ ਕਰਨਾ ਸਾਨੂੰ ਆਉਣਾ ਚਾਹੀਦਾ। ਇਹ ਤਾਂ ਨੈਚੁਰਲ। ਫਿਰ ਕੁਝ ਡਾਈਟਸ ਹੋ ਗਈਆਂ ਜੀ, ਹਰਬਲ ਡਾਈਟਸ ਨੇ, ਜਿਵੇਂ ਆਪਾਂ ਸ਼ਹਿਦ ਵਗੈਰਾ, ਨਿੰਬੂ ਵਗੈਰਾ, ਦੁੱਧ ਵਗੈਰਾ ਦੇ ਵਿੱਚ ਪਾ ਕੇ, ਸੌਰੀ ਪਾਣੀ ਦੇ ਵਿੱਚ, ਜੇ ਤੁਸੀਂ ਡਾਇਬੀਟਿਸ ਨਹੀਂ ਹੈਗੇ, ਸੌਣ ਲੱਗੇ ਇਹ ਵੀ ਕੋਸ਼ਿਸ਼ ਕਰੋ। ਉਹਦੇ ਨਾਲ ਕੀ ਫਰਕ ਪੈਗਾ ਜੀ? ਬਾਡੀ ਟੋਨ ਅਪ ਹੁੰਦੀ ਹੈ ਜੀ। ਤੁਸੀਂ ਆਮ ਤੌਰ ਤੇ ਦੇਖਿਆ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ। ਮੇਰਾ ਇੱਕ ਦੋਸਤ ਹੈ ਇਟਾਲੀਅਨ। ਤੁਸੀਂ ਮੰਨੋਗੇ, ਮੈਂ ਜਦੋਂ ਉਹਦੇ ਨਾਲ ਮੇਰੀ ਯਾਰੀ ਦੋਸਤੀ ਸ਼ੁਰੂ ਹੋਈ ਸੀ ਤੇ ਹੀ ਵਾਸ ਨਾਟ ਨੋਇੰਗ ਐਨੀਥਿੰਗ ਅਬਾਊਟ ਇੰਡੀਅਨ ਕਲਚਰ, ਤੇ ਮੈਂ ਉਹਦੇ ਘਰ ਦੇ ਵਿੱਚ ਈਵਨ ਮੂੰਗੀ ਦੀ ਬਣੀ ਹੋਈ ਦਾਲ, ਸਾਗ ਤੱਕ ਖਵਾਤਾ। ਅੱਛਾ ਜੀ। ਉਹਦੀ ਵਾਈਫ, ਮੇਰੀ ਵਾਈਫ ਨੂੰ ਇੱਕ ਦਿਨ ਮੈਸੇਜ ਭੇਜਦੀ ਵੀ ਮੈਨੂੰ ਹਲਦੀ ਚਾਹੀਦੀ ਹੈ। ਹੁਣ ਤੁਸੀਂ ਹਲਦੀ ਦੇਖਿਆ ਹੋਣਾ, ਵਿਕੋ ਟਰਮਰਿਕ ਕਰੀਮ ਆਉਂਦੀ ਹੁੰਦੀ ਸੀ, ਅਸਟ੍ਰਿੰਜੈਂਟ ਪ੍ਰੋਪਰਟੀ ਹਲਦੀ ਦਾ ਲੇਪ ਲਾਇਆ ਜਾਂਦਾ, ਵਿਆਹਾਂ 'ਚ ਬਹੁਤ ਯੂਜ਼ ਹੁੰਦੀ ਹੈ। ਜੇ ਤੁਸੀਂ ਸ਼ਹਿਦ ਦੀ ਗੱਲ ਕਰ ਰਹੇ ਹੋ ਤੇ ਇਹਨਾਂ ਦੇ ਵੀ ਆਪਣੇ ਗੁਣ ਨੇ। ਇਹਨਾਂ ਚੀਜ਼ਾਂ ਦਾ ਤੁਸੀਂ ਜਿੰਨਾ ਵੀ ਯੂਜ਼ ਕਰ ਸਕਦੇ, ਆਪਣੀ ਬਾਡੀ ਦੇ ਉੱਤੇ ਯੂਜ਼, ਮਤਲਬ ਤੁਸੀਂ ਹੈ ਉਹਦੇ ਤੇ ਫੋਕਸ ਕਰੋ। ਜੇ ਤੁਸੀਂ ਜੀ ਆਪਣੀ ਬਾਡੀ ਤੇ ਫੋਕਸ ਨਹੀਂ ਕਰ ਰਹੇ ਤੇ ਹਾਊ ਡੂ ਯੂ ਕੈਨ ਐਕਸਪੈਕਟ ਵੀ ਤੁਹਾਡਾ ਜਿਹੜਾ ਪਾਰਟਨਰ ਹੈ ਉਹ ਤੁਹਾਡੇ ਤੇ ਜ਼ਿਆਦਾ ਫੋਕਸ ਕਰੇ। ਜੇ ਤੁਸੀਂ ਤਿਆਰ ਹੀ ਨਹੀਂ ਹੋ ਰਹੇ, ਰੋਜ਼ ਉੱਠ ਕੇ ਨਹਾਓ ਧੋ, ਤਿਆਰ ਹੋ, ਚੇਂਜ ਕਰੋ ਕੱਪੜੇ ਆਪਣੇ। ਜੇ ਕੱਪੜੇ ਚੇਂਜ ਕਰੋਗੇ ਤੁਹਾਡੇ 'ਚ ਇੱਕ ਫੀਲਿੰਗ ਆਏਗੀ ਵੀ ਯੈਸ ਆਮ ਰਿਕੁਆਇਰਡ ਬਾय ਦਾ ਸੋਸਾਇਟੀ, ਆਮ ਰਿਕੁਆਇਰਡ ਬਾय ਦਾ ਫੈਮਿਲੀ ਇਟਸੈਲਫ। ਜੇ ਤੁਸੀਂ ਸੋਫੇ ਤੇ ਢਿਲ ਕੇ ਬੈਠੇ ਤਾਂ ਫਿਰ 1 ਦਿਨ, 2 ਦਿਨ, 4 ਦਿਨ ਪੁੱਤਰ ਤੁਹਾਡਾ ਪੁੱਛ ਲੇਗਾ ਜਾਂ ਹਸਬੈਂਡ ਪੁੱਛ ਲੇਗਾ, 7ਵੇਂ 8ਵੇਂ ਦਿਨ ਫਿਰ ਉਹ ਵੀ ਇਗਨੋਰ ਮਾਰਨਾ ਸ਼ੁਰੂ ਕਰ ਦੇਣਗੇ ਵੀ ਯਾਰ ਰੂਟੀਨ ਹੀ ਹੈ। ਜੇ ਤੁਸੀਂ ਆਪ ਤਿਆਰ ਹੋ ਕੇ ਆਪਣੇ ਹਸਬੈਂਡ ਨੂੰ ਕਹਿੰਦੇ ਹੋ ਚਲੋ ਜੀ ਅੱਜ ਕੋਈ ਕੰਮ ਤਾਂ ਨਹੀਂ ਹੈਗਾ, ਕੋਈ ਸ਼ੋਇੰਗ ਤਾਂ ਨਹੀਂ ਹੈਗੀ ਪੌਲ ਸਾਹਿਬ ਤੁਹਾਡੇ ਅੱਜ, ਚਲੋ ਅੱਜ ਮਾਲ ਘੁੰਮ ਕੇ ਆਈਏ, ਕੁਝ ਸ਼ਾਪਿੰਗ ਨਹੀਂ ਕਰਾਂਗੇ, ਵੈਸੇ ਉੱਥੇ ਘੁੰਮਦੇ ਹਾਂ, ਵਿੰਡੋ ਸ਼ਾਪਿੰਗ ਕਰਦੇ ਹਾਂ। ਬਾਹਰ ਜਦੋਂ ਨਿਕਲੋਗੇ ਡਾਇਵਰਸ਼ਨ ਹੋਏਗੀ ਤੁਹਾਡੇ ਧਿਆਨ ਦੀ ਡਾਇਵਰਸ਼ਨ ਹੋਏਗੀ। ਤੁਹਾਡੇ ਜਿਹੜੇ ਸਿੰਪਟਮਸ ਤੁਹਾਨੂੰ ਬਾਦਰ ਕਰ ਰਹੇ ਸੀ, ਪੈਲਪੀਟੇਸ਼ਨ, ਐਂਜ਼ਾਈਟੀ, ਡਿਪਰੈਸ਼ਨ, ਰਾਤ ਨੂੰ ਨੀਂਦ ਨਹੀਂ ਆਈ, ਜਦੋਂ ਬਾਹਰ ਘੁੰਮਣ ਜਾਓਗੇ ਥੋੜਾ ਥੱਕ ਜਾਓਗੇ, ਆ ਕੇ ਸੋਵੋਗੇ, ਨੈਪੀ ਲਵੋਗੇ ਜੀ। ਸੋ ਇਹ ਤਾਂ ਇੱਕ ਸਾਡੇ ਹੱਥ ਦੇ ਵਿੱਚ ਸਿੰਪਟਮ ਪਏ ਨੇ। ਮੈਂ ਜਿਹੜੇ ਸੁਣਨ ਵਾਲੇ ਮੇਰੇ ਵੀਰ ਨੇ ਜੀ, ਭਰਾ ਨੇ, ਮੈਂ ਇੱਕ ਛੋਟੀ ਜੀ ਐਗਜ਼ਾਮਪਲ ਹੋਰ ਦੇ ਦਿੰਦਾ, ਕੋਈ ਬਹੁਤ ਵੱਡਾ ਖਰਚਾ ਨਹੀਂ ਹੈ। ਦਰਸ਼ਕਾਂ ਨੂੰ ਸੰਬੋਧਨ ਕਰਕੇ ਬੋਲ। ਹਾਂਜੀ, ਤੁਸੀਂ ਅੱਜ ਮੈਨੂੰ ਬਹੁਤ ਸੈਂਟ ਪਸੰਦ ਆ ਜੀ। ਉਹਦਾ ਨਾਂ ਸ਼ਾਇਦ ਥੋੜਾ ਜਿਹਾ ਔਡ ਲੱਗੇ, ਸੈਕਸੁਅਲ ਸੈਂਟ। ਤੁਸੀਂ ਬਾਜ਼ਾਰ 'ਚ ਦੇਖਿਆ ਹੋਣਾ, ਪਰਫਿਊਮ ਹੈ ਬਹੁਤ ਵਧੀਆ। ਉਹਦੇ ਜੈਂਟਸ ਵਾਸਤੇ ਅਲੱਗ ਆਉਂਦੇ ਨੇ, ਉਹਦੀਆਂ 4-5 ਕੈਟਾਗਰੀਜ਼ ਆ ਚੁੱਕੀਆਂ, ਸੈਕਸੁਅਲ, ਬਲੈਕ ਕਲਰ ਦਾ ਤੇ ਵਾਈਟ ਕਲਰ ਦਾ, ਤੇ ਲੇਡੀਜ਼ ਵਾਸਤੇ ਵੀ ਆਉਂਦਾ।
ਤੁਸੀਂ ਕਦੀ ਪਿੰਕ ਕਲਰ ਦਾ ਸੈਕਸੁਅਲ ਜਿਹੜਾ ਸੈਂਟ ਹੈ ਆਪਣੀ ਵਾਈਫ ਨੂੰ ਗਿਫਟ ਦੇ ਕੇ ਦੇਖਿਆ ਜਾਏ, ਉਹਦੀ ਖੁਸ਼ਬੂ ਦੇਖਿਆ ਜਾਏ। ਆਪਣੇ ਨੱਕ ਦੇ ਵਿੱਚ ਰਿਸੈਪਟਰ ਸੈਲਸ ਨੇ ਜਿਹਨਾਂ ਨੂੰ ਪੈਰੀਮੋਨਸ ਕਹਿੰਦੇ ਨੇ, ਜਿਹੜੇ ਬੀਟਾ ਐਂਡੋਰਫਿਨ ਲੈਵਲ ਸਾਡੇ ਇੱਕ ਨਾ ਕੈਮੀਕਲ ਹੁੰਦਾ ਹੈ, ਉਹਦਾ ਲੈਵਲ ਵਧਾਉਂਦੇ ਨੇ। ਬੀਟਾ ਐਂਡੋਰਫਿਨ ਲੈਵਲ ਦਿਸ ਇਜ਼ ਰਿਸਪੌਂਸਿਬਲ ਫॉर ਮੂਡ ਅਪਲਿਫਟ ਐਂਡ ਆਲ ਦੈਟ। ਖੁਸ਼ੀਪਨ ਕਿਉਂ ਲਾਉਂਦੇ ਹਾਂ ਅਸੀਂ ਪਰਫਿਊਮਸ, ਕਿਉਂ ਅਸੀਂ ਇਤਰਸ ਲਾਉਂਦੇ ਹਾਂ, ਇਹਨਾਂ ਬਾਰੇ ਕਦੀ ਨਹੀਂ ਸੋਚਿਆ। ਚੰਗੀ ਖੁਸ਼ਬੂ, ਪਰ ਚੰਗੀ ਖੁਸ਼ਬੂ ਦਾ ਸਾਇੰਟੀਫਿਕ ਉਹਦਾ ਕਾਰਨ ਕੀ ਹੈ? ਉਹਦੇ ਨਾਲ ਖੁਸ਼ਬੂ ਆਣੀ। ਤੁਸੀਂ ਰਾਜੇ ਮਹਾਰਾਜਾ ਦੇ ਦੇਖੋ, ਇਤਰ ਹੀ ਇਤਰ ਹੁੰਦੇ ਸੀ। ਕਿਉਂ ਖੁਸ਼ ਰਹਿੰਦੇ ਸੀਗੇ? ਕਿਉਂਕਿ ਸਾਡੀ ਜਿਹੜੀ ਕੈਮੀਕਲ ਅੰਦਰ ਕੈਮਿਸਟਰੀ ਹੈ ਉਹਨੂੰ ਅਪਲਿਫਟ ਕਰਕੇ ਰੱਖਦੇ ਸੀ। ਇਹ ਵੀ ਚੀਜ਼ਾਂ ਯੂਜ਼ ਕਰਕੇ ਦੇਖੋ। ਤੇ ਅਸੀਂ ਅਜੇ ਉਹ ਇਹਦੇ ਵਿੱਚ ਕੋਈ ਮੈਡੀਕਲ ਵੀ ਕੋਈ ਹਾਂਜੀ, ਮੈਂ ਉਧਰ ਆ ਰਿਹਾ ਸੀ ਜੀ। ਜਿਹੜੇ ਸਾਡੇ ਹਾਰਮੋਨਸ ਜਿਹੜੇ ਚੇਂਜਸ ਹੁੰਦੇ ਨੇ ਲੇਡੀਜ਼ ਦੇ ਵਿੱਚ, ਉਹਨਾਂ ਦੀ ਡੈਫੀਸ਼ੀਐਂਸੀ ਨੂੰ ਇਹ ਠੀਕ ਕਰ ਸਕਣ, ਬਿਲਕੁਲ ਜੀ, ਉਹਨਾਂ ਨੂੰ ਕੰਟਰੋਲ ਕਰ ਸਕਣ ਤਾਂ ਕਿ ਉਹਨਾਂ ਤੇ ਸੀਵੀਅਰ ਇੰਪੈਕਟ ਨਾ ਹੋ ਸਕੇ। ਹਾਂਜੀ, ਹੁਣ ਗੱਲ ਆ ਜਾਂਦੀ, ਤੁਸੀਂ ਮੈਂ ਆ ਰਿਹਾ ਸੀ ਪਰ ਤੁਸੀਂ ਮੈਨੂੰ ਉਹ ਕਹਿੰਦੇ ਨੇ ਹੱਥ ਤੋਂ ਕੰਨ ਤੋਂ ਫੜ ਕੇ ਉਧਰ ਲਿਆਂਦਾ। ਇਹ ਤਾਂ ਹੋ ਗਿਆ ਜੀ ਆਪਣੇ ਘਰ ਜਿਹੜੇ ਮੈਂ ਟ੍ਰੀਟਮੈਂਟਾਂ ਦੀ ਗੱਲ ਕੀਤੀ ਸੀਗੀ ਜੀ। ਹੁਣ ਮੈਡੀਕਲ, ਪਰ ਜਦੋਂ ਵੀ ਮੈਂ ਮੈਡੀਕਲ ਟ੍ਰੀਟਮੈਂਟ ਦੀ ਗੱਲ ਕਰਦਾ, ਮੈਂ ਇੱਕ ਗੱਲ ਤੇ ਜ਼ਰੂਰ ਸਟ੍ਰੈਸ ਕਰਦਾ ਨਾ, ਬਈ ਮੈਡੀਕਲ ਟ੍ਰੀਟਮੈਂਟ ਲੈਣ ਤੋਂ ਪਹਿਲਾਂ ਆਪਣੇ ਡਾਕਟਰ, ਫੈਮਿਲੀ ਡਾਕਟਰ, ਫਿਜ਼ੀਸ਼ੀਅਨਸ ਜਿਹੜੇ ਵੀ ਨੇ ਉਹਨਾਂ ਨੂੰ ਜ਼ਰੂਰ ਕੰਸਲਟ ਕਰੋ। ਖਾਸ ਕਰਕੇ ਜਿਹੜੇ ਇਹ ਟ੍ਰੀਟਮੈਂਟ ਨੇ ਹਾਰਮੋਨ ਰਿਪਲੇਸਮੈਂਟ ਥੈਰੇਪੀਜ਼ ਜਿਹਨਾਂ ਨੂੰ ਕਿਹਾ ਜਾਂਦਾ, HRT ਕਿਹਾ ਜਾਂਦਾ ਹੈਗਾ, ਕਿਉਂਕਿ ਇਹ ਉਹ ਹਾਰਮੋਨਸ ਨੇ ਜਿਹੜੇ ਬਾਹਰੋਂ ਦਿੱਤੇ ਜਾਣੇ ਨੇ। ਹੁਣ ਤੁਹਾਡੇ ਅੰਦਰ ਜਿਹੜਾ ਹਾਰਮੋਨ ਸੀਗਾ ਉਹ ਨੈਚੁਰਲ ਹਾਰਮੋਨ ਸੀਗਾ, ਸਾਨੂੰ ਬਾਹਰੋਂ ਉਹ ਹਾਰਮੋਨ ਦੇਣਾ ਚ ਡਾਕਟਰ ਦੇਗਾ ਤੁਹਾਨੂੰ ਜਿਹੜਾ ਜਿਹਦੀ ਕੈਮਿਸਟਰੀ ਉਸ ਨੈਚੁਰਲ ਹਾਰਮੋਨ ਨਾਲ ਮਿਲਦੀ ਹੈ। ਹਾਂ, ਨਾਲ ਹਰ ਇੱਕ ਬੰਦੇ ਦੀ ਬਾਡੀ ਜਿਹੜੀ ਉਹ ਅਲੱਗ ਹੈ ਜੀ। ਹੁਣ ਪੀਰੀਅਡ ਤਾਂ ਬੰਦ ਹੋ ਗਏ, ਡਾਕਟਰ ਸਾਹਿਬ ਦੇ ਜਗੀ ਮਤਲਬ ਡਾਇਗਨੋਸ ਕਰਕੇ ਦੇਖਣਗੇ ਕਿਹੜਾ ਮੈਡੀਸਨ ਜਿਹੜੀ ਆ ਤੁਹਾਡੇ ਲਈ ਜ਼ਿਆਦਾ ਸੂਟੇਬਲ ਆ, ਜਿਹੜੀ ਕਿ ਤੁਹਾਨੂੰ ਕੋਈ ਸਾਈਡ ਇਫੈਕਟ ਨਾ। ਬਿਲਕੁਲ। ਹੁਣ ਮੈਂ ਇੱਕ ਐਗਜ਼ਾਮਪਲ ਦਿੰਦਾ ਜੀ, ਵੀ ਅਸੀਂ ਹਾਰਮੋਨਸ ਦੀ ਗੱਲ ਕਰ ਰਹੇ ਹਾਂ। ਮੈਂ ਇੱਕ ਕਿਹਾ ਵੀ 1 ਸਾਲ ਹੋ ਗਿਆ ਹੋਵੇ ਨੈਪਕਿਨ ਯੂਜ਼ ਕੀਤੇ ਨੂੰ ਸੈਨੇਟਰੀ, ਤੇ ਪੀਰੀਅਡ ਬਿਲਕੁਲ ਨਹੀਂ ਆਏ ਹੋਣ, ਤੇ ਉਹਨੂੰ ਅਸੀਂ ਮੈਨੋਪੌਜ਼ ਕਹਿ ਦਿੰਦੇ ਹਾਂ। ਹੁਣ ਸਪੋਜ਼ ਕਰੋ ਉਹ ਹੈ ਕਿ ਈਸਟ੍ਰੋਜਨ ਡੈਫੀਸ਼ੀਐਂਸੀ, ਤੁਸੀਂ ਹਾਰਮੋਨਲ ਰਿਪਲੇਸਮੈਂਟ ਥੈਰੇਪੀ ਦੇ ਵਿੱਚ ਜਾਣਾ, ਤੁਹਾਨੂੰ ਹਾਰਮੋਨ ਈਸਟ੍ਰੋਜਨ ਦਿੱਤਾ ਗਿਆ, ਉਹਦੇ ਨਾਲ ਕੀ ਹੋਇਆ? ਐਂਡੋਮੈਟਰੀਅਲ ਪੋਲੀਫਿਕੇਸ਼ਨ ਹੋਈ, ਔਰ ਤੁਹਾਨੂੰ ਸਪੌਟਿੰਗ ਆ ਗਈ, ਬਲੀਡਿੰਗ ਹੋ ਗਈ। ਕਿਤੇ ਤਾਂ ਬੰਦ ਹੋਈ ਸੀ, ਕਿਤੇ ਸਡਨ ਸਪੌਟ ਆ ਗਏ 2-1 ਦਾ, ਤੇ ਤੁਹਾਡੇ ਦਿਮਾਗ 'ਚ ਸ਼ਾਇਦ ਇੱਕ ਹੋਰ ਐਂਜ਼ਾਈਟੀ ਦਾ ਕਾਰਨ ਬਣ ਜਾਏਗਾ ਵੀ ਯਾਰ ਅੰਦਰ ਮੇਰੇ ਕਿਤੇ ਕੋਈ ਗਰੋਥ ਤਾਂ ਨਹੀਂ, ਕੋਈ ਕਾਰਸੀਜੈਨਿਕ ਡਿਵੈਲਪਮੈਂਟ ਤਾਂ ਨਹੀਂ ਹੋ ਗਈ ਅਚਾਨਕ? ਨਹੀਂ, ਉਹ ਉਸ ਹਾਰਮੋਨ ਕਰਕੇ ਜਿਹੜਾ ਬਾਹਰੋਂ ਟ੍ਰੀਟਮੈਂਟ ਦਿੱਤਾ ਗਿਆ। ਇਸ ਕਰਕੇ ਡਾਕਟਰ ਬਹੁਤ ਜ਼ਰੂਰੀ ਹੈ। ਉਹਨੇ ਹੀ ਡਿਸਾਈਡ ਕਰਨਾ ਵੀ ਕਿਹੜੀ ਰੂਟ ਰਾਈ ਦਿੱਤਾ ਜਾਵੇ ਤੇ ਕਿਹੜਾ ਈਸਟ੍ਰੋਜਨ ਦਿੱਤਾ ਜਾਵੇ, ਕਿਉਂਕਿ ਮਾਰਕੀਟ ਦੇ ਵਿੱਚ ਵੀ ਈਸਟ੍ਰੋਜਨ ਬਹੁਤ ਤਰ੍ਹਾਂ ਦੇ ਅਵੇਲੇਬਲ ਨੇ, ਈਸਟੀਓਲ, ਈਸਟਰਾਡੀਓਲ, ਈਸਟਰੋਨ, ਕਈ ਤਰ੍ਹਾਂ ਦੇ ਅਵੇਲੇਬਲ ਨੇ। ਫਿਰ ਡਾਕਟਰ ਡਿਸਾਈਡ ਕਰਦਾ ਵੀ ਇਹਨੂੰ ਕਿਹੜਾ, ਜਿਵੇਂ ਤੁਸੀਂ ਕਿਹਾ ਹੈਗਾ ਵੀ ਕਿਹੜਾ ਦੇਣਾ ਚਾਹੀਦਾ। ਮੈਨੂੰ ਯਾਦ ਹੈ ਜੀ, ਮੇਰੇ 3-4 ਰਿਸਰਚ ਪ੍ਰੋਡਕਟ ਆਏ ਸੀ ਇਸੇ ਫੀਲਡ ਦੇ ਵਿੱਚ ਜੀ। ਹਾਂਜੀ, ਤੇ ਉਹਦਾ ਅਸੀਂ ਨਾਮ ਹਲੇ ਵੀ ਉੱਥੇ ਐਗਜ਼ਿਸਟ ਕਰਦੇ ਨੇ, ਈਵਾਲੋਨ ਰੱਖਿਆ ਸੀਗਾ। ਈਵ ਲੇਡੀ, ਟੂ ਕੀਪ ਦਾ ਲੇਡੀਪਨ ਔਨ, ਈਵਾਲੋਨ ਅਸੀਂ ਉਹਦਾ ਨਾਮ, ਕਿਉਂਕਿ ਜਦੋਂ ਵੀ ਕੋਈ ਬ੍ਰਾਂਡ ਲੈ ਕੇ ਆਉਂਦਾ ਜਾਂਦਾ ਜਿਹੜਾ ਉਹਦਾ ਨਾਮ ਹੁੰਦਾ ਉਹਦੇ ਪਿੱਛੇ ਕੁਝ ਸਿਗਨੀਫੀਕੈਂਸ ਹੁੰਦੀ ਹੈ। ਤੁਸੀਂ ਇੰਡੀਅਨ ਫਾਰਮਾਸਿਊਟੀਕਲ ਦੀ ਗੱਲ ਕਰ ਰਹੇ ਹੋ? ਹਾਂਜੀ, ਹਾਲੈਂਡ ਦੀ ਮੇਰੀ ਕੰਪਨੀ ਸੀ ਜੀ, ਅੱਛਾ ਜੀ। ਉਹ ਹਾਲੈਂਡ ਤੋਂ ਰਿਸਰਚ ਪ੍ਰੋਡਕਟ ਸੀ। ਫਿਰ ਅਸੀਂ ਉਸੇ ਦੀ ਕਰੀਮ ਲੈ ਕੇ ਆਏ ਸੀਗੇ, ਮਤਲਬ ਕਿਹੜੇ ਰੂਟ ਰਾਈ ਦਿੱਤਾ ਜਾਣਾ ਚਾਹੀਦਾ, ਓਰਲ ਦਿੱਤਾ ਜਾਣਾ ਚਾਹੀਦਾ ਜਾਂ ਸਬਕੁਟੇਨੀਅਸ ਦੇਣਾ ਚਾਹੀਦਾ ਜਾਂ ਐਪਲੀਕੇਸ਼ਨ ਦੇਣੀ ਚਾਹੀਦੀ ਹੈਗੀ ਹੈ। ਮੈਂ ਜੇ ਹੁਣ ਰੀਅਕਰੈਂਟ ਯੂਰੋਨੋਜੈਨਾਈਟਲ ਇਨਫੈਕਸ਼ਨਸ ਹੈਗੀ ਤੇ ਉੱਥੇ ਟੈਬਲੇਟ ਤਾਂ ਕੰਮ ਨਹੀਂ ਕਰੇਗੀ, ਉੱਥੇ ਲੋਕਲ ਐਪਲੀਕੇਸ਼ਨ ਕਰੀਮ ਵਗੈਰਾ ਲਗਾਈ ਜਾਂਦੀ ਹੈਗੀ ਹੈ। ਫਿਰ ਅਸੀਂ ਇੱਕ ਪ੍ਰੋਡਕਟ ਲੈ ਕੇ ਆਏ ਸੀ, ਉਹਦਾ ਨਾਮ ਸੀ ਜੀ ਲਿਵਿਆਲ, ਟਿਬੀਲੋਨ ਉਸ ਮੋਲੀਕਿਊਲ ਸੀਗਾ। ਪਰ ਉਸ ਮੋਲੀਕਿਊਲ ਦੀ ਖੂਬੀ ਇਹ ਸੀਗੀ ਵੀ ਜਦੋਂ ਬਾਡੀ ਜਾਂਦਾ ਹੈ ਤਾਂ 3 ਡੈਰੀਵੇਟਿਵਸ ਦੇ ਵਿੱਚ ਟੁੱਟ ਜਾਂਦਾ ਸੀਗਾ। 2 ਡੈਰੀਵੇਟਿਵ ਇਹੋ ਜਿਹੇ ਬਣ ਜਾਂਦੇ ਸੀ ਵੀ ਜਿਹੜੇ ਈਸਟ੍ਰੋਜਨ ਦੀ ਰੋਲ ਹੈ ਉਹ ਆਪਣੇ ਆਪ ਉੱਥੇ ਜਾ ਕੇ ਕੰਮ ਕਰਦੇ ਸੀਗੇ, ਤੇ ਇੱਕ ਐਂਡਰੋਜੈਨਿਕ ਰਿਸਪੌਂਸ ਉਹ ਹੁੰਦਾ ਜੀ ਵੀ ਜਿਹੜਾ ਤੁਹਾਡੀ ਸੈਕਸੁਅਲ ਡਿਜ਼ਾਇਰ ਨੂੰ ਮੇਨਟੇਨ ਕਰਕੇ ਰੱਖੇ, ਉਹਦੇ ਵਾਸਤੇ ਕੰਮ ਆਉਂਦਾ ਸੀਗਾ। ਔਰ ਲਿਵਿਆਲ ਅਸੀਂ ਨਾਮ ਇਸ ਕਰਕੇ ਰੱਖਿਆ ਸੀ, ਆਸਟਰੀਆ ਦੇ ਵਿੱਚ ਇੱਕ ਰਾਣੀ ਹੋਈ 82 ਸਾਲ ਦੀ ਏਜ ਵੀ ਉਹ ਆਪਣੀ ਬਿਊਟੀ ਵਾਸਤੇ, ਪਰਸਨੈਲਿਟੀ ਵਾਸਤੇ ਨੋਨ ਮੰਨੀ ਜਾਂਦੀ ਸੀਗੀ, ਟੂ ਮੇਨਟੇਨ ਦੈਟ ਕਾਈਂਡ ਆਫ ਬਿਊਟੀ ਐਂਡ ਆਲ ਦੈਟ ਬਾਡੀ ਟੈਕਸਚਰ, ਲਿਵਿਆਲ ਸੀ ਨਾਮ। ਸੋ ਇਹ ਤਾਂ ਹਾਰਮੋਨਲ ਰਿਪਲੇਸਮੈਂਟ ਥੈਰੇਪੀਜ਼ ਨੇ, ਪਰ ਫਿਰ ਮੈਂ ਅਗੇਨ ਬਾਰ-ਬਾਰ ਕਹਿ ਰਿਹਾ ਜੀ, ਆਪਣੇ ਡਾਕਟਰ ਨੂੰ ਕੰਸਲਟ ਕਰੋ, ਉਹ ਤੁਹਾਡਾ ਹਾਰਮੋਨਲ ਐਸੇ ਕਰਾਉਣਗੇ, ਟੈਸਟ ਕਰਾਉਣਗੇ, ਫਾਈਂਡ ਆਊਟ ਕਰਨਗੇ, ਦੈਨ ਦੇ ਵਿਲ ਗੋ ਫॉर this kind of treatments and all that. ਦੇਖੋ ਦਰਸ਼ਕੋ, ਨਿੱਪੀ ਹੁਣਾਂ ਦੇ ਕੋਲ, ਪੁਰੀ ਸਾਹਿਬ ਕੋਲ ਬਹੁਤ ਸਾਰੀ ਜਾਣਕਾਰੀ ਹੈਗੀ, ਔਰ ਇਹਨਾਂ ਕੋਲ ਵੱਡੇ ਸ਼ਬਦ ਵੀ ਹੈਗੇ ਨੇ ਜਿਨ੍ਹਾਂ ਦਾ ਸਾਨੂੰ ਬਹੁਤ ਸਾਰਿਆਂ ਨੂੰ ਉਹਨਾਂ ਦਾ ਮੀਨਿੰਗ ਨਹੀਂ ਪਤਾ ਹੈਗਾ, ਕਿਉਂਕਿ ਇਹ ਬੜੀ ਡੂੰਘੀ ਜਾਣਕਾਰੀ ਇਸ ਸਬਜੈਕਟ ਉੱਤੇ ਰੱਖਦੇ ਨੇ, ਕਿਉਂਕਿ ਇਹਨਾਂ ਦਾ ਸਪੈਸ਼ਲਿਟੀ ਫੀਲਡ ਰਿਹਾ ਹੈਗਾ। ਕਾਫੀ ਇਹਨਾਂ ਨੇ ਸਮਾਂ ਇਹਨਾਂ ਦੇ ਨਾਲ ਦੂਜੇ ਕੀ ਵਜ੍ਹਾ ਬਤਾਇਆ ਹੈਗਾ। ਅਸੀਂ ਹੁਣ ਪ੍ਰੋਗਰਾਮ ਦੇ ਦੂਜੇ ਕੀ ਅੰਤ ਦੇ ਭਾਗ ਦੇ ਵਿੱਚ ਪਹੁੰਚ ਗਏ ਹੈਗੇ। ਸਾਡਾ ਟਾਈਮ ਵੀ ਬਹੁਤ ਲਿਮਟਿਡ ਹੈਗਾ, ਸਾਨੂੰ ਤੁਹਾਡੇ ਤੋਂ ਛੁੱਟੀਆਂ ਲੈਣੀਆਂ ਪੈਣੀਆਂ ਹੈਗੀਆਂ। ਜਾਣ ਤੋਂ ਪਹਿਲਾਂ ਮੈਂ ਏਪੀ ਜੀ ਤੁਹਾਡੇ ਤੋਂ ਫਿਰ ਪੁੱਛਾਂਗਾ
ਇਹ ਤੁਸੀਂ ਆਪਣੇ ਦਰਸ਼ਕਾਂ ਨੂੰ ਬਰੀਫਿੰਗ ਵਿੱਚ ਕੀ ਕਹੋਗੇ? ਬਰੀਫ ਦੇ ਵਿੱਚ ਮੈਂ ਫਿਰ ਇੱਕ ਵਾਰੀ ਸਾਰੇ ਦਰਸ਼ਕਾਂ ਨੂੰ ਜੀ ਹੱਥ ਜੋੜ ਕੇ ਇਹੀ ਬੇਨਤੀ ਕਰਾਂਗਾ ਜੀ, ਸਾਡਾ ਜਿਹੜਾ ਪ੍ਰੋਗਰਾਮ ਗੁਲਦਸਤਾ ਹੈਗਾ ਜੀ, ਸਫਰ ਟੀਵੀ ਦਾ ਜਿਹੜਾ ਸੈਕਸ਼ਨ ਹੈਗਾ, ਉਹਦਾ ਇੱਕੋ ਹੀ ਏਮ ਹੈਗਾ ਜੀ ਅਵੇਅਰਨੈਸ ਪਬਲਿਕ ਦੇ ਵਿੱਚ ਲੈ ਕੇ ਆਣੀ। ਲਾਸਟ ਟਾਈਮ ਅਸੀਂ ਕਨਸਟੀਪੇਸ਼ਨ ਤੇ ਗੈਸਟ੍ਰੋਇਸੋਫੇਗਲ ਰਿਫਲੈਕਸ ਦੇ ਉੱਤੇ ਡਿਸਕਸ ਗੱਲਬਾਤ ਕੀਤੀ ਸੀਗੀ, ਤੇ ਹੁਣ ਅਸੀਂ ਮੈਨੋਪੌਜ਼ ਦੇ ਉੱਤੇ ਗੱਲ ਕੀਤੀ। ਤੇ ਮੈਂ ਲਾਸਟ ਟਾਈਮ ਵੀ ਇਹੀ ਕਿਹਾ ਸੀਗਾ ਜੀ, ਜੇ ਦੋਸਤ ਬਣਾਉਣੇ ਨੇ ਤੇ ਹੈਲਥ ਇਸ਼ੂਜ਼ ਵਗੈਰਾ ਡਿਸਕਸ ਕਰਿਆ ਕਰੀਏ, ਤੇ ਸਾਡੇ ਦੋਸਤ ਬਣਨੇ ਸ਼ੁਰੂ ਹੋ ਗਏ ਨੇ ਜੀ। ਤੇ ਜੇ ਦੁਸ਼ਮਣ ਬਣਾਉਣੇ ਨੇ ਤੇ ਪੋਲਿਟਿਕਸ ਡਿਸਕਸ ਕਰਨੇ ਸ਼ੁਰੂ ਕਰ ਦਿਓ। ਸੋ ਵਿਦਆਊਟ ਐਨੀ ਚਾਰजेस, ਵਿਦਆਊਟ ਐਨੀ ਮਨੀ, ਕੋਈ ਐਕਸਪੈਂਡੀਚਰ ਨਹੀਂ ਹੈਗਾ। ਜੇ ਤੁਹਾਨੂੰ ਲੱਗੇ ਵੀ ਤੁਹਾਨੂੰ ਕੋਈ ਕੁਐਸਚਨ ਤੁਹਾਡੇ ਦਿਮਾਗ 'ਚ ਹੈਗਾ ਮਾਤਾਵਾਂ ਭੈਣਾਂ ਵੀਰਾਂ ਦੇ ਵਿੱਚ, ਤੇ ਮੇਰਾ ਨੰਬਰ ਹੈ ਜੀ 9057839682। ਕੋਈ ਹੈਜ਼ਿਟੇਸ਼ਨ ਨਹੀਂ, ਜਦੋਂ ਮਰਜ਼ੀ ਕਾਲ ਕਰ ਲਓ। ਰਿਪੀਟ ਕਰੋਗੇ ਨੰਬਰ? 9057839682 ਮਾਈ ਨੰਬਰ ਹੈ ਜੀ। ਜਦੋਂ ਵੀ ਤੁਹਾਡਾ ਦਿਲ ਕਰਦਾ ਜੀ, ਕੋਈ ਵੀ ਤੁਹਾਡੇ ਦਿਮਾਗ ਦੇ ਵਿੱਚ ਕੁਐਸਚਨ ਹੋਵੇ ਰਿਲੇਟਡ ਇਸ ਟੌਪਿਕ ਦੇ ਉੱਤੇ ਜਾਂ ਹੋਰ ਆਉਣ ਵਾਲੇ ਟਾਈਮ 'ਚ ਅਸੀਂ ਜਿਹੜੇ ਟੌਪਿਕ ਡਿਸਕਸ ਕਰਦੇ ਰਹਿਣਾ, ਤੁਹਾਡੇ ਨਾਲ ਸਿੱਧੇ ਰਾਬਤਾ ਕਰ ਸਕਦੇ, ਮੇਰੇ ਨਾਲ ਕਰ ਸਕਦੇ ਜਾਂ ਤੁਹਾਡੇ ਥਰੂ ਆ ਸਕਦੇ ਆ ਜੀ। ਮੋਸਟ ਵੈਲਕਮ। ਠੀਕ ਹੈ ਜੀ, ਮੋਸਟ ਵੈਲਕਮ ਜੀ। ਔਰ ਅਸੀਂ ਦਰਸ਼ਕਾਂ ਤੋਂ ਇਜਾਜ਼ਤ ਲਈਏ। ਅੱਜ ਦਾ ਜਿਹੜਾ ਅਸੀਂ ਟੌਪਿਕ ਹੈ ਇਹਨੂੰ ਅਸੀਂ ਇੱਥੇ ਹੀ ਖਤਮ ਕਰਦੇ ਹਾਂ, ਜਿਹੜੇ ਕਿ ਬਹੁਤ ਜਾਣਕਾਰੀ ਵਾਲਾ ਟੌਪਿਕ ਸੀਗਾ ਤੇ ਬਹੁਤ ਹੀ ਲੀਸਟ ਡਿਸਕਸ ਕੀਤਾ ਜਾਂਦਾ ਹੈਗਾ ਲੇਡੀਜ਼ ਦੇ ਹੈਲਥ ਬਾਰੇ, ਕਿਉਂਕਿ ਬਹੁਤ ਸਾਰੀਆਂ ਲੇਡੀਜ਼ ਸਮਝਦੀਆਂ ਕਿ ਇਹ ਦੂਜੇ ਸ਼ਾਇਦ ਕੋ ਬਿਮਾਰ ਹੋ ਗਈਆਂ ਨੇ। ਔਰ ਨਿੱਪੀ ਜੀ ਨੇ ਅੱਜ ਇਹ ਗੱਲ ਕਲੀਅਰ ਕੀਤੀ ਕਿ ਨਹੀਂ, ਇਟ ਇਜ਼ ਏ ਕੰਡੀਸ਼ਨਲ ਔਰ ਬੋਡੀ ਕੰਡੀਸ਼ਨ ਹੈ। ਇਹ ਹਰ ਇੱਕ ਨੂੰ ਇਹਦੇ ਵਿੱਚ ਫੇਜ਼ ਵਿੱਚ ਲੰਘਣਾ ਪੈਂਦਾ ਹੈਗਾ। ਅਸੀਂ ਸਮਝਦੇ ਹਾਂ ਜੀ ਕਿ ਇਸ ਪ੍ਰੋਗਰਾਮ ਦੇ ਮਾਧਿਅਮ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਮਿਲੀ ਹੋਵੇਗੀ। ਅਗਰ ਕਿਸੇ ਦਾ ਕੋਈ ਸਵਾਲ ਹੋਵੇ ਤਾਂ ਨਿੱਪੀ ਜੀ ਨੇ ਆਪਣਾ ਨੰਬਰ ਛੱਡਿਆ ਹੈਗਾ, ਉਹਨਾਂ ਨੂੰ ਤੁਸੀਂ ਸਿੱਧੇ ਵੀ ਕਾਲ ਕਰਕੇ ਉਹਨਾਂ ਦੇ ਨਾਲ ਹੋਰ ਜਾਣਕਾਰੀ ਜਿਹੜੀ ਡਿਸਕਸ ਕਰ ਸਕਦੇ ਹਾਂ। ਅਸੀਂ ਦਰਸ਼ਕਾਂ ਤੋਂ ਇਜਾਜ਼ਤ ਲੈਂਦੇ ਹਾਂ ਔਰ ਪ੍ਰੋਗਰਾਮ ਨੂੰ ਖਤਮ ਕਰਨ ਦਾ ਅੱਜ ਦਾ ਇਹ ਜਿਹੜਾ ਸਾਡਾ ਟੌਪਿਕ ਹੈ ਇੱਥੇ ਹੀ ਖਤਮ ਹੁੰਦਾ ਹੈਗਾ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰੇ। ਤੁਸੀਂ ਦੇਖ ਰਹੇ ਹੋ ਸਫਰ ਟੀਵੀ, ਮਿਸ਼ੀਗਨ ਦਾ ਪਹਿਲਾ ਪੰਜਾਬੀ ਚੈਨਲ।